ਲਓ ਜੀ, ਹਾਜ਼ਰੀ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਵਾਲੀਆ ਤੇ ਇਸ ਵੇਲੇ ਆਪ ਜੀ ਦੇ ਨਾਲ ਸਾਂਝ ਪਾ ਲਈ ਦੀ ਹੈ। ਤੇ ਅੱਜ ਦਾ ਦਿਨ ਜਿੱਥੇ ਇਸ ਕਰਕੇ ਵੀ ਖਾਸ ਹੈ ਕਿ ਵੀ ਆਪ ਜੀ ਟੀਵੀ ਦੇ ਨਾਲ ਰੇਡੀਓ ਤੇ ਵੀ ਹੁਣ ਪ੍ਰਾਈਮ ਏਸ਼ੀਆ ਟੀਵੀ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਨੂੰ ਸੁਣਦੇ ਹੋ, ਕਿਉਂਕਿ ਪ੍ਰਾਈਮ ਏਸ਼ੀਆ ਰੇਡੀਓ ਸੈਕਰਾਮੈਂਟੋ 1210 AM ਅੱਜ ਤੋਂ ਓਫੀਸ਼ੀਅਲੀ ਜਿਹੜਾ ਹੈ ਉਹ ਲਾਂਚ ਹੋ ਚੁੱਕਾ। ਤੇ ਮੁਬਾਰਕਾਂ WhatsApp ਤੁਹਾਨੂੰ। ਨਹੀਂ, ਵਧਾਈਆਂ ਜੀ ਤੁਹਾਨੂੰ, ਸਤਿ ਸ਼੍ਰੀ ਅਕਾਲ ਵੀ ਆ, ਵਧਾਈਆਂ ਵੀ ਆ ਸਾਰਿਆਂ ਨੂੰ, ਕਿਉਂਕਿ ਜਿਨ੍ਹਾਂ ਦੇ ਕਰਕੇ ਸ਼ੁਰੂ ਹੋਇਆ ਉਹਨਾਂ ਨੂੰ ਹੀ ਆ, ਸਾਰੇ ਪਰਿਵਾਰ ਦੇ ਮੈਂਬਰਾਂ ਨੂੰ। ਬਿਲਕੁਲ ਸਹੀ। ਸੋ ਇਹ ਕਿ ਅਸੀਂ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਸੈਕਰਾਮੈਂਟੋ AM 1210 ਪ੍ਰਾਈਮ ਏਸ਼ੀਆ ਰੇਡੀਓ ਅਮਰੀਕਾ 'ਚ, ਮਤਲਬ ਇਹ ਆਪਾਂ ਕਹਿ ਸਕਦੇ ਹਾਂ ਕਿ ਵੀ ਸ਼ੁਰੂਆਤ ਹੈ ਇੱਕ ਤਰ੍ਹਾਂ ਨਾਲ, ਮਤਲਬ ਆਉਣ ਵਾਲੇ ਟਾਈਮ 'ਚ ਹੋਰ ਦੇਸ਼ ਤੇ ਹੋਰ ਸ਼ਹਿਰ ਵੀ ਸ਼ਾਮਲ ਹੋਣਗੇ ਇਹਦੇ 'ਚ। ਨਹੀਂ, ਐਨ ਬਾਈਡਨ ਸਾਹਿਬ ਦੇ ਮੋਢੇ ਜਾ ਕੇ, ਜਾਣੀ ਤੁਸੀਂ ਮੈਂ ਦੇਖਿਆ ਟਰੰਪ ਸਾਹਿਬ ਨੇ ਨਾਤਾ ਛੱਡਿਆ ਨਹੀਂ ਕਿਸੇ ਨਾ ਕਿਸੇ ਤਰੀਕੇ ਕੋਈ ਬਹਾਨਾ ਜਿਹਾ ਭਾਲ ਕੇ ਨਾ। ਹਾਂ, ਇਹ ਦੇਖੋ ਕਾਰਨ ਇਹ ਆ ਨਾ, ਹੁਣ ਟਰੰਪ ਹੋਣੀ ਜਦੋਂ ਇੱਧਰ ਸੀਗੇ ਅਮਰੀਕੇ, ਉਦੋਂ ਮੈਂ ਇੰਡੀਆ ਸੀ ਤੇ ਵਿੱਚ ਕਹਿੰਦੇ ਵੀ 7 ਸਮੁੰਦਰ ਪੈਂਦੇ ਆ। ਮੈਂ ਕਿਹਾ ਵੀ ਪੈਂਦਾ ਜ਼ਿਆਦਾ। ਹੁਣ ਜਿੱਦਣ ਦਾ ਵਿਖਾਇਆ ਅਮਨ ਭਾਜੀ ਨੇ ਵੀ ਯਾਰ ਆਹ ਸੜਕਿਆ ਤੇ ਨਾਗਲੀ ਪੈਲੀ ਅਮਰੀਕਾ ਦੀ ਹੈ, ਮੈਂ ਕਿਹਾ ਯਾਰ ਅਮਰੀਕਾ ਦੇ ਜਮਾਂ ਮੋਢਿਆ ਵੀਰ ਜੀ, ਕੋਈ ਦੂਰ ਨਹੀਂ। ਮੈਂ ਉਦੋਂ ਦੇਖਾਂ ਜਿੱਦਣ ਗਏ ਸੀ ਨਾ, ਇਹ ਬਾਰ-ਬਾਰ ਬ੍ਰੇਕਾਂ ਮਾਰਨ ਕਾਰ ਦੀਆਂ, ਉੱਤਰ ਕੇ ਦੇਖਣ ਇੱਥੇ ਰੱਖ ਕੇ ਇਹਨਾਂ ਨੂੰ ਲੱਗਦਾ ਸੀ ਕਿ ਖਰੇ ਉੱਥੇ ਪਰਲੇ ਪਾਸੇ ਟਮਾਟਰਾਂ ਦੇ ਖੇਤ ਵਿੱਚ ਟਰੰਪ ਗੋਡੀ ਕਰਦਾ ਹੋਣਾ। ਮਹਾਰਾਜ ਜੀ ਇੱਦਾਂ ਨਹੀਂ ਹੈ, ਉਹ ਕਿਤੇ ਸ਼ਹਿਰ 'ਚ ਰਹਿੰਦੇ ਆ, ਅਮੀਰ ਬੰਦਾ ਨਾ, ਅਮੀਰ ਬੰਦਾ ਨਾਲੇ ਅਮਰੀਕਾ ਵੀ ਕਹਿੰਦੇ ਬਹੁਤ ਵੱਡਾ ਹੈ ਨਾ। ਚਲੋ ਇਹ ਜੋ ਵੀ ਹੈ ਜੀ, ਇਹ ਕੁੱਲ ਮਿਲਾ ਕੇ ਇੰਨਾ ਵੀ ਹੁਣ ਅਮਰੀਕਾ ਦੇ ਵਿੱਚ ਵੀ ਤੁਸੀਂ ਪ੍ਰਾਈਮ ਏਸ਼ੀਆ ਦੇ ਪ੍ਰੋਗਰਾਮ ਜਿਹੜੇ ਉਹ ਰੇਡੀਓ ਦੀ ਇਸ ਫ੍ਰੀਕੁਐਂਸੀ ਦੇ ਉੱਪਰ ਸੁਣ ਸਕਦੇ ਹੋ। ਸੈਕਰਾਮੈਂਟੋ ਤੋਂ ਕਾਫੀ ਦੂਰ ਦੇ ਸ਼ਹਿਰਾਂ ਤੱਕ ਜਿਹੜੀ ਇਹਦੀ ਪਹੁੰਚ ਹੈ। ਸੋ ਉਹਦੇ ਲਈ ਤੁਸੀਂ ਸਮਾਂ ਸਾਰਣੀ ਜਿਹੜੀ ਹੈ ਉਹ ਵੀ ਉਹ ਰੇਡੀਓ ਦੇ ਉੱਪਰ ਅਨਾਊਂਸ ਹੁੰਦੀ ਰਹਿੰਦੀ ਹੈ। ਅਤੇ ਪ੍ਰੋਗਰਾਮ ਜਿਹੜੇ ਨੇ ਪ੍ਰਾਈਮ ਏਸ਼ੀਆ ਦੇ ਜਿਹੜੇ ਕਿ ਟੀ ਵੀ 'ਤੇ ਦੇਖਦੇ ਹੋ ਉਹ ਤਾਂ ਉਹਦੇ 'ਤੇ ਆਉਂਦੇ ਨੇ। ਇਸ ਤੋਂ ਇਲਾਵਾ ਉਧਰ ਦੀ ਜਿਹੜੀ ਪ੍ਰੋਗਰਾਮਿੰਗ ਹੈ ਉਹ ਵੱਖਰੀ ਆ। ਅਤੇ WhatsApp ਗੱਲ ਇਹ ਆ ਵੀ ਅੱਜ ਕਿੱਧਰੋਂ ਕੰਨੀ ਫੜਨੀ, ਇਹ ਕਹਿੰਦਾ ਕੰਨੀ ਫੜਾ। 3 ਮੁੱਦੇ ਨੇ ਸੰਧਾਲੀਆ ਸਾਹਿਬ, ਇੱਕ ਬਿਜਲੀ ਦਾ, ਦੂਜਾ ਕਾਂਗਰਸ ਦੇ ਕਲੇਸ਼ ਦਾ, ਤੀਸਰਾ ਕਿਸਾਨਾਂ ਦੇ ਨਵੇਂ ਉਦਮ ਦਾ। ਨਹੀਂ, ਪਰ ਮੁੱਦਾ ਤਾਂ ਇੱਕ ਹੀ ਹੋਇਆ ਨਾ। ਉਹ ਕਿਵੇਂ? ਕਰੰਟ ਦਾ ਹੈ ਨਾ, ਮਤਲਬ ਬਿਜਲੀ ਵਾਲੇ ਪਾਸੇ ਉਹ ਕਹਿੰਦੇ ਵੀ ਕਰੰਟ ਹੈ ਨਹੀਂ, ਤੇ ਉਧਰਲੇ ਪਾਸੇ ਦਿੱਲੀ ਵਾਲੇ ਪਾਸੇ ਦੋਵਾਂ ਦਾ ਮੇਲ ਚੱਲਣ ਡਿਆ ਵੀ ਇਸ ਵਕਤ ਕਰੰਟ ਹੈ ਕਿ ਇਹਦੇ 'ਚ। ਨਹੀਂ, ਕਈ ਮੁੱਦੇ ਇਦਾਂ ਦੇ ਆ ਜਿੱਥੇ ਅਗਲੇ ਟੇਪ ਲਈ ਫਿਰਦੇ ਆ ਕਿ ਜਿੱਥੋਂ ਕਿਤੇ ਤਾਰ ਨੰਗੀ ਹੋਈ ਉੱਥੇ ਟੇਪ ਲਾ ਦੇਣੀ ਆ, ਤੇ ਕਈ ਪਾਸੇ ਉਹ ਨੰਗੀ ਤਾਰ ਕਰਕੇ ਤੁਰੇ ਫਿਰਦੇ ਆ ਕਿ ਮੈਂ ਤੈਨੂੰ ਹੀ ਲਾਉਣੀ ਆ ਨਾ। ਹੁਣ ਜੇ ਕਿਸਾਨਾਂ ਵਾਲੀ ਗੱਲ ਕਰੀਏ ਤੇ ਉਹ ਕਹਿੰਦੇ ਵੀ ਸਾਡੇ 'ਚ ਕਰੰਟ ਬੜਾ, ਤੇ BJP ਵਾਲਿਆਂ ਦੇ ਸਾਨੂੰ ਲੱਗਦਾ ਨਹੀਂ, ਉਹਦੇ ਕੋਈ ਗੱਲ ਨਹੀਂ, ਵੇਟ ਕਰੋ, ਲੱਗੇਗਾ ਜ਼ਰੂਰ। ਟੈਸਟ ਪੈਨ ਕੋਲ ਰੱਖਿਓ। ਝਟਕਾ ਤੇ ਪਿਛਲੇ ਦਿਨਾਂ 'ਚ ਲੱਗਾ ਕਈ ਸਟੇਟਾਂ 'ਚ, ਪਰ ਅਜੇ ਉਹ ਮੰਨਣ ਨੂੰ ਤਿਆਰ ਨਹੀਂ। ਇਹ ਮੰਨਣ ਨੂੰ ਦੇਖੋ ਇਦਾਂ ਹੁੰਦੀ ਨਾ ਕਿ ਯੂਪੀ ਦੇ ਵਿੱਚ ਵੀ ਕਹਿੰਦੇ ਸੀ ਝਟਕਾ ਲੱਗਿਆ, ਪਰ ਹੁਣ ਉਹਦੇ ਤੋਂ ਬਾਅਦ ਜ਼ਿਲ੍ਹਾ ਪੰਚਾਇਤਾਂ ਦੀਆਂ ਜਿਹੜੀਆਂ ਚੋਣਾਂ, ਉਹਦੇ ਵਿੱਚ 75 ਦੇ ਵਿੱਚੋਂ 67 ਸੀਟਾਂ ਜਿਹੜੀਆਂ ਉਹ ਭਾਰਤੀ ਜਨਤਾ ਪਾਰਟੀ ਵਾਲੇ ਲੈ ਗਏ, ਆਜ਼ਾਦ ਵੀ ਨਾਲ ਰਲ ਗਏ, ਬਾਕੀ ਸਾਰੇ ਰਲ ਗਏ। ਚਲੋ ਸਰਕਾਰ ਆ, ਪਰ ਇਹਦੇ ਨਾਲ ਉਹਨਾਂ ਨੂੰ ਥੋੜ੍ਹਾ ਜਿਹਾ ਹੌਸਲਾ ਮਿਲਿਆ ਤੇ ਬਾਕੀ ਧਿਰਾਂ ਨੂੰ ਇਹ ਸਮਝ ਆ ਗਈ ਆ ਕਿ ਭਾਈ ਚੁਣੌਤੀ ਵੱਡੀ ਹੈ, ਛੋਟੀ ਨਹੀਂ ਹੈ। ਜੇ ਮੁਕਾਬਲਾ ਕਰਨਾ, ਬੰਗਾਲ ਤੇ ਯੂਪੀ ਦਾ ਥੋੜ੍ਹਾ ਫਰਕ ਹੈਗਾ। ਹਾਂ, ਨਹੀਂ ਇਹ ਤਾਂ ਗੱਲ ਹੈਗੀ ਆ। ਬਾਕੀ ਹੁਣ ਜੋਗੀ ਹੋਰਾਂ ਨੇ ਕੰਮ ਜਿਹੜੇ ਵੀ ਕੀਤੇ, ਉੱਥੋਂ ਦੀ ਸੰਗਤ ਜਿਹੜੀ ਹੈ ਜਾਂ ਆਮ ਲੋਕ ਜਿਹੜੇ ਨੇ ਉਹ ਉਹਨੂੰ ਹੁਣ ਪੋਜ਼ੀਟਿਵ ਗਿਣਦੇ, ਨੈਗੇਟਿਵ ਗਿਣਦੇ, ਇਹ ਤਾਂ ਦੱਸੂਗਾ 2022 ਜੀ। ਪਰ ਉਨੀ ਦੇਰ ਤੱਕ ਮੇਰੇ ਖਿਆਲ ਨਾਲ ਕਿਸਾਨ ਵੀ ਮੱਠੇ ਪੈਣ ਵਾਲੇ ਹੈ ਨਹੀਂ, ਜਿੱਦਾਂ ਉਹ ਕਹਿੰਦੇ ਵੀ ਆਪਾਂ ਜ਼ੋਰ ਆਪਣਾ ਪੂਰਾ ਲਾਉਣਾ ਤੇ ਲੋਕਾਂ 'ਚ ਲੈ ਕੇ ਜਾਣੀ। ਇਹ ਗੱਲ ਵੀ ਭਾਈ ਸਾਹਿਬ ਬਦਲੋ। ਸੰਧਾਲੀਆ ਸਾਹਿਬ, ਇਹ ਕਿਸਾਨਾਂ ਵਾਲੇ ਮੁੱਦੇ ਤੇ ਆਪਾਂ ਆ ਜਾਈਏ, ਪਰ ਉਹਦੇ ਤੋਂ ਪਹਿਲਾਂ ਮੇਰੇ ਮਨ ਦੇ ਵਿੱਚ ਇੱਕ ਸਵਾਲ ਆ। ਕਰ ਲਓ, ਰੱਖਣਾ ਨਹੀਂ ਚਾਹੀਦਾ ਅੰਦਰ। ਨਹੀਂ ਰੱਖਣਾ, ਐਵੇਂ ਗੋਲਾ ਜਿਹਾ ਬਣ ਜਾਂਦਾ ਮੁੜ ਕੇ, ਸਵੇਰ ਤੋਂ ਹੀ ਗੈਸ ਦੀਆਂ ਗੋਲੀਆਂ ਖਾਂਦਾ ਫਿਰੇ ਬੰਦਾ। ਉਹ ਰੌਲਾ ਇਹ ਹੈ ਕਿ ਅੱਜ ਕੱਲ੍ਹ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਹੁਣ ਪਿੰਡਾਂ ਦੇ ਵਿੱਚ, ਧੂਰੀ ਨੇੜੇ ਇੱਕ ਪਿੰਡ ਦੀ ਗੱਲ ਆਈ ਸੀ ਕਿ ਉੱਥੇ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਕਹਿ ਦਿੱਤਾ, ਕੁਝ ਕਿਸਾਨ ਜਥੇਬੰਦੀਆਂ, ਕਿ ਭਾਈ ਇੱਥੇ ਅਸੀਂ ਕੋਈ ਸਿਆਸੀ ਲੀਡਰ ਨਹੀਂ ਵੜਨ ਦੇਣਾ। ਭੋਗਪੁਰ ਦੇ ਨੇੜੇ ਕਿੰਗਰਾ ਚੋਲ ਵਾਲਾ ਪਿੰਡ ਹੈ, ਉਹਨਾਂ ਦੀ ਪੰਚਾਇਤ ਨੇ, ਬਾਕੀ ਪਿੰਡ ਵਾਲਿਆਂ ਨੇ ਇਕੱਠ ਕੀਤਾ ਤੇ ਫਿਰ ਪੋਸਟਰ ਬੈਨਰ ਲਾਤੇ ਕਿ ਭਾਈ ਜਦੋਂ ਤੱਕ ਕਿਸਾਨੀ ਸੰਘਰਸ਼ ਚੱਲਦਾ ਉਦੋਂ ਤੱਕ ਸਿਆਸੀ ਲੀਡਰ ਸਾਡੇ ਪਿੰਡ 'ਚ ਨਾ ਵੜੇ। ਹੋਰ ਕਈ ਪਿੰਡਾਂ 'ਚ ਵੀ ਇਹ ਹੋਇਆ। ਹੁਣ ਇਸੇ ਤਰੀਕੇ ਕੁੱਸਾ ਪਿੰਡ ਦੇ ਵਿੱਚ ਵੀ ਹੋਇਆ ਸੀ। ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਆਪਾਂ ਚਰਚਾ ਕੀਤਾ ਸੀ ਕਿ ਉਹਨਾਂ ਨੇ ਜਾ ਕੇ ਉੱਥੇ ਨੀਂਹ ਪੱਥਰ ਵਗੈਰਾ ਰੱਖਿਆ ਸੀ। ਹੁਣ ਕੁਝ ਪਿੰਡ ਵਾਲਿਆਂ ਨੇ ਇਤਰਾਜ਼ ਕੀਤਾ ਕਿ ਭਾਈ ਦੇਖੋ, ਜਦੋਂ ਤਾਂ ਉਹ ਉਦਘਾਟਨ ਕਰਨ ਆਏ ਸੀ, ਜਾਂ ਤਾਂ ਉਦੋਂ ਸਵਾਲ ਕਰ ਲੈਂਦੇ, ਗੱਲ ਕਰ ਲੈਂਦੇ, ਅਗਲਿਆਂ ਦੇ ਕੋਲ ਜਵਾਬ ਹੁੰਦਾ ਤਾਂ ਜਵਾਬ ਦਿੰਦੇ, ਬਾਅਦ ਵਿੱਚ ਨੀਂਹ ਪੱਥਰ ਨਾ ਤੋੜਦੇ। ਮੈਨੂੰ ਇਹ ਲੱਗਦਾ ਕਿ ਜਿੰਨੀ ਛੇਤੀ ਹੋ ਸਕਦਾ ਸੰਯੁਕਤ ਕਿਸਾਨ ਮੋਰਚੇ ਨੂੰ ਇਸ ਮੁੱਦੇ ਤੇ ਸਥਿਤੀ ਕਲੀਅਰ ਕਰਨੀ ਚਾਹੀਦੀ ਹੈ ਕਿ ਇੱਕ ਪਾਰਟੀ ਦੇ ਲੀਡਰਾਂ ਦਾ ਵਿਰੋਧ ਕਰ ਹਟਿਆ, ਉਹ ਦੁਬਾਰਾ ਕਰ ਦੇਣ, ਜਾਂ ਸਾਰਿਆਂ ਦਾ ਵਿਰੋਧ ਹੈ। ਕੀ ਇਸ ਤਰੀਕੇ ਦੇ ਨਾਲ, ਕਿਉਂਕਿ ਕੋਈ ਪੰਚਾਇਤ ਕਿਸੇ ਧਿਰ ਨਾਲ ਜੁੜੀ ਹੁੰਦੀ ਹੈ, ਪਿੰਡ ਦੇ ਵਿੱਚ ਕੁਝ ਬੰਦੇ ਕਿਸੇ ਨਾਲ ਜੁੜੇ ਹੁੰਦੇ ਆ, ਫਿਰ ਕੋਈ ਟਕਰਾਅ ਵਾਲੀ ਗੱਲ ਨਾ ਪੈਦਾ ਹੋਵੇ, ਕਿਉਂਕਿ ਸਵਾਲ ਪੁੱਛਣਾ ਇੱਕ ਵੱਖਰੀ ਗੱਲ ਹੈ, ਵਿਰੋਧ ਕਰਨਾ ਦੂਸਰੀ ਗੱਲ ਹੈ, ਪਿੰਡ ਦੇ ਵਿੱਚ ਨਾ ਵੜਨ ਦੇਣਾ ਤੀਸਰੀ ਗੱਲ ਹੈ। ਅਸੀਂ ਕਿਸੇ ਗੱਲ ਦੇ ਪੱਖ ਜਾਂ ਵਿਰੋਧ ਦੀ ਗੱਲ ਨਹੀਂ ਕਰਦੇ, ਪਰ ਸਵਾਲ ਪੁੱਛਣ। ਹੁਣ ਇੱਕ ਪਿੰਡ ਕੱਲੇ ਮਾਜਰਾ ਦੇ ਵਿੱਚ ਸਾਧੂ ਸਿੰਘ ਧਰਮਸੋਤ ਗਏ, ਤਰੀਕੇ ਜਿਹੜੇ ਵੱਖ-ਵੱਖ ਢੰਗ ਨੇ, ਉਹ ਗਏ ਤਾਂ ਸੀਗੇ ਆਪਣੇ ਕਿਸੇ ਸਾਥੀ ਦੇ ਘਰੇ ਕੋਈ ਅਫਸੋਸ ਕਰਨ, ਸਮਾਜਿਕ ਵਰਤਾਰਾ ਆਉਣਾ ਜਾਣਾ ਪੈਂਦਾ। ਉਹਨਾਂ ਨੇ ਜਾ ਕੇ ਉੱਥੇ ਅਫਸੋਸ ਕੀਤਾ ਹੋਏਗਾ, ਪੁੱਛਿਆ ਹੋਏਗਾ ਜੀ ਕਿਵੇਂ ਹੋਇਆ, ਬੜਾ ਮਾੜਾ ਹੋਇਆ, ਚੰਗੇ ਸੀ ਜਾਂ ਜੋ ਵੀ,
ਤੇ ਜਾ ਕੇ ਜਦੋਂ ਅਜੇ ਚਾਹ ਦਾ ਗਲਾਸ ਸਟੀਲ ਦਾ ਆਇਆ ਹੀ, ਇੰਨੇ ਨੂੰ ਪਿੰਡ ਦੇ ਕਈ ਲੋਕ ਜਿਹੜੇ ਘਰ ਦੇ ਬਾਹਰ ਇਕੱਠੇ ਹੋ ਗਏ, ਉਹਨਾਂ ਨੇ ਫਿਰ ਜ਼ਿੰਦਾਬਾਦ ਮੁਰਦਾਬਾਦ ਸ਼ੁਰੂ ਕਰਤੀ। ਅਗਲਿਆਂ ਨੇ ਕਿਹਾ ਕਿ ਧਰਮਸੋਤ ਸਾਹਿਬ ਚਲੋ ਭਈ ਹੁਣ ਰੌਲਾ ਪਊਗਾ ਇੱਥੇ। ਉਹ ਜਦੋਂ ਉਹਨਾਂ ਨੇ ਜਾ ਕੇ ਕਾਰ ਦੇ ਵਿੱਚ ਬੈਠੇ ਤਾਂ ਪਿੰਡ ਦੇ ਲੋਕਾਂ ਨੇ ਫਿਰ ਟਰਾਲੀਆਂ ਜਿਹੜੀਆਂ ਉਹ ਚਾਰੇ ਪਾਸੇ ਪਿੰਡ ਤੋਂ ਜਿੰਨੀਆਂ ਸੜਕਾਂ ਨਿਕਲਦੀਆਂ ਸੀ ਮੂਹਰੇ ਲਾਤੀਆਂ। ਧਰਮਸੋਤ ਸਾਹਿਬ ਦੀ ਗੱਡੀ ਫਿਰ ਉੱਥੇ ਫਸਣੀ ਸੀ। ਫਿਰ ਪਿੰਡ ਵਾਲਿਆਂ ਨੇ ਕਿਹਾ ਜੀ ਦੇਖੋ ਮਸਲੇ ਸਾਡੇ 3 ਨੇ, ਇੱਕ ਪਾਣੀ ਦੀ ਨਿਕਾਸੀ ਦਾ ਮਸਲਾ, ਦੂਜਾ ਸੜਕ ਦਾ ਮਸਲਾ ਹੈ, ਤੀਜਾ ਛੱਪੜ ਤੇ ਨਜਾਇਜ਼ ਕਬਜ਼ੇ ਦਾ ਮਸਲਾ ਹੈ। ਪੰਚਾਇਤ ਨੇ ਮਤੇ ਪਾ ਕੇ ਕਈ ਵਾਰੀ ਭੇਜੇ ਆ, ਹੱਲ ਨਹੀਂ ਸਾਡਾ ਹੋਇਆ। ਜੇ ਪੰਚਾਇਤ ਕਹਿੰਦੀ ਹੈ ਤਾਂ ਹੱਲ ਕਿਉਂ ਨਹੀਂ ਹੁੰਦਾ? ਫਿਰ ਧਰਮਸੋਤ ਸਾਹਿਬ 3 ਹੀ ਜਗ੍ਹਾ ਤੇ ਲੋਕਾਂ ਦੇ ਨਾਲ ਆਪ ਗਏ। ਪਹਿਲਾਂ ਅਫਸੋਸ ਕਰਨ ਆਏ ਸੀ ਤੇ ਵਾਪਸ ਚੱਲੇ ਸੀ, ਲੋਕਾਂ ਰੋਕ ਲੈ। ਉਹ 3 ਜਗ੍ਹਾ ਲਗਾਇਆ, ਟੋਬਾ ਜੀ ਨਜਾਇਜ਼ ਕਬਜ਼ਾ, ਆਹ ਸੜਕਿਆ ਜੀ ਬਣੀ ਨਹੀਂ, ਆਹ ਰਜਿਸਟਰ ਆ ਜੀ ਮਤੇ ਪਏ ਆ, ਤੇ ਆਹ ਦੇਖੋ ਤੁਸੀਂ ਇਧਰਲੇ ਪਾਸੇ ਨਿਕਾਸੀ ਹੁੰਦੀ ਨਹੀਂ, ਲੋਕ ਤੰਗ ਬੜੇ ਆ। ਤੇ ਧਰਮਸੋਤ ਸਾਹਿਬ ਕਹਿੰਦੇ ਇੰਨੇ ਲੱਖ ਰੁਪਏ ਦੀ ਗ੍ਰਾਂਟ ਤੁਹਾਡੇ ਕੋਲੇ ਆਈ ਲਓ। ਇਹ ਤਾਂ ਇੱਕ ਤਰੀਕਾ ਹੋਇਆ ਨਾ ਕਿ ਭਾਈ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਨੂੰ ਐਦਾਂ ਰੋਕਿਆ ਤੇ ਕੱਲੀ ਥਾਂ ਤੇ ਲੈ ਕੇ ਗਏ ਤੇ ਅਗਲੇ ਨੂੰ ਸੱਚ ਪਤਾ ਲੱਗਿਆ। ਪਰ ਇੱਥੇ ਸਵਾਲ ਖੜਦਾ ਹੈ, ਚਾਹੇ ਉਹ ਧਰਮਸੋਤ ਸਾਹਿਬ ਨੇ, ਚਾਹੇ ਕਿਸੇ ਵੀ ਸਿਆਸੀ ਪਾਰਟੀ ਦਾ ਨੁਮਾਇੰਦਾ ਹੈ। ਹੁਣ ਉਸਲੇ ਤਾਂ 50 ਲੱਖ 40 ਲੱਖ 30 ਲੱਖ ਅਨਾਉਂਸ ਕਰਤਾ, ਪਰ ਪ੍ਰਕਿਰਿਆ ਕੀ ਹੈ? ਜੇ ਪਿੰਡ ਦੀ ਪੰਚਾਇਤ ਕਹਿੰਦੀ ਹੈ ਕਿ ਨਿਕਾਸੀ ਦਾ ਮਸਲਾ, ਸਾਡੇ ਕੋਲੇ ਪੰਚਾਇਤੀ ਜ਼ਮੀਨ ਹੈ ਨਹੀਂ, ਆਪਦੇ ਫੰਡ ਹੈ ਨਹੀਂ, ਆਹ ਸੜਕ ਬਣੀ ਨਹੀਂ, ਜੇ ਪੰਚਾਇਤੀ ਰਜਿਸਟਰ ਦੇ ਵਿੱਚ ਕਈ ਮਤੇ ਪਏ ਹੋਣ ਦੇ ਬਾਵਜੂਦ ਵੀ ਤੁਹਾਡੇ ਕੰਨਾਂ 'ਚ ਆਵਾਜ਼ ਨਹੀਂ ਪੁੱਜੀ, ਡੀਸੀ ਸਾਹਿਬ ਨੂੰ, BDPO ਸਾਹਿਬ ਨੂੰ ਜੋ ਪਤਾ ਨਹੀਂ ਲੱਗਿਆ, ਜਾਂ ਉਹਨਾਂ ਦੇ ਪਤਾ ਲੱਗਣ ਦੇ ਬਾਵਜੂਦ ਵੀ ਤੁਸੀਂ ਆਪ ਪ੍ਰੋਸੀਜਰ ਦੇ ਤਹਿਤ ਗ੍ਰਾਂਟ ਨਹੀਂ ਦਿੱਤੀ, ਫਿਰ ਪਿੰਡਾਂ ਦੇ ਲੋਕਾਂ ਦੇ ਕੋਲੇ ਚਾਰਾ ਕੀ ਹੈ? ਇੱਕ ਸਵਾਲ ਹੈ ਨਾ ਇਸ ਵੇਲੇ। ਗੱਲ ਤੁਹਾਡੀ ਬਿਲਕੁਲ ਸਹੀ ਹੈ, ਲੌਜਿਕ ਵਿੱਚ ਹੈਗਾ ਕਿ ਮਤਲਬ ਜੇ ਰੌਲਾ ਪੈਂਦਾ ਤੇ ਫਿਰ ਗ੍ਰਾਂਟ ਆ ਜਾਂਦੀ ਹੈ, ਵੀ ਜੇ ਰੌਲਾ ਨਹੀਂ ਪੈਂਦਾ, ਜੇ ਕੋਈ ਚੁੱਪ ਹੈ ਤੇ ਫਿਰ ਆਪਾਂ ਨੂੰ ਚੇਤਾ ਭੁੱਲ ਜਾਂਦਾ। ਪਰ ਮੇਰਾ ਇੱਥੇ ਸ਼ੱਕ ਇੱਕ ਹੋਰ ਵੀ ਹੈ ਜੀ। ਹੁਣ ਮੰਨ ਲਓ ਦੁਪਹਿਰ ਜੀ ਹੋਵੇ, ਲੱਗੀ ਗਰਮੀ, ਗੋਡੇ ਹੋਵੇ, ਤੇ ਤੁਸੀਂ ਗੱਡੀ ਰੋਕ ਕੇ ਪਹਿਲਾਂ ਤੇ ਤੰਗ ਕਰੋ, 5-4 ਬੰਦੇ ਐਵੇਂ ਅੱਖਾਂ ਜਿਹੀਆਂ ਕੱਢ ਕੇ ਝਈਆਂ ਲੈ ਕੇ ਪੈਣ। ਮੰਨ ਲਓ ਮੈਂ ਮੰਤਰੀ ਹੋਵਾਂ ਤੇ ਉਦੋਂ ਬਾਅਦ ਤੁਸੀਂ ਇਹ ਆਖੋ ਵੀ ਮੈਂ ਇਹਨਾਂ ਨੂੰ ਆਖਾਂ ਵੀ ਗ੍ਰਾਂਟ ਵੀ ਦਊਂਗਾ ਤੇ ਮੈਂ ਇਹਨਾਂ ਦਾ ਪਿੰਡ ਦਾ ਵਿਕਾਸ ਵੀ ਕਰ ਦੂੰਗਾ, ਮੇਰੇ ਮੰਨਣ 'ਚ ਘੱਟ ਆਉਂਦੀ ਹੈ। ਨਹੀਂ ਮਤਲਬ ਐਜ਼ ਏ ਲੀਡਰ ਮੈਂ ਗੱਲ ਕਰ ਰਿਹਾ, ਮੈਨੂੰ ਹੁੰਦਾ ਵੀ ਇੱਕ ਵਾਰ ਨਿਕਲੋ ਸਹੀ ਉੱਥੋਂ, ਕੋਈ ਨਹੀਂ ਟੋਭਾ ਵਿਖਾ ਲਓ, ਟੋਭੇ ਦੇ ਨਾਲ ਮੈਨੂੰ ਦੂਜਾ ਟੋਭਾ ਵਿਖਾ ਲਓ, ਭਾਵੇਂ ਕੰਧ ਵਿਖਾ ਲਓ, ਸਕੂਲ ਵੀ ਵਿਖਾ ਲਓ, ਤੁਹਾਡਾ ਨਹੀਂ ਬਣਿਆ ਕੋਈ ਗੱਲ ਨਹੀਂ, ਕਿੰਨੀ ਚਾਹੀਦੀ? 50 ਲੱਖ ਚਾਹੀਦੀ? 60 ਲੱਖ ਕਾਕਾ ਤੇ 60 ਲੱਖ ਦੇ ਦੇਂ। ਅੱਛਾ ਉਹ ਰਹਿ ਗਈ ਸੜਕ, ਉਹ 10 ਲੱਖ ਉਹਦਾ ਪਾ ਯਾਰ, 70 ਕਰ। ਅੱਛਾ ਚੱਲੀਏ ਫਿਰ ਆਪਾਂ ਹੁਣ ਨਿਬੜ ਕੇ ਕੰਮ। ਮੈਨੂੰ ਲੱਗਦਾ ਵੀ ਇਹ ਇਦਾਂ ਹੀ ਆ। ਹੁਣ ਉਹ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ ਕੀ ਨਹੀਂ ਹੁੰਦਾ ਪਿੰਡ ਵਾਲੇ ਦੱਸ ਦੇਣਗੇ। ਇਹ ਗੱਲ ਤੁਹਾਡੀ ਠੀਕ ਹੈ। 7 ਮਹੀਨਿਆਂ ਨੂੰ ਚੋਣ ਹੈ, ਉੱਥੇ ਪੋਲਿੰਗ ਬੂਥ ਲੱਗਣੇ ਆ, ਉੱਥੇ ਪੋਸਟਰ ਲੱਗਣੇ ਆ, ਉੱਥੇ ਫਿਰ ਡੋਰ ਟੂ ਡੋਰ ਕੰਪੇਨ ਹੋਣੀ ਆ, ਉੱਥੇ ਪਿੰਡ ਦੇ ਵਿੱਚ ਲੋਕਾਂ ਨੂੰ ਸੰਬੋਧਨ ਕਰਨ ਵੀ ਆਉਣਾ। ਮੈਂ ਕਹਿੰਦਾ ਕਿ ਨਾ ਦੇਣਗੇ। ਆਪਾਂ ਵੈਸੇ ਤਾਂ ਸ਼ੱਕ ਨਹੀਂ ਕਰਦੇ ਕਿ ਨਹੀਂ ਦੇਣਗੇ, ਮੈਨੂੰ ਲੱਗਦਾ ਸਭ ਤੋਂ ਪਹਿਲਾਂ ਦੇਣਗੇ। ਚਲੋ ਮੰਨ ਲਓ ਜੇ ਨਹੀਂ ਵੀ ਦਿੰਦੇ, ਪਰ ਲੋਕਾਂ ਦੇ ਕੋਲ ਇੱਕ ਤਰੀਕਾ ਤਾਂ ਆ ਗਿਆ ਨਾ ਕਿ ਭਾਈ ਠੀਕ ਹੈ, ਅਸੀਂ ਕਿਤੇ ਨਹੀਂ ਜਾਣਾ, ਆਪਣਾ ਕੰਮ ਕਰਨਾ। ਜਦੋਂ ਪਤਾ ਲੱਗਿਆ ਕਿ ਸਿਆਸੀ ਲੀਡਰ ਆਇਆ, ਕੋਈ ਮਾੜਾ ਸ਼ਬਦ ਨਹੀਂ ਬੋਲਣਾ, ਸਿਰਫ 3 ਚੀਜ਼ਾਂ ਦਿਖਾਉਣੀਆਂ। ਅਸਲ 'ਚ ਲੋਕ ਨਹੀਂ ਬੋਲੇ, ਸੰਧਾਲੀਆ ਸਾਹਿਬ ਪੰਚਾਇਤੀ ਰਜਿਸਟਰ ਬੋਲਿਆ, ਲੋਕ ਨਹੀਂ ਬੋਲੇ, ਲੋਕਾਂ ਦਾ ਇਕੱਠ ਬੋਲਿਆ ਕਿ ਭਾਈ ਆਹ ਦੇਖੋ ਦਿੱਕਤ ਆ, ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ, ਤੁਹਾਡਾ ਮਾਣ ਕਰਦੇ ਹਾਂ, ਵੋਟਾਂ ਤੁਸੀਂ ਪਿੰਡ 'ਚੋਂ ਲਈਆਂ ਹੋਣੀਆਂ। ਤੇ ਜੇ ਹੁਣ ਆਮ ਬੰਦਾ ਪਿੰਡ ਦਾ, ਆਪਾਂ ਪਿਛਲੇ ਦਿਨ ਵੀ ਗੱਲ ਕੀਤੀ ਸੀ ਨਾ ਕਿ ਅਸੀਂ ਉੱਦਾਂ ਦਾ ਪ੍ਰਸ਼ਾਸਨ ਢਾਂਚਾ ਸਟਰਕਚਰ ਨਹੀਂ ਚਾਹੁੰਦੇ ਕਿ ਅਸੀਂ ਮੰਤਰੀਆਂ ਦੇ ਕੋਲੇ ਜਾ ਕੇ ਹੱਥ ਜੋੜੀਏ, ਅਸੀਂ DC ਸਾਹਿਬ ਦੇ ਦਫ਼ਤਰ ਦੇ ਮੂਹਰੇ ਜਾ ਕੇ ਖੜੇ ਰਹੀਏ, ਅਸੀਂ ਕਿਤੋਂ ਸਿਫਾਰਿਸ਼ਾਂ ਪਵਾਈਏ। ਕਾਹਤੋਂ? ਸਾਡੇ ਲਈ ਤਾਂ ਪੰਚਾਇਤੀ ਰਾਜ ਹੈ ਨਾ ਭਾਰਤ 'ਚ। ਪੰਚਾਇਤੀ ਰਾਜ ਦੇ ਵਿੱਚ ਰਜਿਸਟਰ 'ਚ ਮਤਾ ਪੈ ਗਿਆ ਕਿ ਸਾਨੂੰ ਆ ਚਾਹੀਦਾ, ਉਹ ਮਤਾ ਕਿਤੇ ਉੱਪਰਲੇ ਪਾਸੇ ਪੰਚਾਇਤ ਸਕੱਤਰ ਆਉਂਦਾ ਹੋਊਗਾ, ਫਿਰ ਪੰਚਾਇਤ ਸਕੱਤਰ ਮੁੜ ਕੇ BDPO ਕੋ ਜਾਂਦਾ ਹੋਊਗਾ, BDPO ਸਾਹਿਬ ਦੀਆਂ ਰਿਪੋਰਟਾਂ DC ਸਾਹਿਬ ਕੋ ਜਾਂਦੀਆਂ ਹੋਣਗੀਆਂ, DC ਸਾਹਿਬ ਦੇ ਨਾਲ MLA ਸਾਹਿਬ ਦੀਆਂ, ਮੰਤਰੀ ਸਾਹਿਬ ਦੀਆਂ ਮੀਟਿੰਗਾਂ ਹੁੰਦੀਆਂ ਹੋਣਗੀਆਂ। ਜੇ ਹੁਣ ਸਿੱਧੀ ਉਂਗਲੀ ਦੇ ਨਾਲ ਘਿਓ ਨਿਕਲਦਾ ਹੀ ਨਹੀਂ, ਫਿਰ ਲੋਕਾਂ ਦੇ ਕੋਲੇ ਇਹਦੇ ਤੋਂ ਬਿਨਾਂ ਚਾਰਾ ਕੀ ਹੈ? ਅੱਜ ਸਿਆਸੀ ਲੀਡਰ ਕਹਿੰਦੇ ਆ ਕਿ ਭਾਈ ਸਾਡਾ ਜਮਹੂਰੀ ਹੱਕ ਹੈ, ਸਾਡਾ ਲੋਕਤੰਤਰੀ ਹੱਕ ਹੈ, ਸਾਨੂੰ ਪਿੰਡਾਂ ਜਾਣੋਂ ਕਿੱਦਾਂ ਰੋਕ ਸਕਦੇ ਆ? ਨਹੀਂ ਰੋਕ ਸਕਦੇ। ਪਰ ਮਾੜੀ ਮੋਟੀ ਜਮਹੂਰੀਅਤ ਲੋਕਾਂ ਦੇ ਪੱਖ ਦੀ ਵੀ ਹੋਣੀ ਹੈ। ਜੇ ਕੁਆਂਟਲ ਤੁਹਾਡੀ ਹੈ ਤਾਂ ਪਾਈਆ ਤਾਂ ਲੋਕਾਂ ਨੂੰ ਦਿਓ ਨਾ। ਜਿਹੜੀ ਕੋਈ ਦੇ ਦਿਆਂਗੇ ਯਾਰ, ਕਾਲੇ ਕੋ ਪੈਂਦੇ ਨੇ ਤੁਸੀਂ? ਫਿਰ ਜਿਹੜਾ ਘੇਰਨ ਘੂਰਨ ਵਾਲਾ ਕੰਮ ਉਹ ਠੀਕ ਨਹੀਂ ਯਾਰ। ਇਹ ਘੇਰਿਆ ਥੋੜੀ ਹੈ, ਉਹਨਾਂ ਨੂੰ ਤਾਂ ਦਿਖਾਇਆ। ਨਹੀਂ ਮਤਲਬ ਠੀਕ ਹੈ ਗੱਲ, ਪਰ ਨਹੀਂ ਚੰਗੇ ਲੱਗੀ ਤੇ ਇਦਾਂ ਆ, ਮੈਂ ਤਾਂ ਗੱਲ ਕਰਦਾ। ਪਰ ਨਹੀਂ ਚਲੋ ਇੱਕ ਗੱਲ ਹੈ ਵਾਟ ਸਾਹਿਬ, ਮੇਰੇ ਖਿਆਲ ਨਾਲ ਤੁਸੀਂ ਜਿਹੜੀ ਪਹਿਲਾਂ ਗੱਲ ਕੀਤੀ ਨਾ, ਮੈਂ ਨਾ ਆਪਾਂ ਥੋੜ੍ਹੀ ਜਿਹੀ ਹੋਰ ਕੰਟੀਨਿਊ ਕਰਦੀ ਹੈ। ਜਿੱਦਾਂ ਹੁਣ ਦੇਖੋ ਕਿਸਾਨ ਮੋਰਚਾ ਇੰਨੇ ਲੰਮੇ ਸਮੇਂ ਤੋਂ ਪ੍ਰੋਗਰਾਮ ਦਿੰਦਾ ਆ, ਐਂਡ ਪ੍ਰੋਗਰਾਮ ਦੇਣ ਦੇ ਲਈ ਉਹਨਾਂ ਦੇ ਬਹੁਤ ਵਧੀਆ ਮਾਧਿਅਮ ਨੇ ਕਿ ਸੋਸ਼ਲ ਮੀਡੀਆ 'ਤੇ ਵੀ ਜਾਓ, ਤੁਸੀਂ ਨਿੱਕੇ ਰੈਲੀਆਂ ਵੀ ਕਰੋ, ਤੁਸੀਂ ਸੰਬੋਧਨ ਵੀ ਕਰੋ, ਪਲੱਸ ਜਿਹੜੇ ਉਹਨਾਂ ਦੇ ਲੋਕਲ ਲੈਵਲ ਦੇ ਮੈਂਬਰ ਨੇ ਉਹਨਾਂ ਤੱਕ ਸੁਨੇਹਾ ਸਿੱਧਾ ਪਹੁੰਚਾ ਦਿਓ। WhatsApp ਗਰੁੱਪਾਂ 'ਚ ਵੀ ਭਾਈ ਆਪਣੇ ਪਿੰਡ 'ਚ, ਆਪਣੇ ਗਲੀ ਮਹੱਲੇ 'ਚ ਆਹ ਚੀਜ਼ ਦੀ ਅਨਾਊਂਸਮੈਂਟ ਕਰ ਦਿਓ ਕਿ ਆਪਾਂ ਆਹ ਕਿਹਾ ਤੇ ਆਹ ਨਹੀਂ ਕਿਹਾ। ਉਹਦੇ 'ਚ ਮੇਰੇ ਖਿਆਲ ਨਾਲ ਇਹ ਜ਼ਰੂਰ ਹੋ ਜਾਵੇ, ਕਿਉਂਕਿ ਹੁਣ ਤੱਕ ਮੋਟਾ ਵੇਖ ਲਿਆ ਜਾਵੇ ਤੇ ਮੁੱਦੇ ਲਗਭਗ ਕਲੀਅਰ ਹੈ ਵੀ ਆਹ ਮੁੱਦੇ ਨੇ, ਆਹ ਮਸਲੇ ਨੇ, ਤੇ ਇਹਨਾਂ ਚੀਜ਼ਾਂ ਦਾ ਹੱਲ ਜਵਾਬ ਚਾਹੀਦਾ, ਆਹ ਢੰਗ ਤਰੀਕਾ ਹੋਊਗਾ, ਆਹ ਸਵਾਲ ਹੋਣਗੇ। ਉਹਦਾ ਇੱਕ ਪਰਫਾਰਮਾ ਬਣਾ ਕੇ ਜੇ ਮੇਰੇ ਖਿਆਲ ਨਾਲ ਜਥੇਬੰਦੀਆਂ ਥੱਲੇ ਤੱਕ ਦੇ ਦੇਣ
ਤੇ ਉਹਦੇ ਨਾਲ ਇਹ ਵੀ ਗੱਲ ਕਲੀਅਰ ਹੋ ਜੂਗੀ ਵੀ ਕਿਹੜੀ ਪਾਰਟੀ ਦੇ ਕਿਹੜੇ ਲੀਡਰ ਨੂੰ ਕਿਹੜਾ ਸਵਾਲ ਪੁੱਛਣਾ, ਉਹਦਾ ਢੰਗ ਤਰੀਕਾ ਕੀ ਆ ਤੇ ਉਹਦਾ ਜਿਹੜਾ ਜਵਾਬ ਆ ਉਹ ਕਿਵੇਂ ਹੋਊਗਾ। ਉਹਦੇ ਨਾਲ ਮੇਰੇ ਖਿਆਲ ਨਾਲ ਬੈਨੀਫਿਟ ਇਹ ਆ ਵੀ ਜਿੱਦਾਂ ਹੁਣ ਮੰਨ ਲਓ ਮੈਂ ਇਹ ਸ਼ੱਕ ਜ਼ਾਹਰ ਕੀਤਾ ਵੀ ਇੱਕ ਪਿੰਡ ਸੀ, ਜੇ ਟਰਕੋਲੋਜੀ ਦੇ ਹਿਸਾਬ ਨਾਲ ਮੰਤਰੀ ਸਾਹਿਬ ਉੱਥੋਂ ਨਿਕਲ ਵੀ ਆਏ ਤਾਂ ਜਦੋਂ ਉਹ ਇੱਕ ਪਿੰਡ ਨਹੀਂ ਇੱਕ ਤੋਂ ਵੱਧ ਪਿੰਡਾਂ 'ਚੋਂ ਗੱਲ ਆਊਗੀ, ਫਿਰ ਵੱਧ ਹਲਕਿਆਂ 'ਚੋਂ ਆਊਗੀ ਤੇ ਫਿਰ ਪਹੁੰਚਦੀ ਪੂਰੇ ਪੰਜਾਬ 'ਚੋਂ ਆਊਗੀ ਵੀ ਯਾਰ ਇੱਕੋ ਤਰੀਕਾ, ਇੱਕੋ ਤਰ੍ਹਾਂ ਦੇ ਸਵਾਲ ਨੇ, ਇੱਕੋ ਤਰ੍ਹਾਂ ਦਾ ਢੰਗ ਆ ਉਹਨਾਂ ਦਾ ਕਿ ਵੀ ਹਾਂਜੀ ਸਾਨੂੰ ਇਹਦਾ ਜਵਾਬ ਚਾਹੀਦਾ। ਤੇ ਹੋ ਸਕਦਾ ਕਿ ਕੱਲ੍ਹ ਨੂੰ ਜਦੋਂ ਸਿਰ ਜੋੜ ਕੇ ਬੈਠੀਆਂ ਹੁੰਦੀਆਂ ਸਰਕਾਰਾਂ ਵੀ ਕੋਈ ਨਾ ਕੋਈ ਮੈਨੀਫੈਸਟੋ ਬਣਾਈਏ ਤੇ ਹੋ ਸਕਦਾ ਉੱਥੇ ਕੋਈ ਸਲਾਹਕਾਰ ਕਵੇ ਵੀ ਲੋਕਾਂ ਦੀ ਨਬਜ਼ ਥੋੜ੍ਹੀ ਜਿਹੀ ਜਨਾਬ ਇਸ ਪਾਸੇ ਚੱਲਦੀ, ਜੇ ਆਪਾਂ ਗੱਲ ਕਰਨੀ ਹੈ ਜਾਂ ਪਾਲਿਸੀ ਬਣਾਉਣੀ ਤੇ ਇੱਦਾਂ ਦੀ ਬਣਾ ਲਈਏ, ਮਤਲਬ ਜਿਹਦੇ ਨਾਲ ਇਨ ਫਿਊਚਰ ਵੀ ਕੋਈ ਨਾ ਕੋਈ ਫਾਇਦਾ ਹੋਵੇ। ਇਹ ਜ਼ਰੂਰੀ ਹੈ ਸੰਧਾਲੀਆ ਸਾਹਿਬ। ਮੈਂ ਕਹਿੰਦਾ ਕਿ ਹੋ ਸਕਦਾ ਕਿਸਾਨ ਜਥੇਬੰਦੀਆਂ ਥੋੜੀ ਦੇਰੀ ਕਰ ਜਾਣ, ਜਾਂ ਉਹ ਕੱਲਾ ਹੇਠਲੀ ਪੱਧਰ ਤੱਕ ਇਦਾਂ ਇੰਟਰਫੇਰੈਂਸ ਨਾ ਕਰਨਾ ਚਾਹਣ, ਕਿਉਂਕਿ ਕੰਮ ਹੋਰ ਬੜੇ ਨੇ, ਪਰ ਕਰਨਾ ਚਾਹੀਦਾ। ਜੇ ਕਿਤੇ ਹੋ ਜਾਵੇ ਤਾਂ ਸੋਨੇ ਤੇ ਸੁਹਾਗਾ। ਤੇ ਉਹਨਾਂ ਦਾ ਪ੍ਰੋਗਰਾਮ ਦੇਣਾ, ਬਾਕੀ ਦਾ ਥੱਲੇ ਵਾਲੇ ਜਿਹੜੇ ਉਹਨਾਂ ਦੀ ਮੈਂਬਰ ਨੇ ਉਹਨਾਂ ਨੇ ਲਾਗੂ ਕਰਨਾ। ਦੂਸਰੀ ਗੱਲ ਸੰਧਾਲੀਆ ਸਾਹਿਬ ਇਹ ਹੈ ਕਿ ਇੱਕ ਮੋਟੀ ਗੱਲ ਹੈ, ਜਿਹੜੇ ਵੀ ਲੀਡਰ ਨੇ ਜਿਹੜੇ ਪਿੰਡ ਜਾਣਾ ਉਹਨੂੰ ਵੀ ਪਤਾ ਹੈ ਤੇ ਜਿਹੜੇ ਪਿੰਡ ਆਉਣਾ ਉੱਥੋਂ ਦੇ ਲੋਕਾਂ ਨੂੰ ਵੀ ਪਤਾ ਹੈ। ਚਾਰ ਚੀਜ਼ਾਂ ਲੋਕਾਂ ਦੇ ਵੀ ਜ਼ਿਹਨ 'ਚ ਨੇ, ਲੀਡਰਾਂ ਦੇ ਵੀ। ਸਰਕਾਰੀ ਸਕੂਲ ਹੈਗਾ ਪਿੰਡ 'ਚ, ਜੇ ਹੈਗਾ ਤਾਂ ਅਧਿਆਪਕ ਹੈਗੇ, ਪਹਿਲੀ ਗੱਲ। ਦੂਸਰੀ ਗੱਲ, ਕੋਵਿਡ ਦੇ ਵਿੱਚ ਲੋਕਾਂ ਨੇ ਸਿਹਤ ਦੇਖ ਲਈ ਕਿ ਸਾਡੀ ਕਿੰਨੀ ਕੁ ਹੈ। ਨੇੜੇ ਹਸਪਤਾਲ ਡਿਸਪੈਂਸਰੀ ਹੈਗੀ, ਉੱਥੇ ਡਾਕਟਰ, ਨਰਸਾਂ, ਸਹਾਇਕ, ਕੋਈ ਐਕਸ-ਰੇ, ਕੋਈ ਸਕੈਨਿੰਗ, ਕੋਈ ਦਵਾਈ ਬੂਟੀ ਹੈਗੀ। ਬੜਾ ਕੁਝ ਮੰਗੀ ਜਾਂਦੇ ਨਹੀਂ ਮੰਗੀ ਨਹੀਂ ਜਾਂਦਾ, ਮੈਂ ਕਹਿੰਦਾ ਮੈਂ ਤਾਂ ਫਿਰ ਅਚਾਨਕ ਮੇਰੇ ਅੰਦਰ ਲੀਡਰ ਆ ਜਾਂਦਾ, ਫਿਰ ਮੈਂ ਯਾਰ ਇਹ ਤੇ ਕੋਈ ਜਾਨ ਛਡਾਓ ਯਾਰ, ਕੋਈ ਨਹੀਂ ਦੇ ਦਿਆਂਗੇ ਵੀ। ਤੀਸਰੀ ਗੱਲ ਵੀ ਮੈਂ ਕਹਿੰਦਾ, ਅੱਛਾ ਜੀ ਦੋ ਹੀ ਹੋਈਆਂ? ਨਹੀਂ ਦੋ ਹੀ ਹੋਈਆਂ। ਤੀਸਰੀ ਗੱਲ ਹੈ ਕਿ ਇਹਨਾਂ ਕੋਲ ਘੱਟੋ ਘੱਟ ਪੀਣ ਵਾਲਾ ਪਾਣੀ ਹੈਗਾ। ਚੌਥੀ ਗੱਲ ਜਿਹੜੀ ਬਹੁਤ ਜ਼ਰੂਰੀ ਹੈ ਕਿ ਪਿੰਡ ਦੇ ਵਿੱਚ ਕੋਈ ਇੱਕ ਚੀਜ਼ ਹੈ, ਕਹਿੰਦੇ ਆ ਨਾ ਕਿ ਭਾਈ ਅਸੀਂ ਨਸ਼ਾ ਖਤਮ ਕਰ ਦੇ, ਸਾਰੇ ਅਗਲੇ ਪਿਛਲੇ ਅਸੀਂ ਆਹ ਵੀ ਕਰ ਦੇਣਾ, ਤੁਸੀਂ ਫੌਜ 'ਚ ਭਰਤੀ ਹੋਵੋ, ਤੁਸੀਂ ਪੁਲਿਸ 'ਚ ਭਰਤੀ ਹੋਵੋ, ਤੁਸੀਂ ਨਿਰੋਗ ਚਾਹੀਦੇ ਆ। ਲਾਇਬ੍ਰੇਰੀ ਹੈਗੀ, ਸਟੇਡੀਅਮ ਹੈਗਾ, ਕੋਈ ਨੇੜੇ 25-30 ਕਿਲੋਮੀਟਰ ਦੇ ਉੱਤੇ ਕੋਈ ਕੋਚ ਹੈਗਾ। ਜਾਣੀ ਕਿ ਅਸੀਂ ਜੇ ਮੁੰਡੇ ਕੁੜੀਆਂ ਨੂੰ ਨਿਰੋਏ ਰੱਖਣਾ, ਨਿਰੋਗ ਰੱਖਣਾ, ਮੋਬਾਈਲ ਤੋਂ ਦੂਰੀ ਉਹਨਾਂ ਦੀ ਬਣਾ ਕੇ ਰੱਖਣੀ, ਠੀਕ ਰੱਖਣਾ, ਜਾਣੀ ਸਕੂਲ ਕਿੱਦਾਂ ਦਾ, ਹਸਪਤਾਲ ਕਿੱਦਾਂ ਦਾ, ਪੀਣ ਵਾਲਾ ਪਾਣੀ ਠੀਕ ਹੈ ਕਿ ਨਹੀਂ, ਅਸੀਂ ਟੁੱਟੀ ਸੜਕ ਤੋਂ ਲੰਘ ਜਾਂਗੇ ਮੈਂ ਕਹਿੰਦਾ। ਤੇ ਇਹਦੇ ਤੋਂ ਇਲਾਵਾ ਚੌਥੀ ਚੀਜ਼ ਕਿ ਅਸੀਂ ਨੌਜਵਾਨ ਪੀੜ੍ਹੀ ਨੂੰ ਗਰਕਣ ਤੋਂ ਬਚਾਉਣ ਦੇ ਲਈ ਕੋਈ ਇੱਕ ਆਪਸ਼ਨ, ਕੋਈ ਇੱਕ ਬਦਲ, ਨਾ ਸਾਡੇ ਕੋਲ ਪਾਰਕ ਹੋਵੇ, ਨਾ ਸਾਡੇ ਕੋਲ ਲਾਇਬ੍ਰੇਰੀ ਹੋਵੇ, ਨਾ ਸਟੇਡੀਅਮ ਹੋਵੇ, ਨਾ ਕੋਚ ਹੋਵੇ, ਨਾ ਗਰਾਊਂਡ ਹੋਵੇ। ਜੇ ਚਾਰੇ ਚੀਜ਼ਾਂ ਹੈ ਨਹੀਂ, ਲੀਡਰ ਜਦੋਂ ਵੀ ਕਿਸੇ ਪਿੰਡ 'ਚ ਜਾਣ ਤਾਂ ਇਹ ਮੰਨ ਕੇ ਚੱਲਣ ਕਿ ਆ ਚਾਰ ਹੀ ਸਵਾਲ ਆਉਣੇ, ਪੰਜਵਾਂ ਨਹੀਂ ਆਉਣਾ, ਤੇ ਲੋਕ ਵੀ ਦੇਖਣ, ਹੋਰ ਕੁਝ ਪੁੱਛ ਹੋਵੇ ਨਾ ਹੋਵੇ, ਆਹ ਚਾਰ ਚੀਜ਼ਾਂ ਪੁੱਛ ਲਓ। ਹੋ ਸਕਦਾ ਅਗਲਾ ਕਹੇ ਮੇਰੇ ਕੋਲੋਂ ਨਹੀਂ ਹੋਈਆਂ, ਫਿਰ ਵੀ ਸੁਣ ਲਓ ਉਹਦੀ, ਉਹ ਤੁਹਾਡੇ ਸਾਹਮਣੇ ਦੱਸ ਦੂਗਾ, ਉਹਦੇ ਹੱਥ ਜੁੜਦੇ ਆ, ਜਾਂ ਉਹ ਕਹਿੰਦਾ ਮੈਨੂੰ ਸਮਾਂ ਦੇ ਦਿਓ ਥੋੜ੍ਹਾ ਜਿਹਾ, ਮੇਰੇ ਕੋਲ ਨਹੀਂ ਹੋਇਆ, ਔਖਾ, 5 ਸਾਲਾਂ 'ਚ ਸਾਰਾ ਕੁਝ ਹੋ ਵੀ ਨਹੀਂ ਜਾਣਾ, ਪਰ ਇੱਕ ਜਾਂ ਦੋ ਵੀ ਜੇ ਇਹਦੇ ਵਿੱਚੋਂ ਕੀਤੇ ਆ ਤਾਂ ਸਮਝ ਲਓ ਲੀਡਰ ਪਾਸ ਹੀ ਆ। ਮਤਲਬ ਚਲੋ ਇਦਾਂ ਹੀ ਲਾ ਲਓ, ਮੈਂ ਵੀ ਉਹੀ ਗੱਲ ਕਰ ਰਿਹਾ ਵੀ ਚਲੋ ਇਦਾਂ ਲਾ ਲਓ ਵੀ ਇੱਕ ਪਰਫਾਰਮਾ ਹੋਵੇ ਵੀ ਇਸ ਪਰਫਾਰਮੇ ਦੇ ਹਿਸਾਬ ਨਾਲ ਗੱਲ ਹੋਣੀ, ਕਿਉਂਕਿ ਜੇ ਪੂਰੇ ਪੰਜਾਬ 'ਚੋਂ ਸੇਮ ਪਰਫਾਰਮਾ ਆਊਗਾ, ਸੇਮ ਤਰ੍ਹਾਂ ਦੀਆਂ ਮੰਗਾਂ ਆਉਣਗੀਆਂ, ਸੇਮ ਤਰ੍ਹਾਂ ਦਾ ਢੰਗ ਤਰੀਕਾ ਆਊਗਾ, ਤੇ ਹੋ ਸਕਦਾ ਵੀ ਸਰਕਾਰਾਂ ਵੀ ਉੱਪਰੋਂ ਸੋਚਣ, ਕਿਉਂਕਿ ਜੇ ਇੱਕ ਨਾ ਬਿਜਲੀ ਵਾਲਾ ਮੁੱਦਾ ਚੱਲਿਆ ਵੀ ਭਾਈ ਸਾਹਿਬ ਮਹਿੰਗੀ ਆ, ਹਰੇਕ ਦੇ ਦਿਮਾਗ 'ਚ ਆਇਆ ਨਾ ਵੀ ਮਹਿੰਗੀ ਆ, ਜੇ ਇਹ ਮੁੱਦਾ ਚੱਲਿਆ ਵੀ ਯਾਰ ਕਿਸੇ ਨੂੰ ਜੇ ਫ੍ਰੀ ਦੇ ਸਕਦੇ ਹੋ ਤੇ ਦੇ ਦਿਓ, ਦੇਣ ਵਾਲੇ ਪਾਸੇ ਗੱਲ ਚੱਲੀ ਹੈ ਵੀ ਹਾਂ ਯਾਰ ਫ੍ਰੀ ਕੀਤੀ ਆ ਫਿਰ ਕਰ ਲਓ। ਸੋ ਜੇ ਹੌਲੀ ਹੌਲੀ ਮੇਰੇ ਖਿਆਲ ਨਾਲ ਕੋਈ ਮੁੱਦਾ ਉੱਭਰਦਾ, ਉਸ ਮੁੱਦੇ ਤੇ ਚਰਚਾ ਹੁੰਦੀ ਤਾਂ ਉਹਦਾ ਹੱਲ ਵੀ ਸਰਕਾਰਾਂ ਕੱਢ ਲੈਂਦੀਆਂ। ਗੱਲ ਸਿਰਫ ਇੰਨੀ ਆ ਵੀ ਕਲੀਅਰ ਹੋਵੇ ਵੀ ਚਾਹੀਦਾ ਕੀ ਹੈ। ਆਖਰੀ ਅੱਧਾ ਮਿੰਟ ਲੈਣਾ ਤੁਸੀਂ, ਪੂਰਾ 1 ਮਿੰਟ ਲਾਓ, ਕੋਈ ਗੱਲ ਨਹੀਂ, ਕਿਉਂਕਿ ਕਾਰਨ ਹੈ ਵੀ ਸਾਡੇ ਕੋਲ ਮਿੰਟ ਹੀ ਤੇ ਹੈਗੇ, ਅਸੀਂ ਕਿਹੜਾ ਗ੍ਰਾਂਟ ਦੇਣੀ। ਕਿਉਂਕਿ ਮਨਸ਼ਾ ਆਪਣੀ ਸਿਰਫ ਇਹ ਹੈ ਕਿ ਪਿੰਡ 'ਚ ਕੋਈ ਲੜਾਈ ਨਾ ਪਵੇ, ਕਿਉਂਕਿ ਇਲੈਕਸ਼ਨ ਨਾਲ ਲੀਡਰਾਂ ਨੇ ਆਉਣਾ ਹੀ ਆਉਣਾ, ਧੱਕੇ ਨਾ ਆਉਣਾ। ਆਹ ਹੁਣ ਗੱਲਾਂ ਮਾਰੀਆਂ ਤੁਹਾਡੀਆਂ ਚਾਰ ਮੰਨੀਆਂ ਨਾ, ਨਹੀਂ ਮੈਂ ਉਹਦੇ ਵਿੱਚੋਂ ਪਾਣੀ ਵਾਲੀ ਛੱਡੀ, ਨਹੀਂ ਇਦਾਂ ਕਹਿੰਦਾ, ਇਹੋ ਹੀ ਤੇ ਇੱਕ ਮੁੱਦਾ ਸੀ ਜਿੱਥੋਂ ਮੈਂ ਪੜ੍ਹਨੀ ਸੀ ਗੱਲ, ਕਿਉਂਕਿ ਮੈਂ ਕਹਿਣਾ ਵੀ ਦੇਖੋ ਗੱਲ ਇਹ ਅਗਲੀ ਵਾਰ ਮੈਂ ਆਉਣਾ, ਮੰਨ ਲਓ ਮੈਂ ਲੀਡਰ ਤਾਂ ਚਾਰ, ਅਸੀਂ ਬਣਾਉਣ ਲੱਗੇ ਹਾਂ ਸਕੂਲ ਕਿ ਨਹੀਂ ਬਣਾਉਣ ਲੱਗੇ ਹਾਂ, ਆਹ ਵੇਖੋ ਆ ਚਿੱਠੀ ਤੁਹਾਡੇ ਪਿੰਡ 'ਚੋਂ ਆਈ, ਉਹ ਕਹਿੰਦੇ ਵੀ ਫਲਾਣੇ ਥਾਂ ਦੇ ਰੂੜੀਆਂ ਵਾਲਾ ਥਾਂ ਜਿਹੜਾ ਜੀ ਉਹ ਸਾਡਾ ਵਗਦਾ, ਇਹ ਸਕੂਲ ਵਾਲਿਆਂ ਨੇ ਉਦੋਂ ਕੰਧ ਕੱਢੀ ਹੈ, ਸਾਡਾ ਤੇ ਉਦੋਂ ਦਾ ਕੇਸ ਚੱਲਦਾ, ਅਜੇ ਤੱਕ ਹੁਣ ਮਸਲਾ ਨਹੀਂ, ਉਹ ਸਾਰਾ ਜਿਹੜਾ ਕੰਮ ਉੱਥੇ ਫਸਿਆ ਆ ਕੇ ਵੀ ਥਾਂ ਨਹੀਂ ਕਲੀਅਰ ਹੋਣ ਡਿਆ, ਤਾਂ ਅਸੀਂ ਕੰਧ ਕਿੱਦਾਂ ਕੱਢਦੀ ਸਕੂਲ ਦੀ। ਨਹੀਂ ਗੱਲ ਤੁਹਾਡੀ ਠੀਕ ਹੈ ਸੰਧਾਲੀ ਸਾਹਿਬ, ਮੈਂ ਜਿਹੜੀ ਬੇਨਤੀ ਕਰਨ ਲੱਗਾ, ਮੈਂ ਕਿਹਾ ਯਾਰ ਲੋਕ ਇਕੱਠੇ ਕਰਦੇ ਇਹ ਨਾ ਕਰਿਆ ਕਰੋ। ਸਿਰਫ ਇਹ ਕਹਿੰਦੇ ਕਿ ਕੋਈ ਨਹੀਂ, ਜਿਹੜਾ ਬੰਦਾ ਕੋਈ ਸਿਆਸੀ ਪਾਰਟੀ ਦੇ ਨਾਲ ਜੁੜਿਆ, ਪੰਚਾਇਤ ਨੇ ਗ੍ਰਾਂਟ ਲਈ ਹੈ ਜਾਂ ਪੰਚਾਇਤ ਮੰਤਰੀ ਸਾਹਿਬ ਕੋ, ਐਮਐਲਏ ਸਾਹਿਬ ਕੋ, ਵਿਰੋਧੀ ਧਿਰ ਦੇ ਲੀਡਰ ਕੋ ਜਾਂਦੀ ਰਹੀ ਹੈ, ਤੁਸੀਂ ਪੰਚਾਇਤ ਵਾਲਿਓ ਜਾਂ ਕਈ ਵਾਰੀ ਕੋਈ ਹੋਰ ਮੋਹਤਬਰ ਬੰਦੇ ਹੁੰਦੇ ਪਾਰਟੀਆਂ ਦੇ, ਤੁਸੀਂ ਕਹਿੰਦੇ ਸਾਡੇ ਲੀਡਰ ਨੂੰ ਰੋਕ ਕੇ ਦਿਖਾਓ, ਉਹ ਲੋਕ ਰੋਕਣਾ ਨਹੀਂ ਚਾਹੁੰਦੇ, ਲੋਕ ਤਾਂ ਤੁਹਾਡੇ ਨਾਲ ਜੁੜ ਕੇ ਤੁਹਾਡੇ ਤੋਂ ਕੰਮ ਲੈਣਾ ਚਾਹੁੰਦੇ ਆ। ਜੇ ਉਹ ਆ ਰਹੇ ਆ ਨਾ ਰੋਕਣ ਦੇ ਲਈ ਜਾਂ ਸਵਾਲ ਪੁੱਛਣ ਦੇ ਲਈ, ਤੁਹਾਡੀ ਇੱਜ਼ਤ ਨੂੰ ਢਾਹ ਨਹੀਂ ਲੱਗਦੀ, ਤੁਹਾਡੀ ਇੱਜ਼ਤ ਬਣਦੀ ਹੈ ਕਿ ਤੁਹਾਡੇ ਪਿੰਡ ਦੇ ਲੋਕ ਦੇਖੋ ਜਾਗਰੂਕ ਕਿੰਨੇ ਆ, ਤੁਹਾਡੀ ਇੱਜ਼ਤ ਬਣਦੀ ਹੈ ਕਿ ਲੋਕ ਸਿਰਫ ਇਹ ਪੁੱਛਣਾ ਚਾਹੁੰਦੇ ਆ ਕਿ ਭਾਈ ਕਿਸੇ ਦੇ ਘਰ 'ਚ ਕੈਂਸਰ ਦਾ ਮਰੀਜ਼ ਪਿਆ, ਕਿਸੇ ਦੇ ਨਿਆਣੇ ਨੇ ਜਾ ਕੇ ਕਾਲਜ 'ਚ ਪੜ੍ਹਨਾ ਸੀ ਤੇ ਸਰਕਾਰੀ ਕਾਲਜ 'ਚ ਲੈਕਚਰਰ ਹੈ ਨਹੀਂ, ਉਹਨਾਂ ਕੋਲ ਫੀਸਾਂ ਨਹੀਂ ਦੇ ਹੁੰਦੀਆਂ, ਇਹਦੇ ਤੋਂ ਇਲਾਵਾ ਕਿਸੇ ਦਾ ਨਿਆਣਾ ਕਿੰਨੀਆਂ ਡਿਗਰੀਆਂ ਕਰਕੇ ਘਰੇ ਬੈਠਾ, ਉਹਨੂੰ ਨੌਕਰੀ ਨਹੀਂ ਮਿਲੀ, ਲੋਕ ਬਿਲਕੁਲ ਤੁਹਾਡਾ ਵਿਰੋਧ ਨਹੀਂ ਕਰ ਰਹੇ, ਲੋਕ ਤੰਗ ਆਇਓ ਆ, ਇਸ ਕਰਕੇ ਸਿਰਫ ਤੇ ਸਿਰਫ ਸਵਾਲ ਪੁੱਛਣਾ ਚਾਹੁੰਦੇ ਆ।
ਲੋਕਾਂ ਦੇ ਨਾਲ ਖੜੋਵੋ, ਇੱਕ ਵਾਰੀ ਲੋਕਾਂ ਦੇ ਨਾਲ ਖੜੋ ਜੋ, ਸਰਪੰਚੀ ਵੀ ਤੁਹਾਡੀ, ਬਲਾਕ ਸੰਮਤੀ ਵੀ ਤੁਹਾਡੀ, ਸਭ ਕੁਝ ਤੁਹਾਡਾ। ਵੇਖੋ ਆਹ ਗੱਲ ਤੇ ਨਹੀਂ ਕੀ ਬਣਨੀ, ਲੋਕਾਂ ਦੇ ਨਾਲ ਵੀ ਨਾ ਖੜੋਵੋ, ਪੰਜਾਬ ਨਾਲ ਖੜੋ ਜਾਓ। ਉਹ ਨਹੀਂ ਬਣਨੀ ਬਾਠ ਸਾਹਿਬ, ਕੀ ਕਰਦੇ ਯਾਰ ਉਹ ਇਹੋ ਹੀ ਤੇ ਉਹ ਗੱਲ ਹੈ ਜਿੱਥੋਂ ਮੈਂ ਤੁਹਾਡੇ ਨਾਲ ਸਿੰਘ ਵਸਾ ਕੇ ਬੈਠਾ ਵੀ $5 ਮੈਂ ਜਿੱਤਨੇ। ਇਹ ਨਬਜ਼ ਇੱਕ ਐਸੀ ਹੈ ਜਿਹੜੀ ਲੀਡਰਾਂ ਦੇ ਹੱਥ 'ਚ ਹੈ। ਹੁਣ ਕਾਰਨ ਹੈ, ਮਤਲਬ ਪਿੰਡ ਹੈ, ਪਿੰਡ 'ਚ ਅਸੀਂ ਵੇਖਿਆ ਵੀ 250 ਵੋਟ, 300 ਵੋਟ, 500 ਵੋਟ, ਕਈ ਵੱਡੇ ਪਿੰਡ ਉਹਦੇ 5-5000 ਵੋਟ ਆ। ਹੁਣ ਇਕੱਲੇ ਬੰਦੇ ਨਾਲ ਥੋੜਾ ਮੱਥਾ ਮਾਰਿਆ ਜਾਂਦਾ, ਬੰਦਾ ਉਹਦੇ 'ਚ ਇੱਕ ਜਾਂ ਦੋ ਹੀ ਹੁੰਦੇ ਆ ਬਸ। ਉਹਨਾਂ ਦਾ ਕੰਮ ਹੁੰਦਾ ਵੀ ਸੈਟਿੰਗ ਤੇਰੀ, ਤੰਬੂ ਕਨਾਤ ਚਾਨਣੇ ਵੀਰ ਤੂੰ ਲਾਉਣੀ ਆ, ਗ੍ਰਾਂਟ ਦਾ ਚੈੱਕ ਤੇਰੇ ਕੋਲ ਆਉਣਾ, ਉਹਦੇ 'ਚੋਂ ਕਿੰਨਾ ਕਿੱਥੇ ਵੱਢ ਕੇ ਕਿਵੇਂ ਵਰਤ ਕੇ ਕਿੱਥੇ ਤੂੰ ਆਪਣਾ ਲਾਉਣਾ ਜਾਂ ਕਿੱਥੇ ਪਹੁੰਚਦਾ ਕਰਨਾ ਜਾਂ ਥੋੜਾ ਬਹੁਤ ਵਿਖਾਵਾ ਕਰਨਾ, ਉਹ ਤੇਰਾ। ਹੁਣ ਉਹ ਤੇ ਇੱਕ ਤਰ੍ਹਾਂ ਦੀ ਸਾਡੀ ਕੜੀ ਹੈ ਪਿੰਡਾਂ ਦੇ ਨਾਲ ਜੁੜਨ ਦੀ, ਤੇ ਉੱਥੇ ਹੀ ਹੁੰਦਾ। ਹੁਣ ਜੇ ਮੰਨ ਲਓ ਵੀ ਇਹ ਮੰਤਰੀ ਸਾਹਿਬ ਜਿਹੜੇ ਦਾ ਵੀ ਹੋਇਆ ABC, ਆਪਾਂ ਇਹਦੀ ਗੱਲ ਨਹੀਂ ਕਰਦੇ, ਇਹ ਤੋਂ ਪਿੱਛੇ ਵੀ ਲਾ ਲਓਗਾ, ਆਉਣ ਵਾਲੇ ਦਿਨਾਂ ਜਿੱਥੇ ਵੀ ਹੋਊਗਾ ਉੱਥੇ ਤੁਸੀਂ ਜਿਹੜਾ ਵੀ ਮੋਹਤਵਾਰ ਬੰਦਾ ਜੇ ਕਿਤੇ ਕੋਈ ਹੋਵੇ, ਜੇ ਇੰਨੀ ਹਿੰਮਤ ਰੱਖਦੇ ਹੋ ਤੇ ਟਿੱਪਣੀ ਜ਼ਰੂਰ ਕਰਿਓ ਵੀ ਸ਼ਾਮ ਨੂੰ ਫੋਨ ਨਹੀਂ ਆਇਆ, ਮੈਂ ਲੱਗਾ ਦੱਸ ਹਾਂ ਤੂੰ ਕੀ ਕਰਦਾ ਉਦੋਂ ਉੱਥੇ, ਤੈਨੂੰ ਨਹੀਂ ਪਤਾ ਵੀ ਉੱਥੇ ਕਿਹੜੇ ਬੰਦੇ ਇਕੱਠੇ ਹੋਏ ਆ। ਮੈਂ ਦੱਸਾਂ ਲੱਗੀ ਹੁਣ ਫਿਰ ਸਾਨੂੰ ਹੋਣਾ ਕੀ ਹੈ, ਸਰਪੰਚੀ ਵਾਲੇ ਤੇ ਉਹਨਾਂ ਅੱਖਾਂ 'ਚ ਘਸੁੰਨ ਲੈ ਰੋਣਾ ਵੀ ਮੈਂ ਮਾਰਿਆ ਜਾਊਂਗਾ। ਹੁਣ ਉਹਨਾਂ ਸਾਰੇ ਸੱਜਣਾਂ ਨੂੰ ਇੱਕੋ ਹੀ ਬੇਨਤੀ ਹੈ ਕਿ ਭਾਈ ਤੁਹਾਨੂੰ ਲੀਡਰ ਤਾਂ ਨਾਲ ਰੱਖਦੇ ਆ ਕਿਉਂਕਿ ਬੰਤਾ ਸਿੰਘ ਨੂੰ ਨਹੀਂ ਨਾਲ ਰੱਖਦੇ, ਸੰਤਾ ਸਿੰਘ ਨੂੰ ਵੀ ਨਹੀਂ ਨਾਲ ਰੱਖਦੇ। ਉਹ ਇਸ ਕਰਕੇ ਰੱਖਦੇ ਆ ਕਿ ਬੰਤਾ ਸੂ ਸਰਪੰਚ ਆ, ਸੰਤਾ ਸੂ ਲੰਬੜਦਾਰ ਆ, ਰਾਮ ਰੱਖਾ ਹੋਰੀ ਜਿਹੜੇ ਨੇ ਉਹ ਵੱਡੇ ਬੰਦੇ ਨੇ, ਆਪਣੇ ਭਾਈਚਾਰੇ ਦੇ ਸਿਰੇ ਦੇ ਬੰਦੇ ਨੇ, ਕਿਉਂਕਿ ਤੁਹਾਡੇ ਨਾਲ ਲੋਕ ਨੇ, ਤੁਹਾਡੀ ਕੋਈ ਕੀਮਤ ਨਹੀਂ। ਜਿਹੜੇ ਸਥਾਨਕ ਲੀਡਰ ਨੇ, ਲੀਡਰ ਬੰਦੇ ਦੀ ਇਕੱਲੇ ਦੀ ਕੋਈ ਕੀਮਤ ਨਹੀਂ, ਕਿਉਂਕਿ ਉਹਦੇ ਪਿੱਛੇ ਇੱਕ ਬਹੁਤ ਵੱਡਾ ਵਰਗ ਆ। ਤਾਂ ਜੇ ਵਰਗ ਸਵਾਲ ਪੁੱਛਣਾ ਚਾਹੂਗਾ, ਜੇ ਆਪਣੀ ਕੀਮਤ ਕਾਇਮ ਰੱਖਣੀ ਹੈ, ਜੇ ਕੀਮਤ ਕਾਇਮ ਰੱਖਣੀ ਹੈ ਤਾਂ ਲੋਕਾਂ ਨਾਲ ਜੁੜ ਜਾਓ, ਨਹੀਂ ਤਾਂ ਵੋਟਾਂ ਪੈਣੀਆਂ। ਜੇ ਡੱਬੇ ਦੇ ਵਿੱਚੋਂ ਘੱਟ ਨਿਕਲੀਆਂ, ਤੁਹਾਨੂੰ ਦਰ ਵੀ ਆਪਣਾ ਟੱਪਣ ਦੇਣਗੇ ਤਾਂ ਗੱਲ ਕਰਿਓ। ਲਓ ਜੀ, ਇਹ ਤਾਂ ਹੁਣ ਇਹ ਤੁਸੀਂ ਹੁਣ ਇਹ ਤੁਹਾਡੇ ਤੇ ਗੱਲ ਸੁੱਟਦੀ ਹੈ। ਦੇਖੋ ਮੈਂ ਐਵੇਂ ਆਖਾਂ ਵੀ ਮੈਂ ਜਿਹੜੀ ਗੱਲ ਕਹਿੰਦਾ ਉਹ ਸਹੀ ਆ ਜਾਂ ਬਾਠ ਸਾਹਿਬ ਕਹਿੰਦੇ ਉਹ ਸਹੀ ਆ, ਤੁਹਾਨੂੰ ਜੋ ਸਹੀ ਲੱਗਦਾ ਟਿੱਪਣੀ ਤੁਸੀਂ ਕਰਦੇ। ਨਿਬੜ ਗਈ ਗੱਲ ਆਪਣੀ, ਗਿਣਨਾ ਗੱਲ ਨੂੰ ਆ ਜਾਓ ਹੁਣ ਅੱਗੇ ਆਪਾਂ ਚੱਲੀਏ ਫਿਰ। ਹੁਣ ਕੈਪਟਨ ਸਾਹਿਬ ਨੂੰ ਵੀ ਸੱਦ ਲਿਆ, ਉਹਦੇ ਸਿੱਧੂ ਸਾਹਿਬ ਨੂੰ ਵੀ ਸੱਦ ਲਿਆ। ਉਹ ਕਹਿੰਦੇ ਆਓ ਯਾਰ ਦੋਵੇਂ ਆਓ, ਇੱਕ ਨਾ ਨਬੇੜੀ ਯਾਰ ਤੁਹਾਡੀ ਗੱਲ, ਰੌਲਾ ਕਾਹਦਾ। ਮੈਨੂੰ ਲੱਗਦਾ ਉਹਨਾਂ ਦਾ ਵੀ ਆਪਣੇ ਵਾਲੇ ਰੌਲਾ ਨਹੀਂ, ਆਪਣਾ ਤੇ ਵੱਡਾ ਰੌਲਾ ਨਾ, $5 ਦਾ ਰੌਲਾ ਯਾਰ, ਉਹ ਤਾਂ ਨਿੱਕੀ ਮੋਟਾ ਐਵੇਂ ਕੋਈ ਕਹਿੰਦਾ ਯਾਰ ਕੁਰਸੀ ਹੈ ਨਹੀਂ, ਕੋਈ ਕਹਿੰਦਾ ਚੌਧਰ ਹੈ ਨਹੀਂ, ਉਹ ਰੌਲਾ ਛੋਟਾ ਯਾਰ, ਮਾਮੂਲੀ ਗੱਲ ਹੈ ਉਹ। ਹੁਣ ਕਾਰਨ ਇਹ ਆ ਵੀ ਮੈਨੂੰ ਇਹ ਨਹੀਂ ਸਮਝ ਆਈ ਕਿ ਵੀ ਜਿਹੜੀ ਮਤਲਬ ਕਾਂਗਰਸ ਹਾਈਕਮਾਨ ਆ ਉਹ ਸੋਚਦੀ ਕੀ ਹੋਊਗੀ ਕਿ ਵੀ ਯਾਰ ਕਰੀਏਗੀ। ਜਿੱਦਾਂ ਹੁਣ ਮੰਨ ਲਓ ਇੱਥੋਂ ਮੈਂ ਆਖਾਂ ਵੀ ਮੈਨੂੰ ਜਿੰਨੀ ਕੁ ਸਮਝ ਆ, ਮੈਨੂੰ ਕੋਈ ਬਦਲ ਨਹੀਂ ਨਜ਼ਰ ਆਉਂਦਾ ਜਿਹੜਾ ਕੋਈ ਸ਼ੂ ਮੰਤਰ ਉੱਥੋਂ ਦਿੱਲੀ ਤੋਂ ਆਮ ਆਦਮੀ ਆਮ ਆਦਮੀ ਪਾਰਟੀ ਪਤਾ ਨਹੀਂ ਕਿਉਂ ਦਿਮਾਗ 'ਚ ਆਈ, ਕਿਉਂ ਨਹੀਂ ਕਰਦੇ ਗੱਲ। ਹਾਈਕਮਾਨ ਜਿਹੜੀ ਆ ਵੀ ਉਹ ਐਂ ਝੋਲੀ 'ਚ ਪਾ ਦੇਵੇ ਵੀ ਬਸ ਹੁਣ ਦੱਸੀ ਨਾ ਕਿਸੇ ਨੂੰ, ਆ ਮੁੱਠ ਘੁੱਟ ਲਾ, ਹੈ ਨਾ। ਦੂਸਰੀ ਚੀਜ਼ ਆਖੇ ਲੈ ਤੇਰੇ ਮੁੱਠ 'ਚ ਰੱਖਦੀ, ਹੁਣ ਤੂੰ ਕਿਸੇ ਨੂੰ ਦੱਸੀ ਨਾ। ਹੁਣ ਜਾਂ ਤੇ ਹੋਏ ਨਾ ਵੀ ਉਹ ਗੱਲ ਕਿਸੇ ਨੂੰ ਪਤਾ ਨਹੀਂ ਲੱਗਣੀ, ਜਾਂ ਉਹ ਪੰਜਾਬੀਆਂ ਨੂੰ ਦਿਸਣੀ ਨਹੀਂ ਵੀ ਕੀ ਹੋਇਆ, ਕੀ ਸਮਝੌਤਾ, ਕਿਹਨੂੰ ਕੀ ਮਿਲਣਾ ਕੀ ਨਹੀਂ ਮਿਲਣਾ। ਜੇ ਤੇ ਅੰਦਰ ਬਹਿ ਕੇ ਨਿਬੇੜ ਲੈਣੀ ਉਹ ਫਿਰ ਤੇ ਚਲੋ ਆਪਾਂ ਮੰਨ ਲੈਂਦੇ, ਪਰ ਜਦੋਂ ਮਸਲੇ ਸਾਰਿਆਂ ਦੇ ਸਾਹਮਣੇ ਆ, ਰੌਲਾ ਰੱਪਾ ਇੱਕ ਦੂਜੇ ਦੇ ਸਾਹਮਣੇ ਪਿਆ, ਤੇ ਜਦੋਂ ਕਲੀਅਰ ਹੋਇਆ ਵੀ ਭਾਈ ਸਾਹਿਬ ਇਹਨੇ ਨਹੀਂ ਕੀਤਾ, ਉਹ ਕਹਿੰਦੇ ਕੀਤਾ, ਤੇ ਫਿਰ ਉੱਪਰੋਂ ਕਿਹੜਾ ਐਸਾ ਸਮਝੌਤਾ ਜਾਂ ਸ਼ੂ ਮੰਤਰ ਹੈ ਜਿਹੜਾ ਹਾਈਕਮਾਨ ਕਰਕੇ ਭੇਜ ਦੂੰ। ਸੰਧਾਲੀਆ ਸਾਹਿਬ, ਸਮਝੌਤਾ ਹੋਣਾ ਕਿ ਨਹੀਂ ਹੋਣਾ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦਾ, ਇਹਦੇ ਬਾਬਤ ਦੱਸਣ ਤੋਂ ਪਹਿਲਾਂ ਤੁਸੀਂ ਦੱਸਿਆ ਨਾ ਕਿ ਹਾਈ ਕਮਾਂਡ ਕਿਉਂ ਸੋਚਦੀ ਹੈ, ਇੰਨੀ ਗੰਭੀਰ ਕਿਉਂ। ਰਾਹੁਲ ਗਾਂਧੀ ਮਿਲਦੇ ਆ, ਬੀਬੀ ਪ੍ਰਿਯੰਕਾ ਗਾਂਧੀ ਮਿਲਦੇ ਆ, 3 ਮੈਂਬਰੀ ਕਮੇਟੀ ਮਿਲਦੀ ਆ, ਆਪਸ 'ਚ ਗੱਲਾਂ ਕਰਦੇ ਆ, ਫਿਰ ਸਿੱਧੂ ਨੂੰ ਮਿਲਦੇ ਆ, ਫਿਰ ਕੈਪਟਨ ਨੂੰ ਸੱਦਦੇ ਆ, ਨਾਲ ਹੀ ਮਗਰ ਸਿੱਧੂ ਨੂੰ ਕਹਿੰਦੇ ਅਗਲੀ ਬੱਸੇ ਤੂੰ ਵੀ ਚੜਿਆ ਭਾਈ। ਉਹਦਾ ਇੱਕ ਕਾਰਨ ਹੈ, ਬੀਬੀ ਸੋਨੀਆ ਗਾਂਧੀ ਢਿੱਲੇ ਰਹਿੰਦੇ ਆ। ਉਹਨਾਂ ਨੇ ਇੱਕ ਦਿਨ ਰਾਹੁਲ ਗਾਂਧੀ ਤੇ ਬੀਬੀ ਪ੍ਰਿਯੰਕਾ ਗਾਂਧੀ ਨੂੰ ਆਪਣੇ ਦਿੱਲੀ ਵਾਲੇ ਘਰੇ ਸੱਦਿਆ, ਕਹਿੰਦੇ ਛੱਤ ਤੇ ਚਲੀਏ। ਚਲੋ ਛੱਤ ਤੇ ਗਏ ਤੇ ਉੱਪਰ ਜਾ ਕੇ ਐ ਸੈਨਤ ਮਾਰੀ, ਉਹ ਉੱਤਰ ਪ੍ਰਦੇਸ਼ ਦੇ ਉੱਪਰ ਦੀ ਹੋ ਕੇ ਦੇਖਿਆ ਐਂ ਕਰਕੇ, ਅੱਛਾ ਉਹ ਬਿਹਾਰ ਆ, ਨਹੀਂ ਲੱਭਾ ਕੁਛ, ਕਹਿੰਦੇ ਨਹੀਂ। ਉਹ ਬਿਹਾਰ ਤੋਂ ਵੀ ਪਰਲੇ ਪਾਸੇ ਨੂੰ ਥੋੜ੍ਹੀਆਂ ਹੋਰ ਅੱਡੀਆਂ ਚੱਕ ਕੇ ਤਾਂ ਨੂੰ ਦੇਖਿਆ, ਅੱਛਾ ਉਹ ਫਿਰ ਬੰਗਾਲ ਚੋਂ ਵੀ ਨਹੀਂ ਲੱਭਿਆ, ਨਹੀਂ। ਥੋੜ੍ਹੀ ਸੈਨਤ ਐਨੂੰ ਮਾਰੀ, ਉਹ ਕੇਰਲਾ 'ਚ ਕੀ ਬਣਿਆ, ਕਹਿੰਦੇ ਬੀਬੀ ਜੀ ਨਹੀਂ ਲੱਭਿਆ, ਉਰਲੇ ਪਾਸੇ ਨੂੰ ਆ ਜਾਓ। ਅੱਛਾ ਫਿਰ ਉਧਰਲੇ ਪਾਸੇ ਮਹਾਰਾਸ਼ਟਰ ਸਰਕਾਰ ਡਿੱਗਣ ਨੂੰ ਕਰਦੀ ਹੈ, ਫਿਰ ਥੋੜੀ ਜਿਹਾ ਨੇੜੇ ਆਓ, ਮੱਧ ਪ੍ਰਦੇਸ਼ ਸਰਕਾਰ ਟੁੱਟ ਗਈ, ਸਿੰਧੀਆ ਭਾ ਚਲੇ ਗਿਆ। ਇੱਕ ਭੁੱਲ ਗਏ ਤੁਸੀਂ, ਹਾਂਜੀ, ਉਹ ਕਹਿੰਦੇ ਪੁਡੂਚੇਰੀ ਹੁੰਦਾ ਸੀ ਆਪਣੇ ਕੋਲ ਨਿਗਾਹ ਜਿਹਾ ਇੱਕ, ਉਹ ਪਿੱਛੇ ਰਹਿ ਗਿਆ। ਕਹਿੰਦੇ ਨਹੀਂ ਉਹ ਤਾਂ ਲੈ ਗਏ ਜੀ, ਮੰਮੀ ਹੈ ਨਹੀਂ ਉੱਥੇ ਆਪਣੀ ਸਰਕਾਰ। ਥੋੜਾ ਜਿਹਾ ਉਰਲੇ ਪਾਸੇ ਨੂੰ ਕਹਿੰਦੇ ਉੱਤਰ ਪ੍ਰਦੇਸ਼, ਕਹਿੰਦੇ ਉੱਤਰ ਪ੍ਰਦੇਸ਼ ਹੁਣ ਵੀ ਕੁਛ ਹੈ ਨਹੀਂ, ਗਾਹਾਂ ਵੀ ਕੁਛ ਨਹੀਂ ਲੱਗਦਾ ਹੋਰ 7 ਮਹੀਨਿਆਂ ਨੂੰ। ਫਿਰ ਕਹਿੰਦੇ ਥੋੜਾ ਜਿਹਾ ਐਨੂੰ ਆ ਰਾਜਸਥਾਨ 'ਚ ਸਰਕਾਰ ਆਪਣੀ ਪਰ ਹਿੱਲੀ ਲੱਗਦੀ ਆ, ਸਚਿਨ ਦਾ ਕੋਈ ਪਤਾ ਨਹੀਂ ਉਹਨੇ ਕਦੋਂ ਛੱਕਾ ਮਾਰ ਕੇ ਕਿੱਧਰਲੇ ਪਾਸੇ ਨੂੰ ਚਲੇ ਜਾਣਾ। ਫਿਰ ਕਹਿੰਦੇ ਛੱਡੋ ਤੁਸੀਂ ਐਵੇਂ ਡਰਾਈ ਜਾਂਦੇ ਆ, ਪਰ ਇਹ ਹਰਿਆਣੇ 'ਚ ਆਪਣੇ ਹੈ ਨਹੀਂ 31 MLA ਆ, ਉਹ ਕਹਿੰਦੇ ਹੁੱਡੇ ਦੇ ਮੁੰਡੇ ਨੂੰ ਦਪਿੰਦਰ ਨੂੰ ਬਣਾਓ ਤੇ ਉਹ ਬੀਬੀ ਜਿਹੜੀ ਤੁਸੀਂ ਲਾਈ ਆ ਪ੍ਰਧਾਨ ਉਹਨੂੰ ਲਾ ਦਿਓ, ਸਾਡਾ ਉੱਥੇ ਵੀ ਰੌਲਾ। ਥੋੜਾ ਜਿਹਾ ਅੱਗੇ ਪਾਸੇ ਚਲੋ, ਅਗਲੇ ਪਾਸੇ ਕਿੱਥੇ ਪੰਜਾਬ, ਉੱਥੇ ਤਾਂ ਸਰਕਾਰ ਆ, ਕਹਿੰਦੇ ਸਰਕਾਰ ਹੈਗੀ ਆ ਪਰ ਸਰਕਾਰ ਵਾਲੇ ਮੰਜੇ ਦੇ ਨਾ ਪਾਵੇ ਹਿੱਲੇ ਜਾ ਫਿਰਦੇ ਆ, ਤੇ 2 ਬੰਦੇ ਆਪਾਂ ਸੱਦੇ ਆ ਅੱਜ, ਬੀਬੀ ਜੀ ਉਹ ਸਾਂਭ ਲਓ, ਜੇ ਸਾਂਭ ਹੁੰਦੇ ਤਾਂ ਅਸੀਂ ਮੀਟਿੰਗਾਂ ਬਹੁਤ ਕੀਤੀਆਂ, ਸਾਡੇ ਤੋਂ ਕੁਝ ਨਹੀਂ ਜੇ ਬਣਿਆ।
ਉਹ ਕਹਿੰਦੇ ਚਲੋ ਫਿਰ ਮੈਨੂੰ ਥੱਲੇ ਲੈ ਜਾਓ, ਸਕੰਜ ਵੀ ਪਿਲਾਓ। ਨਹੀਂ ਗੱਲ ਤਾਂ ਠੀਕ ਹੈ, ਪਰ ਮੈਨੂੰ ਇਹ ਜਾਪਦਾ ਵੀ ਹੋ ਸਕਦਾ ਇਹ ਪਿਕਚਰ ਇੱਕ ਹੋ ਗਈ, ਪਰ ਮੈਨੂੰ ਦੂਜੀ ਪਿਕਚਰ ਵੀ ਲੱਗਦੀ। ਆ ਜਾਓ। ਦੂਜੀ ਪਿਕਚਰ ਇਹ ਲੱਗਦੀ ਵੀ ਮੰਨ ਲਓ ਸੋਨੀਆ ਗਾਂਧੀ ਜੀ ਵਿਚਾਲੇ ਬੈਠੇ ਹੋ, ਹੁਣ ਇਹ ਤੇ ਗੱਲ ਕਲੀਅਰ ਹੋ ਗਈ ਵੀ ਸਿੱਧੂ ਸਾਹਿਬ ਜਿਹੜੇ ਨੇ ਉਹ ਪ੍ਰਿਯੰਕਾ ਗਾਂਧੀ ਹੋਰੀ ਵਾਲੇ ਖੇਮੇ 'ਚ ਨੇ ਤੇ ਇੱਧਰੋਂ ਉਹਨਾਂ ਦੀ ਐਂਟਰੀ ਹੋਈ ਹੈ। ਉਹਦੇ ਮੰਮੀ ਵੀ ਮੈਂ ਕਹਿਤਾ ਨਾ ਵੀ ਆਪਾਂ ਸਿੱਧੂ ਸਾਹਿਬ ਨੂੰ ਆ ਦੇਣਾ ਆਪਾਂ ਗੱਲ ਕਲੀਅਰ ਕਰ ਲਈ, ਬਸ ਹੁਣ ਤੁਸੀਂ ਐਵੇਂ ਬਸ ਨਿਬੇੜ ਦਿਓ। ਪੁੱਛੋ ਇਹ ਵੀਰ ਜੀ ਨੂੰ ਮੰਨਦੇ ਕਿ ਨਹੀਂ ਮੰਨਦੇ, ਵੀਰ ਜੀ ਨੂੰ ਬਾਹਾਂ ਟੰਗੀਆਂ ਹੋਣਾ ਕਰ, ਇੱਦਾਂ ਕਿੱਦਾਂ ਮਤਲਬ ਮੈਂ ਸਿੱਧੂ ਨੂੰ ਤੁਸੀਂ ਆਪ ਹੀ ਤੁਸੀਂ ਮਾਵਾਂ ਧੀਆਂ ਨੇ ਸੈੱਟ ਕਰ ਲਿਆ, ਮੇਰੀ ਕੋਈ ਗੱਲਬਾਤ ਨਹੀਂ ਹੈਗੀ। ਦੱਸੋ ਪਤਾ ਡੈਡੀ ਜੀ ਹੋਣਾ ਕਿੰਨਾ ਪ੍ਰੇਮ ਸੀ ਉਹਨਾਂ ਦਾ ਕੈਪਟਨ ਸਾਹਿਬ ਦਾ, ਹੈ ਨਾ। ਮੰਮੀ ਤੁਸੀਂ ਭੁੱਲ ਗਏ ਹੁਣ, ਉਹ ਪੁਰਾਣੀਆਂ ਗੱਲਾਂ ਸਾਰੀਆਂ ਭੁੱਲ ਗਏ ਤੁਸੀਂ ਹੁਣ, ਮਤਲਬ ਤੁਸੀਂ ਹੁਣ ਉੱਧਰ ਦੀ ਗੱਲ ਕਰਨੀ ਹੈ। ਉਹ ਕਹਿੰਦਾ ਵੀ ਪੁੱਤ ਮੈਂ ਤੇਰੀ ਵੀ ਸੁਣਦੀ ਹਾਂ ਧੀਏ, ਤੇਰੀ ਵੀ। ਇੱਕ ਮਿੰਟ ਮੈਨੂੰ ਪਾਣੀ ਮੰਗਾਓ ਠੰਡਾ, ਮੈਂ ਪਹਿਲਾਂ ਮੈਨੂੰ ਐਵੇਂ ਬੁੱਢੇ ਬਾਰੇ ਇੰਨਾ ਤੰਗ ਨਾ ਤੰਗ ਨਾ ਕਰੋ। ਇਹ ਵੀ ਇੱਕ ਗੱਲ ਹੋਰ ਵੀ ਹੋ ਸਕਦੀ ਹੈ, ਇਹ ਤਾਂ ਹੋ ਗਿਆ ਦੂਜਾ ਸਿਨੈਰੀਓ। ਤੀਜਾ ਸਿਨੈਰੀਓ ਵੀ ਉਹ ਦੋਵੇਂ ਭੈਣ ਭਰਾ ਕਹਿੰਦੇ ਹੁਣ ਵੀ ਆਪਾਂ ਹੁਣ ਇੱਦਾਂ ਕਰਨਾ, ਆਪਾਂ ਇੱਦਾਂ। ਪੁੱਤ ਖੜ ਜਾਓ ਇੱਕ ਮਿੰਟ, ਸਾਹ ਤੇ ਲਓ। ਦੋਵਾਂ ਚੋਂ ਮੰਨਦਾ ਕਿਹੜਾ? ਉਹ ਕਹਿੰਦੇ ਮੰਨਦਾ ਕੋਈ ਨਹੀਂ ਦੋਵਾਂ ਚੋਂ। ਅੱਛਾ ਚਲੋ, ਹੁਣ ਹੋਇਆ ਕੀ, ਪਿਛਲੇ ਦਿਨੀ ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਸੱਦਿਆ ਤੇ ਮੀਟਿੰਗਾਂ ਹੋਈਆਂ, ਕੈਪਟਨ ਸਾਹਿਬ ਦੇ ਧੜੇ 'ਚ ਗੱਲ ਗਈ ਕਿ ਯਾਰ ਸਾਨੂੰ ਮਿਲਦਾ ਕੋਈ ਨਹੀਂ। ਕੈਪਟਨ ਸਾਹਿਬ ਦਿੱਲੀੋਂ ਮੁੜਿਆ ਸੀ, ਗਾਂਧੀ ਪਰਿਵਾਰ 'ਚੋਂ ਕੋਈ ਨਹੀਂ ਮਿਲਿਆ। ਹੁਣ ਕੈਪਟਨ ਸਾਹਿਬ ਨੂੰ ਦਿੱਲੀ ਸੱਦ ਲਿਆ ਤੇ ਅੱਜ ਦੇ ਦਿਨ ਬੀਬੀ ਸੋਨੀਆ ਗਾਂਧੀ ਦੇ ਨਾਲ ਮੀਟਿੰਗ ਹੋਣੀ ਆ। ਲੱਗਦਾ ਹੈ ਕਿ 8 ਤੱਕ ਫੈਸਲਾ ਹੋ ਜੂ। ਆਪਾਂ ਪਹਿਲਾਂ ਵੀ ਕਿਹਾ ਸੀ ਕਿ 8 ਤਰੀਕ ਰੱਖੀ ਆ। ਇੱਕ ਤਾਂ ਉਹਨਾਂ ਨੂੰ ਇਹ ਪੁੱਛਿਆ ਜਾ ਸਕਦਾ ਕਿ ਜਿਹੜੇ 18 ਨੁਕਤੇ ਤੁਹਾਨੂੰ ਕਿਹਾ ਸੀ ਕਿ ਛੇਤੀ ਜਾ ਕੇ ਕੰਮ ਕਰ ਲਓ, ਉਹਨਾਂ ਮੁੱਦਿਆਂ ਦੇ ਉੱਤੇ ਤੁਸੀਂ ਕੀ ਕੀਤਾ, ਪ੍ਰੋਗਰੈਸ ਰਿਪੋਰਟ ਦੇ ਦਿਓ। ਦੂਸਰੀ ਗੱਲ ਕਿ ਨਾਲ ਦੀ ਨਾਲ ਇਹ ਵੀ ਦੇਖੋ ਕਿ ਅਸੀਂ ਚਾਹੁੰਦੇ ਸੀ ਕਿ ਸਿੱਧੂ ਸਾਹਿਬ ਨੂੰ ਆਪਾਂ ਇੱਦਾਂ ਕਰ ਦਈਏ, ਐਡਜਸਟ ਕਰ ਦਈਏ, ਕਿਉਂਕਿ ਕਾਂਗਰਸ ਦੀ ਹਾਈਕਮਾਂਡ ਚਾਹੁੰਦੀ ਦੋਨੋਂ ਇਕੱਠੇ ਰਹਿਣ। ਫੇਰ ਪੰਜਾਬ 'ਚ ਕਾਂਗਰਸ ਪਾਰਟੀ ਦੀ ਕੁਝ ਸੰਭਾਵਨਾ ਹੈਗੀ ਹੈ। ਜੇ ਅੱਡ-ਅੱਡ ਹੋ ਕੇ ਚੱਲਦੇ ਆ, ਗੁੱਸੇ ਚੱਲਦੇ ਆ, ਚਾਹੇ ਇੱਕ ਦੂਜੇ ਦੇ ਸਾਹਮਣੇ ਵਾਰ ਕਰਨ, ਚਾਹੇ ਦਾਤੀ ਜੜ੍ਹਾਂ 'ਚ ਫੇਰਨ, ਫਿਰ ਔਖਾ। ਇਕੱਠੇ ਰੱਖਣ ਦੇ ਲਈ ਇਹ ਪਤਾ ਲੱਗਾ ਕਿ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਹੋਰੀ ਇਹ ਚਾਹੁੰਦੇ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਅਹੁਦਾ ਦੇ ਦਈਏ। ਇਹ ਵੀ ਗੱਲ ਕਲੀਅਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਕੋਈ ਨਹੀਂ ਹਿਲਾਉਣ ਲੱਗਾ। ਪਰ ਇਸ ਲਈ ਅਸਲ 'ਚ ਰੌਲਾ ਇਹ ਹੈ ਹੀ ਨਹੀਂ ਕਿ ਜਿਹੜੀ ਕੁਰਸੀ ਤੇ ਕੈਪਟਨ ਸਾਹਿਬ ਬੈਠੇ ਆ ਉਸ ਕੁਰਸੀ ਤੇ ਬੈਠੂਗਾ ਕੌਣ। ਰੌਲਾ ਸਿਰਫ ਤੇ ਸਿਰਫ ਇਹ ਹੈ ਕਿ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਕਿਹਦੀ ਅਗਵਾਈ 'ਚ ਲੜੀਆਂ ਜਾਣੀਆਂ। ਕੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਲੜੀਆਂ ਜਾਣੀਆਂ, ਜਾਂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੇ ਸੰਗਠਨ 'ਚ ਜਥੇਬੰਦਕ ਤੌਰ ਤੇ ਕੋਈ ਐਸਾ ਅਹੁਦਾ ਦੇਣਾ ਕਿ ਟਿਕਟਾਂ ਦੀ ਵੰਡ ਦੇ ਵਿੱਚ ਉਹਨਾਂ ਦਾ ਜਾਂ ਹਾਈ ਕਮਾਂਡ ਦਾ ਹੀ ਸਿੱਧਾ ਦਖਲ ਹੋਵੇ। ਜਾਣੀ ਕਿ ਅਗਲੀ ਵਾਰੀ ਜੇ ਕਾਂਗਰਸ ਪਾਰਟੀ ਕਿਤੇ ਜਿੱਤਦੀ ਹੈ ਤਾਂ ਉਧਰਲੇ ਪਾਸੇ ਉਹ ਫਿਰ ਚੀਫ ਮਿਨਿਸਟਰ ਹੋਏਗਾ ਕੌਣ। ਰੌਲਾ ਹੀ ਨਹੀਂ ਹੈ। ਹੁਣ ਸਿੱਧੂ ਸਾਹਿਬ ਦੇ ਜਦੋਂ ਰੌਲਾ, ਤੁਸੀਂ ਜਿਹੜਾ ਸ਼ਬਦ ਕਹਿੰਦੇ ਰੌਲਾ ਇੰਨਾ ਹੀ ਆ, ਏਦਾਂ ਨਹੀਂ ਹੈਗਾ। ਠੀਕ ਹੈ, ਇਹੋ ਹੀ ਤੇ ਰੌਲਾ ਆ, ਸਿਰੇ ਦੀ ਗੱਲ। ਏਦਾਂ ਕਹੋ ਵੀ ਆ ਰੌਲਾ। ਤੇ ਇਹ ਰੌਲਾ ਮੈਨੂੰ ਇਦਾਂ ਜਾਪਦਾ ਵੀ ਜਿਹੜਾ ਰੌਲਾ ਕਿਸੇ ਤਨ ਪੱਤਰ ਨਹੀਂ ਲੱਗਣਾ, ਕਿਉਂਕਿ ਜਿਸ ਹਿਸਾਬ ਨਾਲ ਦੋਵੇਂ ਪਾਸੋਂ ਬਿਆਨੀ ਕੰਮ ਹੋ ਗਿਆ ਐਂਡ ਜਿਸ ਹਿਸਾਬ ਨਾਲ ਲੋਕਾਂ 'ਚ ਅਵੇਅਰਨੈਸ ਪਹਿਲਾਂ ਹੁੰਦਾ ਸੀ ਵੀ ਉੱਪਰ ਕਿਤੇ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਤੇ ਪਿੰਡਾਂ 'ਚ ਕਿਤੇ ਬਾਬੇ ਹੋਣਾ ਨੂੰ ਜਿਹੜੇ ਧਰੇਕ ਥੱਲੇ ਬੈਠੇ ਤਾਸ਼ ਕੁੱਟਦੇ ਨਾ, ਉਹਨੂੰ ਕਿਤੇ ਪੁੱਛਣਾ ਹਾਂ ਵੀ ਚਾਚਾ ਪਤਾ ਲੱਗਾ ਵੀ ਉੱਤੇ ਰੌਲਾ ਕਾਹਦਾ। ਪਤਾ ਨਹੀਂ, ਨਿੱਕਿਆ ਉਹ ਰਾਤ ਵਾਲੀਆਂ ਖਬਰਾਂ 'ਚ ਬਾਊ ਦੱਸਦਾ ਤਾਂ ਸੀਗਾ, ਪਤਾ ਨਹੀਂ ਕੁਛ ਸੀਗੀ, ਕੋਈ ਦਿੱਲੀੋਂ ਕੁਛ ਦੱਸਣ ਗਈ ਕਿ ਉਹ ਸੀ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਵੀ ਉੱਤੇ ਕੀ ਚੱਲਦਾ ਕੀ ਨਹੀਂ ਚੱਲਦਾ। ਹੁਣ ਤੇ ਆ ਜਿਹੜੇ ਸੁੱਖ ਨਾਲ ਸਮਾਰਟਫੋਨ ਨੇ, ਉਹ ਬਾਪੂ ਨੂੰ ਸ਼ਾਮ ਨੂੰ ਉਹ ਕਹਿੰਦਾ ਵੀ ਇੱਥੇ ਨਾ ਪੁੱਤ ਖਬਰਾਂ ਲਾ ਕੇ ਚੱਲ ਹੋਰ ਕੋਈ ਚੱਲਣੇ, ਉਹ ਪ੍ਰਾਈਮ ਏਸ਼ੀਆ ਵਾਲੇ ਲਾ ਕੇ ਨਾ ਪੈਨ ਤੇ ਰੱਖ ਦੇ, ਨਾਲੇ ਮੈਂ ਰੋਟੀ ਖਾ ਲੈਣਾ ਨਾਲੇ ਮੈਨੂੰ ਗੱਲਾਂ ਬਾਤਾਂ ਸਾਰੀਆਂ ਦਾ ਪਤਾ ਲੱਗ ਜਾਏ, ਨਾਲੇ ਅਸੀਂ ਹੱਸ ਲਈਦਾ ਨਾਲੇ ਗੱਲਾਂ ਸੁਣ ਲਈਦੀਆਂ ਹੈ ਨਾ। ਆਖਦੇ ਹੁਣ ਉਹ ਜਿਹੜੀ ਇੱਥੋਂ ਤੱਕ ਦੀ ਅਵੇਅਰਨੈਸ ਹੈ, ਉੱਪਰੋਂ ਹੁਣ ਜਿਹੜਾ ਫੈਸਲਾ ਆਇਆ ਉਹਦੇ ਤੇ ਮੈਨੂੰ ਲੱਗਦਾ ਵੀ ਹੋਰ ਕੋਈ ਰਿਐਕਟ ਕਰੇ ਨਾ ਕਰੇ। ਜੇ ਬਾਪੂ ਉਸੇ ਤਰ੍ਹਾਂ ਹੀ ਸ਼ਾਮ ਨੂੰ ਮੰਨ ਲਓ ਪੈਨ ਤੇ ਰੱਖ ਕੇ ਸਮਾਰਟਫੋਨ ਤੇ ਸੁਣਦਾ ਆ ਤੇ ਉਹਨੇ ਨਾਲੇ ਰੋਟੀ ਖਾਈ ਜਾਣੀ ਤੇ ਨਾਲੇ ਪੰਜਾਬੀ 'ਚ ਫਿਰ ਜਿੱਦਾਂ ਦੀਆਂ ਕੱਢਦੇ ਹੁੰਦੇ ਆਪਣੇ ਬਜ਼ੁਰਗ ਉਦਾਂ ਦੀਆਂ ਕੱਢਣੀਆਂ। ਹਾਂ, ਕਿਸੇ ਦੀ ਗੱਲ ਨਹੀਂ ਰਹਿੰਦੇ। ਹਾਂ, ਕਿਸੇ ਦੀ ਗੱਲ ਸੁਣ ਕੇ ਹਾਂ ਇਹਨੇ ਕਰਨਾ ਹੈ ਦੂਜੇ ਨੇ, ਇਹਦਾ ਆਖਰੇ ਲੱਗਦਾ ਸ਼ਾਇਦ ਇਹ ਕਰੇ ਹੀ ਦੇਵੇ, ਇਹਦੀ ਮਾੜੀ ਜਿਹੀ ਗੱਲ ਲੱਗਦੀ। ਸੰਧਾਲੀਆ ਸਾਹਿਬ, ਮੈਨੂੰ ਇੱਕ ਗੱਲ ਇੱਥੇ ਸਾਫ਼ ਤੌਰ ਤੇ ਨਜ਼ਰ ਆਉਂਦੀ ਹੈ। ਉਹ ਗੱਲ ਇਹ ਨਜ਼ਰ ਆਉਂਦੀ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਝਗੜੇ ਪੰਜਾਬ 'ਚ ਪਹਿਲਾਂ ਵੀ ਹੁੰਦੇ ਰਹੇ ਤੇ ਦਿੱਲੀ ਜਾਂਦੇ ਰਹੇ, ਪਰ ਇਹਦਾ ਕੀ ਫਰਕ ਹੈ। ਅੱਗੇ ਤੁਸੀਂ ਪਿਛਲੇ 20 ਸਾਲਾਂ 'ਚ ਦੇਖ ਲਓ ਕਿ ਜਿੰਨੀ ਵਾਰ ਵੀ ਝਗੜਾ ਹੋਇਆ, ਚਾਹੇ ਬਾਜਵਾ ਸਾਹਿਬ ਤੇ ਕੈਪਟਨ ਸਾਹਿਬ ਦਾ, ਚਾਹੇ ਬੀਬੀ ਭੱਠਲ ਤੇ ਕੈਪਟਨ ਸਾਹਿਬ ਦਾ, ਚਾਹੇ ਕੋਈ ਵੀ ਝਗੜਾ ਸੀ, ਚਾਹੇ ਦੂਲੋ ਸਾਹਿਬ ਦਾ ਕੈਪਟਨ ਸਾਹਿਬ ਦਾ, ਉਹਨਾਂ ਸਾਰੇ ਝਗੜਿਆਂ 'ਚ ਜੇ ਕਾਂਗਰਸ ਪਾਰਟੀ ਦੇ 100 ਮੈਂਬਰ ਹੁੰਦੇ ਸੀ ਨਾ, ਜਿਹੜੇ ਵੱਡੇ ਲੀਡਰ, ਉਹਦੇ ਵਿੱਚੋਂ 40 ਕੁ ਇੱਕ ਪਾਸੇ, 50 ਕੁ ਇੱਕ ਪਾਸੇ, ਤਾਂ ਜਿਹੜੇ 10 ਕੁ ਰਹਿੰਦੇ ਹੋਣੇ ਉਹਨਾਂ ਦੇ ਵਿੱਚੋਂ 5 ਕੁ ਆਪਣੇ ਬਲਬੂਤੇ ਹੁੰਦੇ ਸੀ ਤੇ 5 ਕੁ ਦੀ ਸਿੱਧੀ ਹਾਈ ਕਮਾਂਡ ਨਾਲ ਗੱਲ ਹੁੰਦੀ ਸੀ। ਉਹਨਾਂ ਦੇ ਬਾਰੇ ਸਿੱਧਾ ਹੀ ਪਤਾ ਹੁੰਦਾ ਸੀ ਇਹਨਾਂ ਨੇ ਕਿਸੇ ਪਾਸੇ ਨਹੀਂ ਜਾਣਾ, ਜਿੱਧਰ ਹਾਈ ਕਮਾਂਡ ਕਹੂਗੀ ਇਹਨਾਂ ਨੇ ਫੁੱਲ ਚਾੜ ਦੇਣੇ। ਐਤਕੀ ਵੱਖਰਾ ਹੈ। ਐਤਕੀ ਹਾਈ ਕਮਾਂਡ ਨੇ 70% ਦੇ ਕਰੀਬ ਲੀਡਰ ਉਹਨਾਂ ਦੇ ਨਾਲ ਸਿੱਧੀ ਗੱਲ ਕੀਤੀ। ਰਾਹੁਲ ਗਾਂਧੀ ਨੇ ਟੈਲੀਫੋਨ ਐਵੇਂ ਨਹੀਂ ਸੀ ਖੜਕਾਏ ਕਿ ਸਿੱਧੇ 3 ਮੈਂਬਰੀ ਕਮੇਟੀ ਬਣਾ ਕੇ ਟੈਲੀਫੋਨ ਰਾਹੁਲ ਗਾਂਧੀ ਕਰਦੇ ਸੀ, ਗੱਲ ਪ੍ਰਿਯੰਕਾ ਗਾਂਧੀ ਕਰਦੇ ਸੀ। ਦਿੱਲੀ ਸੱਦ ਕੇ 1 to 1 ਜਦੋਂ ਗੱਲਾਂ ਹੋਈਆਂ ਸਿੱਧੇ ਹੀ ਸਾਂਝੇ ਤੌਰ ਤੇ ਨਹੀਂ,
ਉਹਦੇ ਨਾਲ ਕੀ ਹੋਇਆ ਕਿ ਐਤਕੀ ਬਹੁ ਗਿਣਤੀ ਕਾਂਗਰਸ ਪਾਰਟੀ ਦੇ ਵਿਧਾਇਕ ਹਲਕਾ ਇੰਚਾਰਜ ਹਾਈ ਕਮਾਂਡ ਦੇ ਸਿੱਧੇ ਸੰਪਰਕ 'ਚ ਹੈ। ਜੇ ਸਿੱਧੂ ਸਾਹਿਬ ਤਿੜਕਦੇ ਆ, ਕੈਪਟਨ ਸਾਹਿਬ ਤਿੜਕਦੇ ਆ, ਤੇ ਇਹਦਾ ਮਤਲਬ ਇਹ ਨਹੀਂ ਕਿ ਅੱਧੀ ਪੌਣੀ ਪਾਰਟੀ ਤਿੜਕ ਜਾਊਗੀ, ਫਿਰ ਕੁਝ ਬੰਦੇ ਤਿੜਕਣਗੇ, ਪਾਰਟੀ ਖਲੋਤੀ ਰਹੂਗੀ, ਨੁਕਸਾਨ ਤਾਂ ਹੋਊਗਾ। ਪਰ ਐਤਕੀ ਪਹਿਲੀ ਵਾਰੀ ਹਾਈ ਕਮਾਂਡ ਨੇ ਉਹਨਾਂ ਸਾਰੀਆਂ ਗਲਤੀਆਂ ਤੋਂ ਸਬਕ ਸਿੱਖਿਆ ਲੱਗਦਾ ਜਿਹੜੀਆਂ ਗਲਤੀਆਂ ਰਾਜਸਥਾਨ 'ਚ ਹੋਈਆਂ, ਜਿਹੜੀਆਂ ਗਲਤੀਆਂ ਪਹਿਲਾਂ ਯੂਪੀ 'ਚ ਹੋਈਆਂ, ਜਿਹੜੀਆਂ ਗਲਤੀਆਂ ਦਾ ਮੱਧ ਪ੍ਰਦੇਸ਼ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ। ਤੇ ਇੱਥੇ ਹੁਣ 2 ਬਿਆਨ ਹਾਈ ਕਮਾਂਡ ਦੇ ਟੇਬਲ ਤੇ ਪਏ ਹੋਣੇ ਆ, ਇੱਕ ਕੈਪਟਨ ਸਾਹਿਬ ਦਾ, ਇੱਕ ਸਿੱਧੂ ਸਾਹਿਬ ਦਾ। ਨਵਜੋਤ ਸਿੱਧੂ ਨੇ ਕਿਹਾ ਸੀ ਕਿ 300 ਯੂਨਿਟ ਮੁਫਤ ਦਿਓ, ਕੇਜਰੀਵਾਲ ਦੀ ਕਾਟ। ਦੂਸਰਾ ਉਹਨਾਂ ਨੇ ਕਿਹਾ ਸੀ ਕਿ 4 ਰੁਪਏ ਪ੍ਰਤੀ ਯੂਨਿਟ ਤੋਂ ਵੱਧ ਬਿਜਲੀ ਨਹੀਂ ਚਾਹੀਦੀ, ਮਹਿੰਗੀ ਦੇ ਸਕਦੇ ਆ। ਤੀਸਰਾ ਉਹਨਾਂ ਨੇ ਕਿਹਾ ਸੀ ਕਿ 24 ਘੰਟੇ ਦਿਓ, ਤੇ ਚੌਥਾ ਕਿਹਾ ਸੀ ਕਿ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਇੱਕ ਕਾਨੂੰਨ ਪਾਸ ਕਰ ਦਿਓ ਜਿਹਦੇ ਨਾਲ ਪੁਰਾਣਾ ਸਮਝੌਤਾ ਹੀ ਢਹਿ ਢੇਰੀ ਹੋ ਜਾਵੇ। ਤੇ ਕੈਪਟਨ ਸਾਹਿਬ ਨੇ ਕੀ ਕਿਹਾ ਸੀ? ਹੁਣੇ ਕਿਹਾ, ਕਹਿੰਦੇ ਕੇਜਰੀਵਾਲ ਝੂਠ ਬੋਲਦਾ ਹੈ, ਕਿਸਾਨਾਂ ਨੂੰ ਬਿਲਕੁਲ ਮੁਫਤ ਬਿਜਲੀ ਨਹੀਂ, 11 ਰੁਪਏ ਦੀ ਯੂਨਿਟ ਮਿਲਦੀ ਹੈ, ਇੰਡਸਟਰੀਆਂ ਨੂੰ ਇੰਨੇ ਦੀ ਮਿਲਦੀ ਹੈ, ਥੋੜਿਆਂ ਨੂੰ ਮੁਫਤ ਦੇ ਕੇ ਥੋੜਿਆਂ ਦਾ ਖੂਨ ਚੂਸਦੇ ਆ। ਹੁਣ ਜਦੋਂ ਉੱਥੇ ਗੱਲ ਜਾਊਗੀ ਤੇ ਹਾਈ ਕਮਾਂਡ ਵਾਲੇ ਕਹਿਣਗੇ ਲੋਕਾਂ ਤੋਂ ਪਤਾ ਕਰੋ। ਲੋਕਾਂ ਨੂੰ ਇਸ ਗੱਲ ਦੇ ਨਾਲ, ਕਿਉਂਕਿ ਲੋਕਾਂ ਦੇ ਵੀ ਆਪਣੇ ਹਿੱਤ ਆ ਨਾ, ਉਹਨਾਂ ਨੂੰ ਇਸ ਗੱਲ ਦੇ ਨਾਲ ਬਹੁਤਾ ਮਤਲਬ ਨਹੀਂ ਕਿ ਕੇਜਰੀਵਾਲ 11 ਰੁਪਏ ਕਿੱਥੇ ਦਿੰਦਾ ਹੈ। ਉਹਨਾਂ ਨੂੰ ਇਸ ਗੱਲ ਦੇ ਨਾਲ ਵੱਧ ਮਤਲਬ ਹੈ ਕਿ ਸਾਨੂੰ 4 ਰੁਪਏ ਦੇਣ ਦੀ ਗੱਲ ਕੌਣ ਕਰਦਾ ਹੈ। ਹੁਣ ਜੇ ਤਾਂ ਕੈਪਟਨ ਸਾਹਿਬ ਦੇ ਹੱਥ 'ਚ ਗੇਂਦ ਹੈ, ਅੱਜ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਕਿਹਾ ਕਿ ਜੇ ਨਹੀਂ ਪੁਰਾਣੇ ਸਮਝੌਤੇ ਵਧੀਆ ਤਾਂ ਰੱਦ ਕਰ ਦਿਓ, ਜੇ ਹੁੰਦੇ ਆ, ਜੇ ਕੋਈ ਕਾਨੂੰਨੀ ਮਦ ਹੈਗੀ ਆ, ਅਬੇ ਜੇ ਤੁਹਾਡੇ ਜੁਰਤ ਹੈ ਤੇ ਕਰੋ, ਹੈਗੀ ਹਿੰਮਤ ਤਾਂ ਕਰੋ। ਫੇ ਖੜੇ ਆ, ਨਹੀਂ ਰੋਕਦੇ, ਬੰਨੇ ਤੇ ਖੜਾ ਆ, ਬਾਹ ਕੇ ਦਿਖਾਓ। ਇਹ ਤਾਂ ਹੁੰਦੀ ਨਾ, ਡਾਂਗ ਹੁੰਦੀ ਨਹੀਂ ਬੜੀ ਆਹ ਵਾਰਡ ਫਿਰ ਟਰੈਕਟਰ ਵਿੱਚ ਮੈਂ ਰੋਕਣਾ ਨਹੀਂ ਤੈਨੂੰ, ਜੇ ਹਿੰਮਤ ਆ ਤਾਂ ਵੜ, ਇੱਥੇ ਵੜ, ਨਾਲੇ ਡਾਂਗ ਐ ਕਰੀ ਜਾਣੀ। ਚਲੋ, ਪਰ ਇੱਕ ਗੱਲ ਤਾਂ ਕਲੀਅਰ ਹੋ ਗਈ WhatsApp ਕਿ ਵੀ ਸਾਰੇ ਕੁਝ ਦੇ ਵਿੱਚ ਕਾਂਗਰਸ ਪਾਰਟੀ ਅੰਦਰੂਨੀ ਕਲੇਸ਼ ਤਾਂ ਨਿਬੇੜ ਲੂਗੀ, ਪਰ ਇਸ ਅੰਦਰੂਨੀ ਕਲੇਸ਼ ਦੇ ਨਿਬੜਨ ਤੋਂ ਬਾਅਦ ਜਿਹੜਾ ਲੋਕਾਂ ਵਾਲੇ ਪਾਸਿਓਂ ਹੁੰਗਾਰਾ ਆਉਣਾ, ਉਹ ਚੰਗਾ ਆਵੇ ਮਾੜਾ ਆਵੇ, ਇਹਦਾ ਇੰਤਜ਼ਾਰ ਜ਼ਰੂਰ ਕਰ ਲੇ ਕਾਂਗਰਸ ਪਾਰਟੀ। ਨਹੀਂ, ਬਹੁਤ ਜ਼ਰੂਰੀ ਹੈ। ਮਨੀਸ਼ ਤਿਵਾੜੀ ਹੋਰਾਂ ਦਾ ਅੱਜ ਬਿਆਨ ਆਇਆ, ਉਹ ਕਹਿੰਦੇ 7 MLA ਆਮ ਆਦਮੀ ਪਾਰਟੀ ਦੇ ਬਿਲਕੁਲ ਆਉਣ ਨੂੰ ਕਾਹਲੇ ਬੈਠੇ ਆ। ਹੁਣ ਠੀਕ ਹੈ, ਆਮ ਆਦਮੀ ਪਾਰਟੀ ਦੇ 7 MLA ਹੋ ਸਕਦਾ ਬੈਠੇ ਹੁਣ, ਪਰ ਜਾਣ ਕਿੱਧਰ? ਟਰਾਲੀਆਂ ਤੁਸੀਂ 2 ਲਾਈਆਂ ਮਿਲੇ ਜਾਣ ਨੂੰ, ਇੱਕੋ ਹੀ ਥਾਂ ਜਾਣਾ ਹੈ, ਕਿੱਥੇ ਜਾ ਕੇ ਰੋਕਣੀ ਹੈ? ਇਹ ਨਾ ਹੋਵੇ 3 ਉੱਧਰ ਚੜ ਜਾਣ ਤੇ 4 ਉੱਧਰ ਚੜ ਜਾਣ। ਵੈਸੇ ਤਾਂ ਲੱਗਦਾ ਨਹੀਂ ਹੈ। ਆਮ ਆਦਮੀ ਪਾਰਟੀ ਨੇ ਜਿੱਦਾਂ ਆਪਣੀ ਟਰਾਲੀ ਰੋੜੀ ਹੈ ਰੇਡ ਵੱਲੋਂ, ਜਾਣੀ ਹੁਣ ਉਹ ਥੋੜੀ ਰਫ਼ਤਾਰ 'ਚ ਨੇ। ਮੈਨੂੰ ਨਹੀਂ ਲੱਗਦਾ ਕੋਈ ਟੁੱਟ ਕੇ ਆਉਣ ਨੂੰ ਕਾਹਲਾ, ਕਿਉਂਕਿ ਟੁੱਟ ਕੇ ਤੁਹਾਡੇ ਕੋਲ ਆਏ ਵੀ ਵਾਪਸ ਚ ਲੱਗਿਆ ਪਹਿਲਾਂ। ਨਹੀਂ, ਨਾਲੇ ਪਰ ਇੱਕ ਗੱਲ ਸੋਚਣ ਵਾਲੀ ਹੈ ਵੀ ਉਹ ਮਨੀਸ਼ ਤਿਵਾੜੀ ਸਾਹਿਬ ਨੇ ਕਿਉਂ ਕਿਹਾ? ਮਤਲਬ ਵੈਸੇ ਤੇ ਉਹ ਦਿੱਲੀ ਹੁੰਦੇ ਆ, ਹੁਣ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ MLA ਪੰਜਾਬ ਦੇ ਨੇ, ਉਹਨਾਂ ਨੂੰ ਪੰਜਾਬ 'ਚ ਕੋਈ ਲੋਕਲ ਲੀਡਰ ਵੀ ਤੇ ਲੱਭੋ ਯਾਰ, ਕਰਾਓ ਹਾਂ ਗੱਲ ਮੇਰੀ ਮਾੜੀ ਜੀ। ਹੋਰ ਕੋਈ ਹੈ ਨਹੀਂ, 3 ਬੰਦੇ ਜੇ ਤੱਤੇ ਗਏ ਉਹਨਾਂ ਦੇ, ਉਹਨਾਂ ਨਾਲ ਹੀ ਗੱਲ ਕਰ ਲੈਂਦੇ ਵੀ ਉਹ ਕਰਿਓ ਫਿਰ ਗੱਲ ਤੁਸੀਂ ਕਮਾਲੂ ਸਾਹਿਬ ਤੇ ਆਪਣਾ ਉਹਨਾਂ ਸਰਦਾਰ ਜੀ ਨੂੰ ਨਾਲ ਲੈ ਕੇ, ਪਿਰਮਲ ਸਿੰਘ ਖਾਲਸਾ ਹੋਰਾਂ ਨੂੰ ਕਰਿਓ ਫਿਰ ਗੱਲ, ਫਿਰ ਕਿਸੇ ਵੇਲੇ ਆਪਾਂ ਵੀ ਮੁਲਾਕਾਤ ਕਰ ਲਿਆ, ਹੈ ਨਾ। ਹੁਣ ਤਿਵਾੜੀ ਸਾਹਿਬ ਨਾਲ ਮੁਲਾਕਾਤ ਕਿਹੜੇ 7-8 ਬੰਦਿਆਂ ਨੇ ਕਰ ਲਈ, ਇਹ ਵੀ ਇੱਕ ਹੈਰਾਨੀ ਵਾਲੀ ਗੱਲ ਹੈ। ਉਹ ਅਸਲ 'ਚ ਤਿਵਾੜੀ ਸਾਹਿਬ ਨੇ ਇਹ ਤਾਂ ਮੈਨੂੰ ਲੱਗਦਾ ਕਹਿਣਾ ਪੈ ਗਿਆ ਉਹਨਾਂ ਨੂੰ, ਨਾਲ ਕਹਿਣਾ ਤਾਂ ਉਹਨਾਂ ਨੇ ਇਹ ਸੀ, ਕਹਿੰਦੇ ਕੈਪਟਨ ਸਾਹਿਬ ਤੋਂ ਵਧੀਆ ਲੀਡਰ ਨਹੀਂ ਹੈ ਕੋਈ, ਕੈਪਟਨ ਸਾਹਿਬ ਵੀ ਵਧੀਆ ਲੀਡਰ ਨੇ, ਉਹੀ ਮੁੱਖ ਮੰਤਰੀ ਹੋਣਗੇ ਅਗਲੀ ਵਾਰੀ, ਉਹਨਾਂ ਦੀ ਅਗਵਾਈ ਦੇ ਵਿੱਚ ਹੀ ਤਾਂ ਏਡੀਆਂ ਜਿੱਤਾਂ ਦਰਜ ਕੀਤੀਆਂ। ਉਹ ਕਈ ਵਾਰੀ ਹੁੰਦਾ ਨਾ ਕਿ ਕਹਿਣਾ ਪੈਂਦਾ ਆ, ਬੀਬੀ ਮੈਂ ਕਿਹਾ ਸੀ ਹਾਲ ਚਾਲ ਪੁੱਛਿਆ ਵਾ, ਨਾਲੇ 100 ਰੁਪਈਆ ਚਾਹੀਦਾ ਸੀ। ਪਿੰਡਾਂ 'ਚ ਆਮ ਹੀ ਹੁੰਦਾ ਨਾ ਕਿ ਜੇ ਅੱਛਾ ਘਰ ਹੀ ਆ, ਫਿਰ ਮੈਂ ਕਿਹਾ ਵੀ ਉਹ ਹੈ ਨਾ ਵੀ ਪਤਾ ਨਹੀਂ ਲੱਕ 'ਚੋਂ ਪੀੜ ਜੀ ਨਿਕਲਦੀ, ਹੁਣ ਠੀਕ ਹੈ ਪਤਾ ਲੈ ਆਵਾਂ, ਹਾਂ ਵੀ ਰਾਜੀ ਆ। ਨਾਲੇ ਚੁੱਲ੍ਹੇ ਲਈ ਵੇਖਣਾ ਵੀ ਨੋ ਨਿਕਲੀ ਨਹੀਂ, ਪਤਾ ਨਹੀਂ ਚਾਹ ਪਿਆਊਗਾ ਨਹੀਂ ਪਿਆਊ। ਨਹੀਂ, ਗੱਲ ਇਦਾਂ ਦੀ ਲੱਗੀ ਉਹ। ਚਲੋ ਇਹ ਗੱਲ ਤਾਂ ਕਲੀਅਰ ਹੀ ਆ, ਹੁਣ ਇਹ ਤਾਂ ਲੋਕਾਂ ਸਾਹਮਣੇ ਆ ਗਈ। ਪਰ ਚਲੋ ਇਹ ਨਾ ਵੀ ਇਹ ਸਾਰੇ ਕੁਝ ਦੇ ਵਿੱਚ ਹੁਣ ਕਿੱਧਰ ਨੂੰ ਜਾਂਦੀ ਹੈ ਕਹਾਣੀ, ਇਹਦੇ ਟਾਈਮ ਦੱਸੂ। ਪਰ ਜਾਖੜ ਸਾਹਿਬ ਦਾ ਬਿਆਨ ਬੜਾ ਹੈਰਾਨ ਕਰਦਾ। ਹੁਣ ਜਾਖੜ ਸਾਹਿਬ ਕਹਿੰਦੇ ਵੀ ਦੇਖੋ ਜੀ, ਇੰਨੇ ਸਾਲ ਹੋ ਗਏ ਬੱਤੀ ਆਉਣ ਡਈ, ਉਹੀ ਤਾਰਾਂ, ਉਹੀ ਬਲਬ, ਉਹੀ ਮੋਟਰਾਂ, ਸਭ ਕੁਝ ਚੱਲਣ ਡਿਆ ਕਿ ਨਹੀਂ। ਇਹ ਤਾਂ ਕਾਲੀ ਰਲੇ ਆ BJP ਦੇ ਨਾਲ, ਇਹਨਾਂ ਕੁਛ ਕੀਤਾ ਪਿੱਛੋਂ। ਨਹੀਂ, ਉਹਨਾਂ ਨੇ ਤਾਂ ਇੱਥੋਂ ਤੱਕ ਦੋਸ਼ ਲਾਤਾ, ਕਹਿੰਦੇ ਅੱਜ ਤੱਕ ਕਦੇ 2 ਯੂਨਿਟ ਇਕੱਠੇ ਨਹੀਂ ਖਰਾਬ ਹੋਏ ਸੀ ਤਲਵੰਡੀ ਸਾਬੋ ਵਾਲੇ ਪਲਾਟ ਦੇ, ਇਹ ਹੁਣੇ ਹੀ ਖਰਾਬ ਹੋਣੇ ਸੀ। 1 ਮਾਰਚ ਤੋਂ ਖਰਾਬ ਆ, ਜੇ ਅੱਜ ਤੱਕ ਬਣਿਆ ਹੀ ਨਹੀਂ। ਇਹ ਸਾਡੀ ਸਰਕਾਰ ਨੂੰ ਬਦਨਾਮ ਕਰਦੇ ਲੱਗਦੇ। ਉੱਚ ਪੱਧਰੀ ਜਾਂਚ ਹੋਵੇ, ਬਹੁਤ ਵਧੀਆ। ਨਹੀਂ, ਪਰ ਇਹ ਗੱਲ ਆਪਾਂ ਅੱਗੇ ਵੀ ਕੀਤੀ ਇੱਕ ਦਿਨ ਵੀ ਦੇਖੋ ਗੋਂਦਲ ਸਾਹਿਬ ਵਾਲਾ ਜਿਹੜਾ ਉਹ ਵੀ ਪਟਵਾਰੀ ਪ੍ਰਾਈਵੇਟ ਆ, ਤੇ ਜਿਹੜਾ ਅੱਜ ਕੀ ਹੋਈ ਜਾਂਦਾ ਵੀਰ ਜੀ? ਯਾਰ ਕਾਰਨ ਮੈਂ ਦੱਸੂਗਾ ਫਿਰ, ਕੋਈ ਨਹੀਂ ਦੱਸਾਂਗੇ ਟਾਈਮ ਆਉਣ ਤੇ। ਬਣਾ ਵਾਲੀ ਵਾਲਾ ਜਿਹੜਾ ਉਹਦਾ ਵੀ ਕਹਿੰਦੇ ਖਰਾਬ ਚੱਲੀ ਜਾਂਦਾ। ਹੁਣ ਇਹਦਾ ਮਤਲਬ ਇਹ ਹੋ ਗਿਆ ਵੀ ਜਿੱਥੇ ਕੰਮ ਅਗਲਾ ਤਾਂ ਪ੍ਰਾਈਵੇਟ ਤਾਂ ਆਪਾਂ ਤਾਂ ਕਰਦੇ ਨਾ ਵੀ ਵੀਰ ਇਹਨਾਂ ਨੇ ਚੂੜੀ ਚਾੜੀ ਟੈਟ ਕਰਕੇ ਰੱਖਣੀ, ਇਹ ਉਸੇ ਵੇਲੇ ਆ ਜਿਹੜਾ ਵੀ ਬੈਰਿੰਗ ਢਿੱਲਾ ਹੋਵੇ ਨਵਾਂ ਪਾ ਕੇ ਗਰੀਸ ਕਰ ਦਿੰਦੇ। ਪਰ ਜੇ ਹੁਣ ਉਹਨਾਂ ਕੋਲ ਹੀ ਬੈਰਿੰਗ ਨਹੀਂ ਪੈਣ ਡਿਆ ਅਜੇ ਤੱਕ, ਉਹਦੀ ਤਾਂ ਮਤਲਬ ਜਾਖੜ ਸਾਹਿਬ ਦੀ ਗੱਲ 'ਚ ਕੋਈ ਵਜਨ ਹੋ ਸਕਦਾ ਨਹੀਂ। ਢਿੱਲ ਤਾਂ ਹੈਗੀ ਆ, ਤੇ ਜਾਖੜ ਸਾਹਿਬ, ਮੈਂ ਕਹਿੰਦਾ ਜੇ ਜਾਖੜ ਸਾਹਿਬ ਦੇ ਮਨ 'ਚ ਆ ਕਿ ਸਰਕਾਰ ਦੇ ਕਾਹਤੋਂ ਨਹੀਂ ਆਉਂਦੀ, ਜਾਂਚ ਕਰਾ ਲਓ, ਕੋਈ ਰੋਕਦਾ ਥੋੜੀ ਆ। ਪਰ ਜਾਂਚ ਲੰਮੀ ਨਾ ਹੋਵੇ, ਜਾਂਚ 15 ਦਿਨਾਂ ਦੀ ਹੋਵੇ, ਕਿਉਂਕਿ ਉਹ ਥਰਮਲ ਪਲਾਂਟ ਇੱਕ ਜਗ੍ਹਾ ਤੇ ਹੀ ਆ, ਉਹ ਤੁਰੇ ਨਹੀਂ ਫਿਰਦੇ ਕਿ ਟੀਮ ਉੱਥੇ ਜਾਊਗੀ ਤਾਂ ਉਹ ਕਹਿੰਦੇ ਨਹੀਂ 100 ਕਿਲੋਮੀਟਰ ਗਾਂਹ ਲੈ ਗਏ ਅਸੀਂ ਟਾਇਰ ਪਾ ਕੇ,
ਵੈਸੇ ਗੱਲ ਹੀ ਹੈ, ਟੀਮ ਵੀ ਤਾਂ ਪਹਿਲਾਂ ਲੱਭਣੀ ਪੈਣੀ ਹੈ ਨਾ। ਹੁਣ ਮੰਨ ਲਓ ਮੇਰੇ ਵਰਗੇ ਬੰਦੇ ਨੂੰ ਆਖਣ ਵੀ ਤੁਸੀਂ ਇਦਾਂ ਕਰੋ ਵੀ ਤੁਹਾਡੇ ਕੋਲੇ ਤਜਰਬਾ ਦੇ ਵੈਸੇ ਹੈਗਾ ਵੀ ਮਤਲਬ ਤੁਸੀਂ ਝੋਨਾ ਕਿਵੇਂ ਲਾਉਂਦੇ ਹੋ, ਤੇ ਤੁਸੀਂ ਸਾਨੂੰ ਦੱਸਣਾ ਉੱਥੇ ਜਾ ਕੇ ਵੀ ਮਤਲਬ ਜਿਹੜੀ ਬਿਜਲੀ ਵਾਲਾ ਉਹ ਜਨਰੇਟਰ ਹੈ ਉਹਦੇ 'ਚ ਪ੍ਰੋਬਲਮ ਕੀ ਆ ਗਈ, ਤੇ ਮੇਰੇ ਕੋਲ ਉੱਥੇ ਜਾ ਕੇ ਪੁੱਛੀ ਜਾਏ ਭਾਜੀ ਇਹ ਕੋਇਲ ਕਿੰਨੇ ਲੱਗਦੇ ਇਹਦੇ 'ਚ। ਰਾਜਾ ਵੜਿੰਗ ਹੋਰਾਂ ਨੇ ਕੋਇਲ ਸਾੜਿਆ ਕਈ ਆਪਣੇ ਬੰਦਿਆਂ ਦੀ, ਪੁੱਛਾ ਕੀ ਆਂਦੇ ਉਹ ਇਸੇ ਮੁੱਦੇ ਤੇ ਬੋਲੇ ਆ। ਵੈ ਕਈ ਗੱਲ ਕੀਤੀ ਨਾ, ਕਈ ਬੰਦੇ ਹੁੰਦੇ ਉਹ ਕਹਿੰਦੇ ਨਾ ਇੱਧਰ ਨਾ ਉੱਧਰ, ਅਸੀਂ ਹਾਈ ਕਮਾਂਡ ਨਾ, ਤੇ ਰਾਜਾ ਵੜਿੰਗ ਹੋਰੀ ਫਿਰ ਤੁਹਾਨੂੰ ਪਤਾ ਹੀ ਹੈ ਗਿੱਦੜਵਾਹੇ ਤੋਂ ਐਮਐਲਏ ਨੇ। ਹੁਣ ਰਾਜਾ ਵੜਿੰਗ ਹੋਰਾਂ ਨੂੰ ਪੁੱਛ ਲਿਆ ਪੱਤਰਕਾਰਾਂ ਨੇ ਜੀ ਕਿਵੇਂ ਆ, ਤਾਂ ਫਿਰ ਉਹ ਸਿੱਧੇ ਹੋ ਗਏ। ਉਹ ਕਹਿੰਦੇ ਪਹਿਲੀ ਗੱਲ ਕਿ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਦੇ ਆ, ਸਾਡੀ ਡਿਊਟੀ ਸੀ ਲੋਕਾਂ ਨੂੰ ਨਿਰਵਿਘਨ ਬਿਜਲੀ ਦੇਣੀ, ਨਹੀਂ ਦੇ ਸਕੇ ਤਾਂ ਮਾਫੀ ਮੰਗਦੇ ਆ। ਬਣਦਾ ਸਾਡੇ ਸੀਗਾ ਕਿ ਅਸੀਂ ਪਹਿਲਾਂ ਥਰਮਲ ਪਲਾਂਟਾਂ ਨੂੰ ਦੇਖਦੇ, ਜੇ ਮੁਰੰਮਤ ਕਰਾਉਣ ਵਾਲੀ ਸੀ ਕਰਾਉਂਦੇ, ਜੇ ਬੰਦ ਵੀ ਹੋ ਗਿਆ ਸੀ, ਵਿਘਨ ਵੀ ਪੈ ਗਿਆ ਸੀ, ਉਹਨੂੰ ਛੇਤੀ ਦਰੁਸਤ ਕਰਦੇ। ਪਰ ਉਹ ਕਹਿੰਦੇ ਨਾਲ ਇਹ ਵੀ ਗੱਲ ਹੈ, ਮੈਂ ਸਾਫ਼ ਕਹਿ ਦਿੰਦਾ, ਸਰਕਾਰ ਸਾਡੀ ਹੈ, ਮੁੱਖ ਮੰਤਰੀ ਸਾਹਿਬ ਮਾਣਯੋਗ ਸਾਡੇ ਆਨਰੇਬਲ ਕੈਪਟਨ ਅਮਰਿੰਦਰ ਸਿੰਘ ਹੋਰੀ ਮੁੱਖ ਮੰਤਰੀ ਨੇ, ਪੰਜਾਬ ਦੇ ਲੋਕਾਂ ਨੂੰ ਰੇਤਾ ਮੁਫਤ ਦਿਓ। ਮੈਂ ਕਹਿੰਦੇ ਘਰ ਬਣਾਇਆ ਸੀ ਇੰਨੇ ਸਾਲ 'ਚ, ਅਸੀਂ ਮੁਫਤ ਰੇਤਾ ਚੱਕੀ ਹੈ। ਹੁਣ ਰੇਤਾ ਮਹਿੰਗੀ ਬੜੀ ਹੋ ਗਈ ਹੈ। ਮੈਂ ਤਾਂ ਚਾਹੁੰਦਾ ਕਿ ਸਾਡੀ ਸਰਕਾਰ ਹੈ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਰੇਤਾ ਮੁਫਤ ਦਈਏ, ਸਭ ਚੱਕ ਦਈਏ ਕੰਮ। ਬਿਲਕੁਲ। ਨਾਲ ਹੀ ਉਹਨਾਂ ਨੇ ਵੀ ਕਹਿਤਾ, ਕਹਿੰਦੇ ਅੱਜ ਸੁਖਬੀਰ ਸਿੰਘ ਬਾਦਲ ਖੱਡਾਂ ਤੇ ਜਾ ਕੇ ਛਾਪੇ ਮਾਰਦੇ ਆ, ਕਰੋੜਾਂ ਰੁਪਈਆ ਇਹਨਾਂ ਦੀ ਸਰਕਾਰ ਦੇ ਵੇਲੇ ਕਹਿੰਦੇ ਸਵੇਰੇ ਹੀ ਇਹਨਾਂ ਦੇ ਘਰੇ ਆ ਜਾਂਦਾ ਸੀ। ਮੈਨੂੰ ਇਸ ਗੱਲ ਦੀ ਹੈਰਾਨੀ ਹੈ। ਠੀਕ ਹੈ ਰੇਤਾ ਜੇ ਮੁਫਤ ਹੋ ਜੇ ਵੜਿੰਗ ਸਾਹਿਬ ਬਹੁਤ ਵਧੀਆ, ਤੜਾਗੀਆਂ ਤੋਂ ਬਾਅਦ ਰੇਤਾ, ਪਰ ਨਾਲ ਦੀ ਨਾਲ ਇਹ ਵੀ ਗੱਲ ਇੰਪੋਰਟੈਂਟ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਘਰੇ ਰੇਤਾ ਵਾਲੇ ਬੰਦੇ ਸਵੇਰੇ ਸਵੇਰੇ 5 ਕਰੋੜ ਰੱਖ ਜਾਂਦੇ ਸੀ, ਮੈਨੂੰ ਲੱਗਦਾ ਕਿ 5 ਕਰੋੜ ਦੀ ਗੱਲ ਕੀਤੀ ਤਾਂ ਸਾਲ ਵੀ ਤਾਂ 5 ਹੋ ਗਿਆ, ਜਾਂਚ ਕਰਾ ਲੈਣੀ ਚਾਹੀਦੀ ਸੀ। ਉਹ ਟਾਈਮ ਹੀ ਨਹੀਂ ਲੱਗਾ ਨਾ, ਟਾਈਮ ਨਾਲੇ ਹੋਇਆ ਵੀ ਕਿਹੜਾ 4.5 ਸਾਲ ਹੋਏ, ਕੀ ਕਰਦੇ ਜੇ ਬਾਟ ਸਾਹਿਬ ਯਾਰ, ਤੁਸੀਂ ਮੈਨੂੰ ਕਾਲੇ ਪੈ ਇੰਨੀ। ਮੈਂ ਤੈਨੂੰ ਕਿੰਨੇ ਰੱਖਿਆ ਵੀ 15 ਸਾਲ ਚਾਹੀਦੇ ਆ, ਜੇ ਚੋਣ ਕਮਿਸ਼ਨ ਸੁਣਦਾ ਹੋਵੇ ਤੇ ਜ਼ਰੂਰ ਕਰਨ। ਤੁਸੀਂ 10 ਸਾਲ ਘਟਾ ਨਹੀਂ ਦਿੱਤੇ, ਅੱਗੇ 25 ਸਾਲਾਂ ਦੀ ਗੱਲ ਤਾਂ ਚੱਲਦੀ ਯਾਰ 25 ਵਾਲਾ ਕੰਮ ਫੇਲ ਹੋ ਗਿਆ ਨਾ ਸਾਡਾ, ਉਦੋਂ 25 ਸਾਲ ਰਾਜ ਤੇ ਕਰਨਾ, ਫਿਰ ਗੱਲ ਬਣੀ ਨਹੀਂ। ਮੈਂ ਕਿਹਾ ਵੀ 10 ਸਾਲ ਹੀ ਮਾਂ ਕੱਢਦੇ ਲੋਕੀ, ਅਸੀਂ ਇਹਨਾਂ ਵੀ ਚਲੋ 10 ਨਹੀਂ 15 ਕਦੇ ਕਢਾਓ ਯਾਰ, ਚਲੋ ਨਾ ਉਹਨਾਂ ਦੀ ਨਾ ਉਹਨਾਂ ਦੀ। ਪਰ ਇੱਕ ਚੀਜ਼ ਹੈ, ਹੁਣ ਰਾਜਾ ਵੜਿੰਗ ਸਾਹਿਬ ਮੈਨੂੰ ਐਂ ਲੱਗਦਾ ਵੀ ਰਾਜਾ ਵੜਿੰਗ ਸਾਹਿਬ ਦੀ ਸਿੱਧੀ ਤਾਰ ਉੱਤੇ ਜੁੜਨ ਦਾ ਕਾਰਨ ਇਹ ਨਹੀਂ ਹੈਗਾ ਵੀ ਮਤਲਬ ਰਾਜਾ ਵੜਿੰਗ ਸਾਹਿਬ ਨੂੰ ਅਚਾਨਕ ਤੋਂ ਰੇਤ ਚੇਤੇ ਆ ਗਈ ਜਾਂ ਉਹਨਾਂ ਨੂੰ ਬੱਤੀ ਚੇਤੇ ਆ ਗਈ, ਉਹਨਾਂ ਨੂੰ ਸੀਟ ਚੇਤੇ ਆ ਗਈ ਗਿੱਦੜਬਾਹੇ ਵਾਲੀ। ਕਿਉਂਕਿ ਉਧਰ ਜਿਹੜੀ ਚਰਚਾ ਚੱਲਦੀ ਹੈ, ਕਹਿੰਦੇ ਬਾਦਲ ਪਰਿਵਾਰ ਦੇ ਅੰਦਰ ਹੀ ਅੰਦਰ ਕੋਈ ਨਵਾਂ ਕਹਿੰਦੇ ਮੁੰਡਾ ਉੱਥੋਂ ਭਰਤੀ ਕਰਨਾ, ਕਹਿੰਦੇ ਵੀ ਕੋਈ ਗੱਲ ਨਹੀਂ ਆਪਣੇ ਕੋਲ ਹੈਗੀ ਸੀਟ, ਵੀ ਉੱਥੋਂ ਆਪਾਂ ਮੁੰਡਾ ਦੇ ਕੇ ਥਾਪੜਾ, ਫਿਰ ਕੋਈ ਗੱਲ ਨਹੀਂ ਆ ਬਾਪੂ ਜੀ ਹੁੰਦਾ ਆ ਜੇ ਪੁੱਤ ਤੂੰ ਫਿਕਰ ਨਹੀਂ ਕਰਨੀ। ਗੱਲ ਕਿਹੜੀ ਆ? ਆਹੋ ਤੇ ਹੁਣ ਇਹ ਗੱਲਾਂ ਕੋਈ ਰਾਜਾ ਵੜਿੰਗ ਸਾਹਿਬ ਨੂੰ ਵੀ ਧਿਆਨ ਕੇ ਦੱਸਦੇ ਹੋ ਵੀ ਮੁੰਡਾ ਜਵਾਨ ਹੋ ਗਿਆ ਜੀ, ਕਹਿੰਦੇ ਹੁਣ ਉਹਨੂੰ ਲੜਾਉਣੀ ਇਲੈਕਸ਼ਨ। ਨਹੀਂ ਦੇਖੋ, ਜਦੋਂ ਨਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਚਲੋ ਗੋਲ ਜੀ ਕੀਤੀ ਹੈ ਗੱਲ, ਨਹੀਂ ਅਜੇ ਅਗਲਿਆਂ ਨੇ ਖੋਲੀ, ਆਪਾਂ ਖੋਲਣੀ ਨਹੀਂ, ਅਗਲਿਆਂ ਖੋਲ ਦਿੱਤੀ ਆ ਬੋਰਡ ਕਹਿੰਦੇ ਅਰਜਨ ਬਾਦਲ ਤੇ ਲੱਗ ਗਿਆ ਜੀ, ਆਪਾਂ ਨੂੰ ਵਿੱਚ ਨਹੀਂ ਰੱਖਣੀ। ਉਹਦੇ ਤੋਂ ਹੀ ਤੇ ਅੰਦਾਜ਼ਾ ਲੱਗਦਾ ਮੈਂ ਨਾ ਵੀ ਆਹ ਗੱਲ ਜੇ ਆਪਾਂ ਵੀ ਕਹਿ ਦੀ ਕੱਲ ਨੂੰ ਰਾਜਾ ਵੜਿੰਗ ਸਾਹਿਬ ਵਿਚਾਰੇ ਹੋਰ ਗੁੱਸੇ 'ਚ ਆ ਜਾਣ, ਇਦਾਂ ਕਿਦਾਂ ਉੱਥੇ ਮਤਲਬ ਵੇਖ ਲਾਂਗੇ ਫਿਰ ਅਸੀਂ। ਆਹੋ ਉਹ ਇਦਾਂ ਨਹੀਂ ਗੁੱਸੇ 'ਚ ਆਉਂਦੇ, ਉਹ ਕਹਿੰਦੇ ਆ ਜਿਹੜੀ ਆ ਬਠਿੰਡੇ ਦੇ ਵਿੱਚ ਆ ਰੇਤਾ ਰੂਤਾ ਦੀ ਗੱਲ ਚੱਲਦੀ ਆ, ਰੇਤ ਮਾਫੀਆ ਦੀ ਜਾਂਚ ਹੋਣੀ ਚਾਹੀਦੀ ਹੈ। ਨਾਲ ਹੀ ਹਲਕਾ ਟੈਲੀਫੋਨ ਮੈਨੂੰ ਲੱਗਦਾ ਹਰਵਿੰਦਰ ਸਿੰਘ ਲਾਡੀ ਹੋਰਾਂ ਨੇ ਵੀ ਕਰਤਾ ਹੋਣਾ, ਜਿਹੜੇ ਉਹ ਦਿਹਾਤੀ ਹਲਕੇ ਦੇ ਇੰਚਾਰਜ ਆ, ਉਹ ਵੀ ਕਹਿੰਦੇ ਦੇਖੋ ਜੀ ਮੈਂ ਤਾਂ ਹਾਈ ਕਮਾਂਡ ਨੂੰ ਚਿੱਠੀ ਲਿਖ ਦਿੱਤੀ ਆ, ਬਠਿੰਡੇ ਦੇ ਵਿੱਚ ਜਿਹੜੀ ਗੱਲ ਚੱਲਦੀ ਹੈ। ਜਾਣੀ ਜਿੱਦਾਂ ਹੀ ਇਹ ਰੌਲਾ ਪਿਆ ਕਿ ਭਾਈ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਆਪਣੇ ਪੁਰਾਣੇ ਗਿੱਦੜਬਾਹਾ ਹਲਕੇ ਤੋਂ ਅਰਜਨ ਬਾਦਲ ਨੂੰ ਸਰਗਰਮ ਕੀਤਾ, ਕਿਉਂਕਿ ਇਹ ਤਾਂ ਛੋਟਾ ਹੈ, ਹੋ ਸਕਦਾ ਹੈ ਕਿ ਤਾਂ ਟਿਕਟ ਦੀ ਗੱਲ ਨਾ ਕੋਈ ਚੱਲਦੀ ਹੋਵੇ, ਨਾ 2 ਵਾਰੀ ਦੇ ਸਿਟਿੰਗ ਐਮਐਲਏ ਨੂੰ ਅੱਗੇ ਪਿੱਛੇ ਕੀਤਾ ਜਾ ਸਕਦਾ, ਤੇ ਜਿਹੜਾ ਯੂਥ ਕਾਂਗਰਸ ਦਾ ਸਿਰੇ ਦਾ ਪ੍ਰਧਾਨ ਰਹਿ ਚੁੱਕਿਆ ਹੋਵੇ, ਪਰੇ ਤਾਂ ਨਹੀਂ ਕੀਤਾ ਜਾ ਸਕਦਾ। ਪਰ ਚਰਚਾ ਚੱਲਦੀ ਹੈ, ਸਿਆਸਤ ਦੇ ਵਿੱਚ ਕੁਝ ਵੀ ਸੰਭਵ ਹੈ। ਵੈਸੇ ਵੀ ਮੈਨੂੰ ਇਹ ਵੀ ਲੱਗਦਾ ਸੀ ਕਿ ਜਿਸ ਤਰੀਕੇ ਬਠਿੰਡੇ ਦਾ ਜਿਹੜਾ ਤਾਪ ਘਰ ਹੈ, ਬਿਜਲੀ ਘਰ ਜਿਹੜਾ ਬੰਦ ਹੋਇਆ, ਰਾਜਾ ਵੜਿੰਗ ਨੇ ਉਹ ਵੀ ਗੱਲ ਕੀਤੀ, ਉਹ ਕਹਿੰਦੇ ਜੇ ਉਹ ਚੱਲਦਾ ਰਹਿੰਦਾ ਇੰਨੇ ਕਰੋੜ ਦਾ ਲਾਭ ਹੋਣਾ ਸੀ, ਤੇ ਅੱਜ ਅਸੀਂ ਇੰਨੇ ਕਰੋੜ ਰੁਪਏ ਦੀ ਬੱਤੀ ਰੋਜ਼ ਖਰੀਦਦੇ ਹਾਂ। ਯਾਨੀ ਸਾਰੇ ਦੇ ਸਾਰੇ ਨਿਸ਼ਾਨੇ ਐਂ ਲੱਗਦਾ ਕਿ ਗਿੱਦੜਬਾਹੇ ਸਿੱਧੇ ਬਠਿੰਡੇ ਸ਼ਹਿਰੀ ਹਲਕੇ ਨੂੰ ਜਾਂਦੇ ਹੀ ਆ। ਉਹ ਤਾਂ ਹੁਣ ਕਲੀਅਰ ਹੀ ਆ, ਦੱਸੀ ਜਾਂਦੇ। ਚਲੋ ਛੱਡੋ ਇਹ ਗੱਲ ਨੂੰ, ਹੁਣ ਆਪਾਂ ਦੂਸਰੀ ਗੱਲ ਵੀ ਕਰ ਲਈ। ਕਿਸਾਨਾਂ ਵਾਲੀ ਤਾਂ ਹੁਣੇ ਨਵੇੜੀ ਨਹੀਂ ਸੀ, ਅੱਛਾ 8 ਵਾਲੀ ਕਰਨੀ ਆ। 8 ਨੂੰ ਕਹਿੰਦੇ ਭਾਈ ਸਾਹਿਬ, ਉਹ ਕਹਿੰਦੇ ਵੀਰ ਜੀ ਸੜਕਾਂ ਤੇ ਸਿਲੰਡਰ ਲੈ ਆਉਣਾ ਆਪਣਾ, ਰੇਤ ਵਾਲੀਆਂ ਗੱਲਾਂ ਕਰਨੀਆਂ, ਉੱਥੇ ਆਪਾਂ ਬਿਜਲੀ ਵਾਲੀਆਂ ਗੱਲਾਂ ਕਰਨੀਆਂ, ਉੱਥੇ ਆਪਾਂ ਤੇਲ ਵਾਲੀਆਂ ਗੱਲਾਂ ਕਰਨੀਆਂ, ਪੈਟਰੋਲ ਵਾਲੀਆਂ ਡੀਜ਼ਲ ਵਾਲੀਆਂ ਗੱਲਾਂ ਕਰਨੀਆਂ, MSP ਵਾਲੀਆਂ ਗੱਲਾਂ ਕਰਨੀਆਂ, ਵੀ ਸਰਕਾਰ ਜੀ ਸਾਡਾ ਹਾਲ ਕੀ ਕਰੀ ਜਾਂਦੇ, ਅਸੀਂ ਵੀ ਘੁੱਗ ਵਸਦੇ ਸੀਗੇ ਕਦੀ, ਤੇ ਹੁਣ ਗਾਂ ਪਤਾ ਨਹੀਂ ਕਦੋਂ ਘੁੱਗ ਵਸਾਂਗੇ। ਸੰਧਾਲੀਆ ਸਾਹਿਬ ਘੋਗਾ ਹੀ ਚਿੱਤ ਕਰ ਦੇਣਾ ਸਾਡਾ। ਆਹੋ ਨਹੀਂ ਲੱਗਦਾ, ਤੇ ਇਦਾਂ ਹੀ ਆਮ ਲੋਕਾਂ ਦੇ ਲਈ। ਹੁਣ ਮੈਂ ਤਾਂ ਕਹਿੰਦਾ ਸੀ ਜਿਹੜੀ ਇੱਕ ਯੋਜਨਾ ਸੀ ਜਿਹਦੇ ਵਿੱਚ ਸਰਕਾਰ ਦਿੰਦੀ ਸੀ ਸਿਲੰਡਰ ਮੁਫਤ ਪਹਿਲਾਂ, ਮੁੜ ਕੇ ਆਪ ਭਰਾਉਣਾ ਸੀ, ਬਹੁਤੇ ਕਹਿੰਦੇ ਦੂਜੀ ਵਾਰੀ ਭਰੇ ਨਹੀਂ ਹੋਏ ਕਿਉਂਕਿ ਲੋਕਾਂ ਕੋਲ 800 ਰੁਪਈਆ ਹੈ ਨਹੀਂ, 900 ਹੈ ਨਹੀਂ। ਨਹੀਂ ਇਹ ਤਾਂ ਸਰਕਾਰ ਸੋਚ ਰਹੀ, ਜਨ ਧਨ ਯੋਜਨਾ ਵਾਲੇ ਖਾਤੇ ਵੀ ਖੁੱਲੇ ਸੀ, ਉਦੋਂ ਸਰਕਾਰਾਂ ਦੀ ਫ੍ਰੀ ਖੋਲ ਦਾਂਗੇ, ਉਹਦੇ ਵਿੱਚ ਉਦੋਂ ਬਾਅਦ ਕਈਆਂ ਨੇ ਲੈਣ ਦੇਣੇ ਕੀਤਾ, ਕਹਿੰਦੇ ਭਾਜੀ ਤੁਸੀਂ ਖਾਤਾ ਤੇ ਖੋਲਤਾ, ਜੇ ਪੈਸੇ ਹੁੰਦੇ ਤੇ ਅਸੀਂ ਆਪੇ ਨਾ ਖਿਲਾ ਲੈਂਦੇ। ਸੰਘਰਸ਼ ਦਾ ਫਰਕ ਹੈ ਨਾ, ਹੁਣ ਲੋਕੀ ਸੜਕ ਤੇ ਕਾਪੀ ਰੱਖ ਕੇ ਬੈਠੇ, ਸਿਲੰਡਰ ਤਾਂ ਦਿਸੂਗਾ। ਨਹੀਂ ਕਾਪੀ ਹੋਊਗੀ ਪੱਕੀ ਗੱਲ, ਕਿਉਂਕਿ ਉਦੋਂ ਕਾਪੀਆਂ ਵੀ ਦਿੱਤੀਆਂ ਸੀ, ਉਦੋਂ ਕਾਰਡ ਜੇ ਵੀ ਦਿੱਤੇ ਸੀ। ਹੁਣ ਸੰਧਾਲੀਆ ਸਾਹਿਬ ਦੇਖੋ 8 ਤਰੀਕ ਨੂੰ ਜਾਣੀ ਕਿ ਪਰਸੋਂ ਨੂੰ
ਕਿਸਾਨਾਂ ਨੇ ਇਹ ਸਪਸ਼ਟ ਰੂਪ 'ਚ ਐਲਾਨ ਕੀਤਾ ਕਿ ਭਾਈ ਤੇਲ ਦੀ ਕੀਮਤ ਵੱਧ ਰਹੀ ਆ ਤੇ ਆਮ ਬੰਦੇ ਦੀ ਉਹ ਲੋੜ ਆ, ਰਸੋਈ ਗੈਸ ਦੀ ਕੀਮਤ ਵੱਧ ਰਹੀ ਆ ਤੇ ਆਮ ਬੰਦੇ ਦੀ ਉਹ ਲੋੜ ਆ, ਲੋਕਾਂ ਦੇ ਵੱਸੋਂ ਬਾਹਰ ਹੋ ਗਿਆ ਕੰਮ ਤੇ ਅਸੀਂ ਵੱਧਦੀਆਂ ਕੀਮਤਾਂ ਦੇ ਮੁੱਦੇ ਤੇ ਸਾਰੇ ਦੇਸ਼ 'ਚ ਸਵੇਰੇ 10 ਵਜੇ ਤੋਂ 12 ਵਜੇ ਤੱਕ ਸੜਕ ਕੋਈ ਨਹੀਂ ਰੋਕਣੀ, ਰੌਲਾ ਕੋਈ ਨਹੀਂ ਪਾਉਣਾ, ਸੜਕਾਂ ਦੇ ਕਿਨਾਰੇ ਤੇ ਸਿਲੰਡਰ ਲੈ ਕੇ ਬਹਿ ਜਾਓ, ਕੋਈ ਸਕੂਟਰ ਤੇ ਆ ਸਕੂਟਰ ਸੜਕ ਦੇ ਕਿਨਾਰੇ ਤੇ ਲਾ ਦਿਓ, ਵਿਘਨ ਲੋਕਾਂ ਨੂੰ ਕੋਈ ਨਾ ਪਵੇ, ਪਰ ਉੱਦਾਂ ਸਰਕਾਰ ਨੂੰ ਪਤਾ ਲੱਗ ਜਾਏ ਕਿ ਭਾਈ ਵੱਧਦੀਆਂ ਕੀਮਤਾਂ ਤੋਂ ਪਰੇਸ਼ਾਨ ਆ। ਹੁਣ ਦੇਖੋ ਅੱਗੇ ਕੀ ਸੀ, ਅੱਗੇ ਕਿਸਾਨ ਦੀ ਗੱਲ ਚੱਲਦੀ ਸੀ, ਨਾਲ ਖੇਤ ਮਜ਼ਦੂਰ ਦੀ ਗੱਲ ਚੱਲਦੀ ਸੀ, ਵੱਧ ਤੋਂ ਵੱਧ ਆੜ੍ਹਤੀਏ ਤੇ ਪੱਲੇਦਾਰ ਦੀ, ਪਰ ਐਤਕੀ ਦਿਹਾੜੀਦਾਰ ਬੰਦਾ, ਫੈਕਟਰੀ ਦਾ ਕੰਮ ਆ, ਫੈਕਟਰੀ ਦਾ ਮਾਲਕ, ਸਰਕਾਰੀ ਅਧਿਆਪਕ, ਸਰਕਾਰੀ ਮੁਲਾਜ਼ਮ, ਕੱਚਾ ਮੁਲਾਜ਼ਮ, ਪੱਕਾ ਮੁਲਾਜ਼ਮ, ਬੇਰੁਜ਼ਗਾਰ, ਜਿਹੜਾ ਵੀ ਬੰਦਾ ਹੈ, ਗੈਸ ਸਿਲੰਡਰ ਤਾਂ ਹਰ ਇੱਕ ਦੇ ਘਰ ਹੈ, ਤੇਲ ਤਾਂ ਉਹਨੇ ਸਕੂਟਰ ਦੇ ਵਿੱਚ ਪਾਉਣਾ ਹੀ ਆ। ਤੇ ਜਦੋਂ ਅੱਗੇ ਕੀ ਹੁੰਦਾ ਸੀ, ਅੱਗੇ ਬੰਦਾ ਪਿੰਡ ਦੇ ਵਿੱਚ ਤੁਹਾਡੇ ਵਰਗਾ ਬੜਕਾ ਮਾਰਦਾ ਫਿਰਦਾ ਹੁੰਦਾ, ਉਦਾਂ ਹੀ 4 ਬੰਦਿਆਂ 'ਚ ਖੜੇ ਹੋ ਕੇ ਕੀ ਹਾਲ ਨੇ ਚਾਚਾ ਤਾਇਆ ਠੀਕ ਆ, ਜਦੋਂ ਸਾਰਿਆਂ ਦਾ ਧਿਆਨ ਹੋ ਗਿਆ ਉਹ ਮੈਂ ਕਿਹਾ 2 ਮਿੰਟ ਖੜ ਜਾ ਮੈਂ 100 ਦਾ ਤੇਲ ਪਵਾ ਕੇ ਆਇਆ ਸੀ, ਜਾਣੀ ਉਦਾਂ ਹੀ ਮਾਣ ਦੇ ਨਾਲ ਕਿ 100 ਦਾ ਤੇਲ ਪਵਾਇਆ। ਅੱਜ ਕੱਲ ਬੰਦਾ ਹੌਲੀ ਦੇਣੀ ਪੰਪ ਤੇ ਜਾ ਕੇ ਨਾ ਇਹ ਆਲੇ ਦੁਆਲੇ 'ਚ 2 ਬੰਦੇ ਖੜੇ ਹੋਣ 100 ਦਾ ਪਾ ਦੇ, ਉਹ ਸੁਣਨ ਲੈਣਗੇ, ਉਹ ਵੀ ਮੈਂ ਸਿਰਫ 100 ਦਾ ਹੀ ਪਾਉਣਾ, ਉਹ ਉੱਚੀ ਦੇ ਨਹੀਂ ਕਹਿੰਦਾ ਫਿਰ ਪਤਾ ਲੱਗ ਜਾਏ ਤਾਂ ਬੰਦਾ ਕਹਿ ਰਹੀ ਮੇਰੇ ਵਰਗਾ ਸਕੂਟਰ 'ਚੋਂ ਤੇਲ ਮੁੱਕਾ ਹੁੰਦਾ, ਉਹ ਪੰਪ ਦੇ ਪਿੱਛੇ ਖੜੇ ਰਹੋ, ਬਾਕੀ ਯਾਰ ਉਰੇ ਪਰੇ ਚਲੇ ਜਾਣ ਤਾਂ ਫੇਰ ਜਾ ਕੇ ਮੈਂ 100 ਦਾ ਪਾ ਦੇ। ਲੋਕ ਤਾਂ ਤੰਗ ਨੇ ਤੇ ਕਿਸਾਨਾਂ ਨੇ ਜਿੱਦਾਂ ਹੁਣ ਆਮ ਲੋਕਾਂ ਦੀ ਨਬਜ਼ ਇਹ ਦੱਬ ਲਈ ਹੈ, ਹੋ ਸਕਦਾ ਕਿ ਭਾਈ ਸੰਘਰਸ਼ ਨੂੰ ਬੂਰ ਪਵੇ। ਨਹੀਂ, ਇੱਕ ਮੈਂ ਬੇਨਤੀ ਇੱਥੇ ਕਰਦੇ ਹਾਂ, ਕੁਦਰਤੀ ਮੇਰੇ ਧਿਆਨ 'ਚ ਪਿਆ ਸੀ ਕਿ IT ਸੈੱਲ ਨਾਂ ਦੀਆਂ ਚੀਜ਼ਾਂ ਵੀ ਸਰਕਾਰਾਂ ਨੇ ਬਣਾਈਆਂ, ਹੁਣ ਉਹ ਕਿਹੜੀ ਪਾਰਟੀ ਦਾ ਹੋਊਗਾ ਆਪਾਂ ਨਾਂ ਨਹੀਂ ਲੈਂਦੇ, ਪਰ ਉਸ ਕਮੈਂਟ ਤੋਂ ਮੈਨੂੰ ਅੰਦਾਜ਼ਾ ਲੱਗਦਾ ਸੀ ਵੀ ਕਿੱਧਰ ਇਸ਼ਾਰਾ ਹੋਊਗਾ ਜੀ। ਉਹ ਬੰਦਾ ਜ਼ਿਕਰ ਕਰ ਰਿਹਾ ਸੀ ਕਿ ਜੀ ਕਿਸਾਨ ਅੰਦੋਲਨ ਦੇ ਵਿੱਚ ਤਾਂ ਤੁਸੀਂ ਡਿਮਾਂਡ ਕਰਦੇ ਹੋ ਵੀ ਸਾਡੀਆਂ ਫਸਲਾਂ ਦੇ ਜੀ ਭਾਅ ਵਧਾਓ ਤੇ ਸਾਨੂੰ ਮਤਲਬ ਹੋਰ ਵੱਧ ਪੈਸੇ ਚਾਹੀਦੇ ਆ। ਹੁਣ ਜੇ ਤੁਸੀਂ ਭਾਅ ਵਧਾਉਣ ਦੀ ਗੱਲ ਕਰਦੇ ਹੋ ਤੇ ਫਿਰ ਇਹ ਸਾਰੇ ਦਾ ਸਾਰਾ ਬੋਝ ਮਹਿੰਗਾਈ ਜਿਹੜੀ ਉਹ ਲੋਕਾਂ ਦੇ ਜਾ ਕੇ ਪੈਣੀ ਆ, ਤੇ ਇੱਕ ਪਾਸੇ ਤੁਸੀਂ ਉਹ ਡਿਮਾਂਡ ਕਰਦੇ ਹੋ, ਦੂਜੇ ਪਾਸੇ ਤੁਸੀਂ ਆਹ ਵਿਰੋਧ ਕਰਦੇ ਹੋ ਵੀ ਮਹਿੰਗਾਈ ਵੱਧ ਰਹੀ ਹੈ, ਤੁਹਾਨੂੰ ਆਪਣੇ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ। ਹੁਣ ਮੈਨੂੰ ਇਹ ਲੱਗਦਾ ਵੀ ਜਿਹੜੇ ਵੀ ਭਾਈ ਸਾਹਿਬ ABC ਸੀ ਜਾਂ ਜਿਹਨੇ ਵੀ ਉਹ ਕਮੈਂਟ ਬਣਾ ਕੇ ਦਿੱਤਾ OPA ਤੁਸੀਂ ਅੱਗੇ ਪੋਸਟ ਕਰੋ, ਉਹ ਪੀੜ੍ਹੀ ਮੈਂ ਨਾ ਪਹਿਲਾਂ ਮੋਦੀ ਕਰਕੇ ਵੇਖ ਲੈਣ, ਸੋਟੇ ਨਾਲ ਗੱਲ ਨਹੀਂ ਬਣਨੀ ਉਹਨਾਂ ਦੀ। ਉਹਨਾਂ ਨੂੰ ਜਾ ਕੇ ਪੁੱਛਣਾ ਚਾਹੀਦਾ ਵੀ ਵੀਰ ਮੇਰੇ ਜਿਹੜੀ ਫਸਲ ਦਾ ਭਾਅ ਤੁਸੀਂ ਦਿੰਦੇ ਹੋ ਉਹ ਕੀ ਆ, ਤੇ ਜਦੋਂ ਜਾ ਕੇ ਆਟਾ ਅਗਲਾ ਬਾਜ਼ਾਰ 'ਚ ਲੈਂਦਾ ਉਹ ਕੀ ਆ, ਜਿਹੜੀ ਸਬਜ਼ੀ ਉਹ ਪੈਦਾ ਕਰਦਾ ਉਦੋਂ ਆਲੂ ਗੰਢੇ ਤੁਹਾਡੇ ਕੀ ਰੇਟ ਹੁੰਦੇ ਆ, ਤੇ ਜਦੋਂ ਜਾ ਕੇ ਅਗਲਾ ਖਰੀਦਦਾਰ ਖਰੀਦਦਾ ਉਹਨੂੰ ਕਿਸ ਭਾਅ ਦਿੰਦੇ ਹੋ। ਰਹੀ ਗੱਲ ਪੈਟਰੋਲ ਦੀ, ਤੇ ਉਹ ਮੇਰੇ ਖਿਆਲ ਨਾਲ ਵੈਸੇ ਹੀ ਪਤਾ ਕਰ ਲੈਣਾ ਚਾਹੀਦਾ ਵੀ ਜਦੋਂ ਕੱਚਾ ਤੇਲ ਆਉਂਦਾ ਸੀ ਉਦੋਂ ਕਿਸ ਭਾਅ ਸੀ, ਜਦੋਂ 0 ਤੋਂ ਵੀ ਥੱਲੇ ਚੱਲ ਗਈਆਂ ਸੀ ਕੀਮਤਾਂ ਉਦੋਂ ਦੇਸ਼ 'ਚ ਕੀ ਭਾਅ ਸੀ। ਮੇਰੇ ਖਿਆਲ ਨਾਲ ਉਹ ਸਾਰੀਆਂ ਪੀੜ੍ਹੀਆਂ ਇਕੱਠੀਆਂ ਕਰਕੇ ਛੋਟੇ ਚੰਗੀ ਤਰ੍ਹਾਂ ਮਾਰ ਕੇ ਫਿਰ ਕਮੈਂਟ ਕਰਨ ਦੇ ਜ਼ਿਆਦਾ ਵਧੀਆ ਨਹੀਂ। ਅਰਬ ਦੇਸ਼ਾਂ 'ਚੋਂ ਤੇਲ ਨਿਕਲਦਾ, ਇੱਕ ਚਰਚਾ ਇਹ ਵੀ ਚੱਲਦੀ ਹੈ ਕਿ ਜਦੋਂ ਅਰਬ ਦੇਸ਼ਾਂ ਦਾ ਆਪਸ 'ਚ ਯੁੱਧ ਲੱਗ ਗਿਆ ਸੀ, ਪੂਰੀ ਦੁਨੀਆ 'ਚ ਤੇਲ ਦੀਆਂ ਕੀਮਤਾਂ ਨੂੰ ਅੱਗ ਲੱਗ ਗਈ ਸੀ, ਉਦੋਂ ਵੀ ਕਹਿੰਦੇ ਕਿ ਤੇਲ ਦਾ ਕੱਚੇ ਤੇਲ ਦਾ ਭਾਅ ਇਦੋਂ ਜਿਹੜਾ ਉਹ ਕਾਫੀ ਵੱਧ ਸੀ, ਪਰ ਤੇਲ ਦੀਆਂ ਕੀਮਤਾਂ ਨਹੀਂ ਸੀ ਵਧੀਆਂ। ਹੁਣ ਕੱਚੇ ਤੇਲ ਦਾ ਭਾਅ ਉਦੋਂ ਬਹੁਤ ਘੱਟ ਹੈ ਤੇ ਤੇਲ ਦੀਆਂ ਕੀਮਤਾਂ ਨੂੰ ਅੱਗ ਲੱਗੀ ਆ। ਤੇ ਆ ਮੇਰੇ ਖਿਆਲ ਇੱਕ ਭਾਰਤ ਦੇ ਨਾਲ ਹੀ ਇੱਕ ਛੋਟਾ ਜਿਹਾ ਦੇਸ਼ ਹੈ, ਉਹ ਕਹਿੰਦੇ ਤੇਲ ਭਾਰਤ ਤੋਂ ਖਰੀਦਾ ਤੇ ਆਪਣੇ ਲੋਕਾਂ ਨੂੰ ਸਸਤਾ ਦਿੰਦਾ, ਸਾਡੇ ਤੋਂ ਲੈ ਕੇ, ਤੇ ਸਾਨੂੰ ਜਿਹੜਾ ਆਉਂਦਾ ਅਸੀਂ ਉਹ ਤੇ ਟੈਕਸ ਹੀ ਇੰਨਾ ਲਾਤਾ ਕਿ ਮਹਿੰਗਾ ਕਰ ਦਿੱਤਾ। ਪਰ ਕੁੱਲ ਮਿਲਾ ਕੇ ਇੰਨੀ ਗੱਲ ਜ਼ਰੂਰ ਹੈ, ਠੀਕ ਹੈ ਲੌਜਿਕ ਉਹਨਾਂ ਦਾ ਠੀਕ ਹੋ ਸਕਦਾ, ਪਰ ਇੱਕ ਪਾਸੇ ਬਾਕੀ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਬਿਨਾਂ ਸਰ ਸਕਦਾ। ਪਰ ਕਿਸਾਨ ਖੇਤੀ ਨਾ ਕਰੂਗਾ, ਅੰਨ ਪੈਦਾ ਨਾ ਕਰੂਗਾ ਤਾਂ ਲੋਕ ਖਾਣਗੇ ਕੀ? ਸਰਕਾਰਾਂ ਕੀ ਨੇ? ਮੈਨੇਜਮੈਂਟ ਆ ਨਾ, ਕਿ ਜਿਹੜਾ ਵੱਧ ਕਮਾਉਂਦਾ ਥੋੜਾ ਵੱਧ ਟੈਕਸ ਲੈ ਲਓ, ਉਹੀ ਆਮ ਬੰਦਾ ਜਿਹੜਾ ਆਰਥਿਕ ਤੌਰ ਤੇ ਕਮਜ਼ੋਰ ਬੰਦਾ ਉਧਰਲੇ ਪਾਸੇ ਉਹ 4 ਪੈਸੇ ਲਾਓ। ਹੁਣ ਜੋ ਬਾਈਡਨ ਹੋਰਾਂ ਨੇ ਆਣ ਕੇ ਇੱਕ ਗੱਲ ਸ਼ੁਰੂ ਕੀਤੀ ਸੀ ਨਾ ਕਿ ਭਾਈ ਜਿਹੜੇ ਵੱਧ ਪੈਸੇ ਕਮਾਉਂਦੇ ਨੇ, ਵੱਧ ਆਮਦਨ ਵਾਲੇ ਆ, ਉਹਨਾਂ ਦੇ ਉੱਤੇ ਅਸੀਂ ਟੈਕਸ ਥੋੜਾ ਵਧਾ ਦਾਂਗੇ ਤਾਂ ਜੋ ਆਮ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ। ਇਦਾਂ ਦੀ ਟੈਕਸ ਸਲੈਬ ਭਾਰਤ 'ਚ ਲਾਗੂ ਵੀ ਹੈਗੀ ਆ, ਭੋਰਾ ਹੋਰ ਵਧਾ ਦਿਓ ਪਰ ਟੈਕਸ ਦੇ ਪੈਸੇ ਖਾਓ ਨਾ, ਟੈਕਸ ਦੇ ਪੈਸੇ ਠੀਕ ਪਾਸੇ ਲੱਗਣ। ਤੇ ਰਕੇਸ਼ ਟਕੈਤ ਹੋਰਾਂ ਦੀ ਗੱਲ ਜ਼ਰੂਰ ਕਰਦਾ, ਅਗਲਿਆਂ ਨੇ ਮਿਲਖਾ ਸਿੰਘ ਦੀ ਯਾਦ ਦੇ ਵਿੱਚ ਮੈਰਾਥਨ ਦਾ ਆਯੋਜਨ ਕੀਤਾ ਗਾਜ਼ੀਪੁਰ ਵਾਲੇ ਬਾਰਡਰ ਤੇ। ਹੁਣ ਉੱਡਣਾ ਸਿੱਖ, ਫਲਾਈਂਗ ਸਿੱਖ, ਹੁਣ ਉਹਦੇ ਨਾਲ ਕਿੰਨੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ। ਜਿਹੜੇ ਬੰਦੇ ਨੇ ਸਾਰੀ ਦੁਨੀਆ ਦੇ ਵਿੱਚ ਨਾਂ ਰੌਸ਼ਨ ਕਰਤਾ ਸੀ ਓਲੰਪਿਕ ਦਾ ਰਿਕਾਰਡ ਤੋੜ ਕੇ, ਉਹਨੂੰ ਯੂਪੀ ਵਾਲੇ ਨਹੀਂ ਜਾਣਦੇ, ਮੱਧ ਪ੍ਰਦੇਸ਼ ਵਾਲੇ ਨਹੀਂ ਜਾਣਦੇ ਕਿ ਬਿਹਾਰ ਵਾਲੇ ਨਹੀਂ ਜਾਣਦੇ। ਹਾਂ, ਗਾਜ਼ੀਪੁਰ ਵਾਲੇ ਬਾਰਡਰ ਤੇ ਜਦੋਂ ਉਹ ਦੌੜ ਲੱਗੀ ਹੈ, ਉਹਦੀਆਂ ਫੋਟੋਆਂ ਫੜ ਕੇ, ਮਸ਼ਾਲਾਂ ਫੜ ਕੇ, ਤਾਂ ਫਿਰ ਭਾਈ ਲੋਕਾਂ ਦਾ ਧਿਆਨ ਤਾਂ ਜਾਂਦੇ ਆ ਕਿ ਭਾਈ ਕੋਈ ਬੈਠੇ ਨੇ ਬੰਦੇ। ਬਾਕੀ ਸਾਰੇ ਦੇਸ਼ 'ਚ ਕਿਤੇ ਦੌੜ ਲੱਗੀ, ਕਿਤੇ ਉਹਦੀ ਯਾਦ ਦੇ ਵਿੱਚ ਵੱਡੇ ਸਮਾਗਮ ਹੋਏ, ਕਿਤੇ ਲੋਕਾਂ ਦੀ ਜਿਹੜੀ ਆ ਪਾਰਟਿਸਪੇਸ਼ਨ ਕਿਤੇ ਹੋਈ, ਕਿਤੇ ਵੀ ਨਹੀਂ। ਤਾਂ ਜੇ ਕਿਸਾਨਾਂ ਨੂੰ ਤੇਲ ਕੀਮਤ ਦਾ ਵੀ ਚੇਤਾ ਹੈ, ਗੈਸ ਕੀਮਤ ਦਾ ਵੀ ਚੇਤਾ ਹੈ, ਤਾਂ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਲੀਮੈਂਟ ਦੇ ਮੂਹਰੇ ਵੀ ਜਾਣਾ ਤੇ ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਕਿ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰ ਨਾਲੇ ਕਿਤੇ ਬਾਈਕਾਟ ਕਰਕੇ ਬਾਹਰ ਨਾ ਜਿਓ, ਉੱਥੇ ਰਹਿਣਾ ਹੀ, ਸਾਡੇ ਮੁੱਦੇ ਤੇ ਗੱਲ ਪਹਿਲਾਂ ਕਰਨੀ ਆ, ਬਾਕੀ ਸਾਰੇ ਮੁੱਦੇ ਬਾਹਰ ਨੇ। ਹੁਣ ਵਿਰੋਧੀ ਧਿਰਾਂ ਵੀ ਦੇਖਦੀਆਂ ਕਿ ਭਾਈ ਆ ਤਾਂ ਕਿਸਾਨਾਂ ਨੇ ਨਵਾਂ ਹੀ ਪੰਗਾ ਪਾਤਾ। ਅੱਗੇ 9 ਵਜੇ ਜਾਈਦਾ ਸੀ, 11 ਵਜੇ ਬਾਈਕਾਟ ਕਰਕੇ 12 ਵਜੇ ਘਰਦਿਆਂ ਨਾਲ ਲੈ ਕੇ ਸ਼ਾਪਿੰਗ ਚਲੇ ਜਾਈਦਾ ਸੀ,
ਬਾਹਰ ਹੁਣ ਇਹ ਬੈਠੇ ਹੋਣੇ, ਅੰਦਰ ਗੱਲ ਤਾਂ ਵੀਰੇ ਕਰਨੀ ਪੈਣੀ ਹੈ। ਨਹੀਂ, ਇੱਕ ਗੱਲ ਹੋਰ ਵੀ ਮੈਂ ਸੋਚਦਾ ਇਹ, ਮੈਂ ਨਾ ਵੀ ਸਰਕਾਰ ਜਾਂ ਵਿਰੋਧੀ ਪਾਰਟੀਆਂ ਦੇ ਲੀਡਰ ਸਾਹਿਬਾਨ ਨਾ ਸਲਾਹਕਾਰ ਹੀ ਬਦਲ ਲੈਣ, ਘੱਟੋ ਘੱਟ ਇਹਨਾਂ ਕਿਸਾਨ ਲੀਡਰਾਂ 'ਚ ਵੀ ਸਲਾਹਕਾਰ ਰੱਖ ਲੈਣ, ਨਾ ਰੱਖਣ, ਟੈਲੀਫੋਨ ਤੇ ਲਈ ਜਾਣ ਸਲਾਹ। ਨਹੀਂ ਤੁਸੀਂ ਇਹ ਦੇਖੋ ਵੀ ਉਹ ਇੱਕ ਪ੍ਰੋਗਰਾਮ ਤਾਂ ਚੁਣ ਕੇ ਦਿੰਦੇ ਆ ਵੀ ਆਹ ਕਰਨਾ, ਇਦਾਂ ਕਰਨਾ, ਇਹਦੇ 'ਚ ਆਹ ਮੈਸੇਜ ਆਊਗਾ, ਆਹ ਚੀਜ਼ ਇਦਾਂ ਹੋਊਗੀ, ਨਾ ਕੋਈ ਲੜਾਈ ਨਾ ਝਗੜਾ। ਜੇ ਅਗਲੇ 8-9 ਮਹੀਨਿਆਂ ਤੋਂ ਦੱਬੀ ਆਉਂਦੇ ਨੇ ਕੇਲੀ, ਤਾਂ ਮਤਲਬ ਕੋਈ ਤੇ ਸਿਆਣੇ ਸਿਰ ਹੋਣਗੇ। ਜੇ ਅਗਲਿਆਂ ਨੇ ਮਤਲਬ ਉਦੋਂ ਸਿਆੜਾਂ ਦੇ ਵਿੱਚ ਤੁਰ ਕੇ ਤੇ ਅੱਡੀਆਂ ਪੜਵਾ ਲੀਆਂ ਆਪਣੀਆਂ, ਉਹਨਾਂ ਨੇ ਉਮਰਾਂ ਗਾਲਤੀਆਂ, ਧੁੱਪੇ ਥੋੜਾ ਧੌਲੇ ਆਏ ਉਹਨਾਂ ਨੂੰ। ਤੇ ਜੇ ਉਹ ਜਿਹੜੇ ਬੰਦੇ ਨੇ ਜਿਹੜੇ ਉਹਨਾਂ ਦੇ ਉੱਥੇ ਏਸੀ 'ਚ ਬਹਿ ਕੇ ਸਲਾਹਾਂ ਲਿਖਦੇ ਨੇ, ਜੇ ਹੁਣ ਤੱਕ ਉਹਨਾਂ ਨੇ ਆਹ ਹਾਲ ਕਰਤਾ ਮੁਲਕ ਦਾ, ਤੇ ਇੱਕ ਵਾਰ ਮੇਰੇ ਖਿਆਲ ਨਾਲ ਮਿੱਟੀ ਵਾਲਿਆਂ ਕੋਲੋਂ ਵੀ ਸਲਾਹ ਲੈ ਕੇ ਵੇਖ ਲੈਣੀ ਚਾਹੀਦੀ। ਸੰਧਾਲੀਆ ਸਾਹਿਬ ਬਹੁਤ ਜ਼ਰੂਰੀ ਆ। ਮੈਨੂੰ ਤਾਂ ਐਂ ਲੱਗਦਾ ਕਿ ਵਿਰੋਧੀ ਧਿਰਾਂ ਤੇ ਭਾਜਪਾ ਦੋਨਾਂ ਦੇ ਕੋਲੇ ਮੌਕਾ, ਕਿਉਂਕਿ ਜਦੋਂ ਕਿਸਾਨ ਕਹਿੰਦੇ ਆ ਕਿ ਅਸੀਂ ਮੌਨਸੂਨ ਰੁੱਤ ਦੇ ਸੈਸ਼ਨ 'ਚ ਪਾਰਲੀਮੈਂਟ ਦੇ ਬਾਹਰ ਬਹਿਣਾ 200 ਬੰਦੇ ਨੇ, ਉਦੋਂ ਲੋਕਾਂ 'ਚ ਜਾਣਾ ਤਾਂ ਹੈਗਾ ਭਾਈ ਕਿਸਾਨ ਬੈਠੇ ਆ। ਭਾਰਤੀ ਜਨਤਾ ਪਾਰਟੀ ਦੇ ਕੋਲੇ ਬਹੁਤ ਵਧੀਆ ਮੌਕਾ, ਅੰਦਰ ਜਾ ਕੇ ਕਹਿਣ ਹਾਂ ਬਈ ਨਾ ਤੁਸੀਂ ਸਾਨੂੰ ਸਮਝਦੇ ਕੀ ਆ, ਅਸੀਂ ਲੋਕ ਪੱਖੀ ਆ, ਕਿਸਾਨ ਪੱਖੀ ਆ, ਆ ਦੇਖੋ ਸਾਨੂੰ ਪਤਾ ਲੱਗਾ ਸੀ ਦਾਲਾਂ ਦੀਆਂ ਕੀਮਤਾਂ ਵਧੀਆਂ, ਅਸੀਂ ਕਿਤੇ ਰੌਲਾ ਥੋੜੀ ਪਾਉਣਾ, ਕੰਮ ਕਰਨਾ ਹੀ। ਉਸੇ ਵੇਲੇ ਲਾਤਾ ਨਾ ਕੈਪ ਕੇ ਭਾਈ ਇਦੋਂ ਵੱਧ ਕੋਈ ਦਾਲ ਇਕੱਠੀ ਨਹੀਂ ਕਰ ਸਕਦਾ, ਅਸੀਂ ਆ ਕਿਸਾਨਾਂ ਵਾਲੇ ਮੁੱਦੇ ਤੇ ਵੀ ਆ ਕੀਤਾ ਜਾਓ। ਸਾਨੂੰ ਲੱਗਦਾ ਕਿ ਕਿਸਾਨ ਕੁਝ ਠੀਕ ਕਹਿੰਦੇ ਆ, ਸਾਡੇ ਦੇਸ਼ ਦੇ ਨਾਗਰਿਕ ਨੇ, ਸਾਨੂੰ ਚਾਹੇ ਨਾ ਵੀ ਚੰਗਾ ਲੱਗਦਾ ਹੋਵੇ, ਅਸੀਂ ਗੱਲ ਮੰਨੀ। ਵਿਰੋਧੀ ਜਿੰਨੀ ਔਖ ਨਾਲ ਤੁਸੀਂ ਦੱਸਿਆ ਨਾ ਜੀ, ਇਹ ਤੋਂ ਦੁਨੀ ਤਿਣੀ ਔਖ ਨਾਲ ਕਹਿ ਕੇ ਭਾਵੇਂ ਮਾਫ ਕਰ ਦੇਣ, ਸਾਨੂੰ ਕੋਈ ਇਤਰਾਜ਼ ਨਹੀਂ, ਕਰਾਓ। ਮੈਂ ਕਹਿੰਦਾ ਕਿਸਾਨਾਂ ਨੇ ਬਾਹਰ ਉਹਨਾਂ ਦੇ ਹਾਰ ਪਾਉਣੇ ਆ ਕਿ ਭਾਈ ਆ ਜਾਓ ਬਾਹਰ। ਵਿਰੋਧੀ ਧਿਰਾਂ ਕੋਈ ਵੀ ਮੌਕਾ, ਖਾਲੀ ਹੱਥੀ ਨਾ ਜਾਇਓ, ਤੁਹਾਡੇ ਕੋਲੇ 12-13 ਦਿਨ ਨੇ। ਕਿਸਾਨਾਂ ਤੋਂ ਹੀ ਪੁੱਛ ਲਓ ਕਿ ਆਹ ਕਾਨੂੰਨ ਜਦੋਂ ਹੋਰ ਦੇਸ਼ਾਂ 'ਚ ਲਾਗੂ ਹੁੰਦੇ ਸੀ ਤਾਂ ਉੱਥੇ ਸਥਿਤੀ ਕੀ ਹੈ, ਪਹਿਲਾਂ ਉੱਥੇ ਕਿੰਨੇ ਕਿਸਾਨ ਖੇਤੀ ਕਰਦੇ ਸੀ, ਅੱਜ ਕਿੰਨੇ ਕਰਦੇ ਆ, ਪਹਿਲਾਂ ਉੱਥੇ ਕਿਸਾਨਾਂ ਦੀ ਕੀ ਸਥਿਤੀ ਸੀ, ਅੱਜ ਕੀ ਹੈ, ਪਹਿਲਾਂ ਉੱਥੇ ਮਹਿੰਗਾਈ ਕਿੰਨੀ ਸੀ, ਅੱਜ ਕਿੰਨੀ ਹੈ, ਪਹਿਲਾਂ ਸਬਸਿਡੀਆਂ ਕਿੰਨੀਆਂ ਸੀ, ਮੰਡੀ ਕਿੱਦਾਂ ਦੀ ਸੀ, ਅੱਜ ਕਿੰਨੀ ਹੈ। ਜੇ ਤਾਂ 12-13 ਦਿਨ ਮਿਹਨਤ ਕਰਕੇ ਜਾਣਗੇ, ਲੀਡਰ ਬਣ ਜਾਣਗੇ, ਨਹੀਂ ਤਾਂ ਕਿਸਾਨਾਂ ਨੇ ਫਿਰ ਕੰਮ ਤਾਂ ਉਹੀ ਕਰਨਾ ਜਿਹੜਾ ਸੱਤਾਧਾਰੀਆਂ ਦਾ ਕਰਦੇ ਆ। ਦੇਖੋ ਇਹ ਤਾਂ ਹੁਣ ਸਮਾਂ ਦੱਸੂਗਾ, ਪਰ ਸਮਾਂ ਫਿਲਹਾਲ ਆਪਣੇ ਜਾਣ ਦਾ ਹੋ ਗਿਆ ਜੀ। ਬਹੁਤ ਸ਼ੁਕਰੀਆ ਜੀ ਸੰਧਾਲੀਆ ਸਾਹਿਬ, ਮਿਹਰਬਾਨੀ। ਚਲੀਏ ਫਿਰ, ਚਲੀਏ ਜੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ, ਤੇ ਇੱਕ ਵਾਰ ਫਿਰ ਦੱਸਦੇ ਹਾਂ ਕਿ ਪ੍ਰਾਈਮ ਏਸ਼ੀਆ ਰੇਡੀਓ ਹੁਣ ਤੁਸੀਂ ਸੁਣ ਸਕਦੇ ਹੋ AM 1210 ਸੈਕਰਮੈਂਟੋ ਦੇ ਵਿੱਚ। ਅੱਜ ਤੋਂ ਓਫੀਸ਼ੀਅਲੀ ਜਿਹੜੀ ਉਹਦੀ ਸ਼ੁਰੂਆਤ ਹੈ ਉਹ ਹੋ ਚੁੱਕੀ ਆ। ਸੋ ਜਿੱਥੇ ਜਿੱਥੇ ਵੀ ਤੁਸੀਂ ਸੁਣਦੇ ਹੋ ਆਪਣੀ ਫੀਡਬੈਕ ਜ਼ਰੂਰ ਭੇਜਦੀ ਕਰ ਦੇਣਾ, ਤੇ ਨਾਲ ਦੀ ਨਾਲ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।